ਅੱਜ ਦਾ ਜਿਹੜਾ ਇਹ ਵਿਸ਼ਾ ਹੈ ਉਹ ਹੈ ਔਰਤ ਅਤੇ ਕਿਰਤੀ। ਜੇ ਸਿੱਧਾ ਆਪਣੇ ਇਸ ਵਿਸ਼ੇ ਦੇ ਉੱਤੇ ਅਸੀਂ ਆਣਾ ਹੋਵੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਸਾਡੀ ਭਾਰਤੀ ਅਰਥ ਵਿਵਸਥਾ ਹੈ ਤਾਂ ਭਾਰਤੀ ਅਰਥ ਵਿਵਸਥਾ ਬਾਰੇ ਅਸੀਂ ਬਹੁਤ ਲੰਬੇ ਸਮੇਂ ਤੋਂ ਬਹੁਤ ਹੀ ਜਿਹੜੇ ਹੈਗੇ ਲੁਭਾਣੇ ਜਿਹੇ ਸ਼ਬਦ ਨੇ ਉਹ ਅਸੀਂ ਸੁਣਦੇ ਰਹੇ ਹਾਂ। ਜਿਵੇਂ ਕਿ ਮਤਲਬ ਇਹ ਕਹਿਣਾ ਕਿ ਇਹ ਇੱਕ ਸ਼ਾਈਨਿੰਗ ਇੰਡੀਆ ਹੈ, ਜਾਂ ਇਹਦੇ ਬਾਰੇ ਇਹ ਕਹਿਣਾ ਕਿ ਵੀ ਇਹ ਕੁਝ ਕੁ ਸਮੇਂ ਦੇ ਵਿੱਚ ਹੀ ਇਹ ਇੱਕ 5 ਟ੍ਰਿਲੀਅਨ ਅਰਥਚਾਰਾ ਹੈ ਜਿਹੜਾ ਉਹ ਬਣ ਜਾਊਗਾ ਤੇ ਅਸੀਂ ਦੇਸ਼ ਸਾਰੀ ਦੁਨੀਆ ਹੈ ਜਿਹੜੀ ਉਹਦੇ ਅਸੀਂ ਤੀਜੇ ਵੱਡੇ ਅਸੀਂ ਜਿਹੜੇ ਹੈਗੇ ਆ ਅਸੀਂ ਅਰਥ ਵਿਵਸਥਾ ਬਣਾਂਗੇ। ਤਾਂ ਇਹੋ ਜਿਹੀਆਂ ਕਿੰਨੇ ਹੀ ਗੱਲਾਂ ਸਾਡੀਆਂ ਜਿਹੜੀਆਂ ਸਾਡੀ ਭਾਰਤੀ ਅਰਥ ਵਿਵਸਥਾ ਦੇ ਚੰਗੇ ਹੋਣ ਬਾਰੇ ਜਾਂ ਭਾਰਤੀ ਅਰਥ ਵਿਵਸਥਾ ਦੇ ਤੇਜ਼ ਵਿਕਾਸ ਬਾਰੇ ਜਿਹੜੀਆਂ ਹੈਗੀਆਂ ਨੇ ਉਹ ਲਿਖੀਆਂ ਜਾਂਦੀਆਂ ਰਹੀਆਂ ਜਾਂ ਕਿਹਾ ਜਾਂਦਾ ਰਿਹਾ। ਭਾਰਤੀ ਅਰਥ ਵਿਵਸਥਾ ਨੂੰ ਇਸ ਨਾਮ ਦੇ ਨਾਲ ਬੁਲਾਇਆ ਜਾਂਦਾ ਰਿਹਾ। ਪਰ ਜਦੋਂ ਇਸ ਵਿਕਾਸ ਦੀ ਗਤੀ ਬਾਰੇ ਅਸੀਂ ਗੱਲ ਕਰਦੇ ਹਾਂ ਤਾਂ ਨਾਰਮਲੀ ਜਿਹੜਾ ਹੈਗਾ ਇੰਡੀਕੇਟਰ ਹੈ ਉਹ ਦੇਸ਼ ਦੀ ਰਾਸ਼ਟਰੀ ਆਮਦਨ ਨੂੰ ਲਿਆ ਜਾਂਦਾ। ਤਾਂ ਗਰੋਥ ਵਾਧਾ ਜਿਹੜਾ ਹੈਗਾ ਉਹ ਹਮੇਸ਼ਾ ਹੀ ਰਾਸ਼ਟਰੀ ਆਮਦਨ ਦੇ ਰੂਪ ਦੇ ਵਿੱਚ ਮਾਪਿਆ ਜਾਂਦਾ। ਪਰ ਜਿਹੜਾ ਵਾਧਾ ਹੈ ਆਰਥਿਕ ਵਾਧਾ ਉਹ ਆਰਥਿਕ ਵਿਕਾਸ ਦਾ ਰੂਪ ਉਦੋਂ ਧਾਰਦਾ ਜਦੋਂ ਆਰਥਿਕ ਵਾਧੇ ਦੇ ਨਾਲ ਨਾਲ ਰੁਜ਼ਗਾਰ ਦੇ ਵਿੱਚ ਵਾਧਾ ਹੋਵੇ, ਅਸਮਾਨਤਾਵਾਂ ਦੇ ਵਿੱਚ ਕਮੀ ਹੋਵੇ, ਰੁਜ਼ਗਾਰ ਦੀ ਜਿਹੜੀ ਹੈਗੀ ਆ ਤਾਂ ਸਿਰਫ ਰੁਜ਼ਗਾਰ ਦਾ ਸਿਰਫ ਪਸਾਰ ਹੀ ਨਾ ਹੋਵੇ, ਜਿਹੜੀ ਰੁਜ਼ਗਾਰ ਦੀ ਗੁਣਵੱਤਾ ਹੈ ਜਿਹੜੀ ਉਹਦੀ ਕੁਆਲਿਟੀ ਆਫ ਏਮਪਲੋਇਮੈਂਟ ਹੈ ਉਹਦੇ ਵਿੱਚ ਵੀ ਚੋਖੇ ਸੁਧਾਰ ਹੋਣ ਤਾਂ ਹੀ ਅਸੀਂ ਉਸ ਕਿਸਮ ਦੇ ਜਿਹੜੇ ਹੈਗੇ ਵਾਧੇ ਨੇ ਆਰਥਿਕ ਵਾਧੇ ਨੂੰ ਅਸੀਂ ਆਰਥਿਕ ਵਿਕਾਸ ਕਹਾਂਗੇ। ਪਰ ਆਪਾਂ ਸਾਰੇ ਦੇਖ ਸਕਦੇ ਹਾਂ ਕਿ ਇਹ ਮਹਿਜ਼ ਇੱਕ ਆਰਥਿਕ ਵਾਧਾ ਸੀ, ਇਹਨੇ ਆਰਥਿਕ ਵਿਕਾਸ ਦਾ ਰੂਪ ਨਹੀਂ ਧਾਰਿਆ। ਆਰਥਿਕ ਵਿਕਾਸ ਦਾ ਜੇ ਰੂਪ ਧਾਰਨ ਵਾਸਤੇ ਜੋ ਇਹਦੇ ਲੱਛਣ ਹੋਣੇ ਚਾਹੀਦੇ ਸੀ ਉਹ ਬਲਕਿ ਨੈਗੇਟਿਵ ਵਾਲੇ ਪਾਸੇ ਗਏ। ਰੁਜ਼ਗਾਰ ਦੇ ਵਿੱਚ ਲਗਾਤਾਰ ਗਿਰਾਵਟ ਆਈ, ਅਸਮਾਨਤਾਵਾਂ ਦੇ ਵਿੱਚ ਲਗਾਤਾਰ ਵਾਧਾ ਹੋਇਆ ਤੇ ਰੁਜ਼ਗਾਰ ਦੀ ਜਿਹੜੀ ਗੁਣਵੱਤਾ ਹੈ ਉਹ ਵੀ ਬਹੁਤ ਬੁਰੀ ਤਰ੍ਹਾਂ ਨਾਲ ਪਿਛਲੇ ਸਾਲਾਂ ਦੇ ਵਿੱਚ, ਪਿਛਲੇ ਦਹਾਕਿਆਂ ਦੇ ਵਿੱਚ, ਖਾਸ ਕਰਕੇ ਜਦੋਂ ਤੋਂ ਅਸੀਂ ਉਦਾਰੀਕਰਨ ਦੀਆਂ ਨੀਤੀਆਂ ਅਪਣਾਈਆਂ ਨੇ ਉਸ ਤੋਂ ਬਾਅਦ ਲਗਾਤਾਰ ਉਹਨਾਂ ਦੇ ਵਿੱਚ ਗਿਰਾਵਟ ਆਈ ਹੈ। ਤੇ ਇਸ ਗਿਰਾਵਟ ਦਾ ਜਿਹੜਾ ਵੱਡਾ ਖਾਮਿਆਜਾ ਹੈ ਉਹ ਔਰਤਾਂ ਨੂੰ ਝੱਲਣਾ ਪਿਆ। ਬਿਨਾਂ ਸ਼ੱਕ ਇਹ ਮਰਦਾਂ ਤੇ ਔਰਤਾਂ ਵਾਸਤੇ ਜਿਹੜੇ ਇਹਦਾ ਖਾਮਿਆਜਾ ਹੈ ਜਿਹੜਾ ਉਹ ਉਹਨਾਂ ਸਾਰਿਆਂ ਦੇ ਵਿੱਚ ਫੈਲਿਆ। ਔਰਤਾਂ ਸਿਰਫ ਇਹਦੇ ਵਿੱਚ ਇਕੱਲੀਆਂ ਨਹੀਂ ਸੀ ਇਸ ਖਾਮਿਆਜੇ ਨੂੰ ਭੁਗਤਣ ਦੇ ਵਿੱਚ, ਪਰ ਉਹਨਾਂ ਦੇ ਉੱਤੇ ਇਹ ਵੱਡੇ ਤੌਰ ਦੇ ਉੱਤੇ ਜਿਹੜੀ ਇਸ ਗੱਲ ਦੀ ਗਾਜ ਹੈ ਉਹ ਗਿਰੀ। ਤਾਂ ਕੁੱਲ ਮਿਲਾ ਕੇ ਰੁਜ਼ਗਾਰ ਦੇ ਵਿੱਚ ਗਿਰਾਵਟ ਆਈ, ਕੁੱਲ ਮਿਲਾ ਕੇ ਜਿਹੜੀ ਸਾਡੀ ਲੇਬਰ ਫੋਰਸ ਪਾਰਟਿਸਿਪੇਸ਼ਨ ਰੇਟ ਹੈ ਉਹਦੇ ਵਿੱਚ ਗਿਰਾਵਟ ਆਈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਵੀ ਅਸੀਂ ਆਮ ਕਰਕੇ ਸੋਚਦੇ ਹੁੰਦੇ ਹਾਂ ਕਿ ਵੀ ਜਦੋਂ ਅਰਥ ਵਿਵਸਥਾ ਵਿਕਸਿਤ ਹੋਊਗੀ ਤਾਂ ਉਦੋਂ ਰੁਜ਼ਗਾਰ ਦੇ ਮੌਕੇ ਨੇ ਜਿਹੜੇ ਉਹ ਨਾ ਕੇਵਲ ਵਧਣਗੇ ਬਲਕਿ ਉਹ ਵਿਭਿੰਨ ਦਿਸ਼ਾਵਾਂ ਦੇ ਵਿੱਚ ਵਧਣਗੇ। ਖੇਤੀ ਚੋਂ ਨਿਕਲ ਕੇ ਉਹ ਜਿਹੜੇ ਗੈਰ ਖੇਤੀ ਧੰਦੇ ਨੇ ਜਿਨ੍ਹਾਂ ਦੇ ਵਿੱਚ ਕਿ ਰਿਲੇਟਿਵਲੀ ਜਿਹੜੀ ਆਮਦਨ ਆ ਉਹ ਸਟੇਬਲ ਹੁੰਦੀ ਹੈ ਉਹਨਾਂ ਦੇ ਵਿੱਚ ਵਾਧਾ ਹੋਊਗਾ। ਤਾਂ ਇਹ ਕੁਝ ਔਰਤਾਂ ਵਾਸਤੇ ਜਾਂ ਤਾਂ ਬਹੁਤ ਸਲੋ ਸੀ ਜਾਂ ਟੋਟਲੀ ਐਬਸੈਂਟ ਸੀਗਾ। ਤੇ ਜਿੱਥੇ ਜੇ ਅਸੀਂ 1993-94 ਤੋਂ ਕਿਉਂਕਿ ਜਿਹੜੇ ਸਾਡੇ ਰੁਜ਼ਗਾਰ ਦੇ ਸਰਵੇਖਣ ਨੇ ਉਹ ਉਦਾਰੀਕਰਨ ਤੋਂ ਬਾਅਦ ਦਾ ਜਿਹੜਾ ਪਹਿਲਾ ਸਰਵੇਖਣ ਹੈ ਉਹ 1993-94 ਦਾ, ਤੇ ਪਿਛਲਾ ਸਰਵੇਖਣ ਜਿਹੜਾ ਸੀਗਾ ਉਹ ਇੱਕ ਫੁੱਲ ਸਰਵੇਖਣ ਸਾਡੇ ਕੋਲ 2011-12 ਦਾ ਹੈ। ਪਰ ਬਾਅਦ ਵਿੱਚੋਂ ਇੱਕ ਜਿਹੜੇ ਪੀਰੀਓਡਿਕ ਲੇਬਰ ਫੋਰਸ ਸਰਵੇ ਦੇ ਵਿੱਚ ਇਹਨਾਂ ਨੂੰ ਬਦਲ ਦਿੱਤਾ। ਤਾਂ ਜਿਹੜਾ ਪੀਰੀਓਡਿਕ ਲੇਬਰ ਫੋਰਸ ਸਰਵੇ ਆ ਉਹ ਸਾਡੇ ਕੋਲੇ 2017 ਦੀਆਂ ਸਾਡੇ ਕੋਲੇ ਜਿਹੜੇ ਅੰਕੜੇ ਆ ਉਹ ਮੌਜੂਦ ਨੇ। ਤਾਂ 2011-12 ਨੂੰ ਕਿਉਂਕਿ ਅਸੀਂ ਉਹ ਇੱਕ ਵੱਡਾ ਫੁੱਲ ਸਰਵੇਖਣ ਕਹਿੰਦੇ ਹਾਂ, ਇਸ ਕਰਕੇ ਆਮ ਕਰਕੇ ਅਸੀਂ ਕਿਸੇ ਵੀ ਵੱਡੀ ਤੁਲਨਾ ਵਾਸਤੇ ਅਸੀਂ ਉਹਨੂੰ ਆਧਾਰ ਮੰਨਦੇ ਹਾਂ। ਤਾਂ ਇਸ ਸਮੇਂ ਦੇ ਵਿੱਚ ਜਿਹੜੇ ਮਰਦਾਂ ਦੀ ਜਿਹੜੀ ਕਿਰਤ ਸ਼ਕਤੀ ਸੀਗੀ ਉਹਦੇ ਵਿੱਚ ਜਿਹੜੀ ਉਹਦੀ ਪਾਰਟਿਸਿਪੇਸ਼ਨ ਦਾ ਰੇਟ ਸੀਗਾ ਉਹ ਲਗਭਗ 88% ਤੋਂ ਘਟ ਕੇ 76% ਰਹਿ ਗਿਆ ਪੇਂਡੂ ਖੇਤਰਾਂ ਦੇ ਵਿੱਚ। ਤੇ ਜਿਹੜੇ ਮਤਲਬ ਆਪਣੇ ਸ਼ਹਿਰੀ ਖੇਤਰ ਸੀਗੇ ਉਹਦੇ ਵਿੱਚੋਂ 80 ਤੋਂ ਇਹ ਕੁਝ 75% ਦੇ ਉੱਤੇ ਆ ਗਏ। ਪਰ ਜਿਹੜੀਆਂ ਪੇਂਡੂ ਖੇਤਰਾਂ ਦੀਆਂ ਔਰਤਾਂ ਸੀਗੀਆਂ ਉਹਨਾਂ ਦੇ ਵਿੱਚ ਇਹ ਲੇਬਰ ਫੋਰਸ ਪਾਰਟਿਸਿਪੇਸ਼ਨ ਰੇਟ 50% ਤੋਂ ਬਿਲਕੁਲ ਸ਼ਾਰਪਲੀ ਘਟ ਕੇ 25% ਦੇ ਉੱਤੇ ਆ ਜਾਂਦਾ। ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਕਿ ਅਸੀਂ ਆਪਣੇ ਆਪ ਨੂੰ ਏਸ਼ੀਅਨ ਟਾਈਗਰਸ ਦੇ ਵਿੱਚੋਂ ਜਾਂ ਅਸੀਂ ਬਹੁਤ ਜਿਹੜਾ ਹੈਗਾ ਬਹੁਤ ਤੇਜ਼ ਵਾਧੇ ਦਾ ਸਮਾਂ ਅਸੀਂ ਮੰਨ ਰਹੇ ਹਾਂ। ਤੇ ਜਿਹੜੀਆਂ ਸ਼ਹਿਰੀ ਔਰਤਾਂ ਨੇ ਉਹਨਾਂ ਦੇ ਵਿੱਚ ਵੀ ਜਿਹੜੀ ਹੈਗੀ ਆ ਦੀ ਲੇਬਰ ਫੋਰਸ ਪਾਰਟਿਸਿਪੇਸ਼ਨ ਰੇਟ ਆ ਜਿਹੜਾ ਉਹ 20% ਹੈ ਤੇ ਪੰਜਾਬ ਦੇ ਵਿੱਚ ਇਹ ਰੇਟ ਹੋਰ ਵੀ ਘੱਟ ਆ। ਤਾਂ ਇਹਦੇ ਬਾਰੇ ਹੁਣ ਕਈ ਤਰ੍ਹਾਂ ਦੀਆਂ ਦਲੀਲਾਂ ਦਿੱਤੀਆਂ ਜਾਂਦੀਆਂ ਨੇ ਕਿ ਵੀ ਤੇਜ਼ ਵਿਕਾਸ ਦੇ ਸਮੇਂ ਦੇ ਵਿੱਚ, ਜਾਂ ਮੈਂ ਦਰੁਸਤ ਕਰਾਂ ਆਪਣੇ ਆਪ ਨੂੰ ਕਿ ਤੇਜ਼ ਆਰਥਿਕ ਵਾਧੇ ਦੇ ਸਮੇਂ ਦੇ ਵਿੱਚ ਵੀ ਔਰਤਾਂ ਦੀ ਪਾਰਟਿਸਿਪੇਸ਼ਨ ਜਿਹੜੀ ਕਿ ਵਧਣੀ ਚਾਹੀਦੀ ਸੀ ਉਹ ਕਿਉਂ ਘਟੀ।
ਤਾਂ ਦੋ ਤਿੰਨ ਦਲੀਲਾਂ ਜਿਨ੍ਹਾਂ ਨੂੰ ਆਪਾਂ ਇੱਕ ਮਤਲਬ ਵਨ ਬਾਈ ਵਨ ਆਪਾਂ ਇੱਥੇ ਸਿੱਝਣ ਦੀ ਕੋਸ਼ਿਸ਼ ਕਰਾਂਗੇ। ਪਹਿਲਾਂ ਤਾਂ ਇਹ ਕਿਹਾ ਜਾਂਦਾ ਹੈ ਕਿ ਬਈ ਕਿਉਂਕਿ ਜਨਰਲ ਡਿਕਲਾਈਨ ਹੈ, ਵੀ ਅਰਥ ਵਿਵਸਥਾ ਹੈ ਜਿਹੜੀ ਉਹ ਇੱਕ ਜਨਰਲੀ ਇੱਕ ਉਹਦੇ ਵਿੱਚ ਗਿਰਾਵਟ ਵਾਲੇ ਪਾਸੇ ਜਾ ਰਹੀ ਹੈ ਰੁਜ਼ਗਾਰ ਦੇ ਮਾਮਲੇ ਦੇ ਵਿੱਚ। ਤਾਂ ਜਿੱਥੇ ਮਰਦਾਂ ਦੀਆਂ ਨੌਕਰੀਆਂ ਘਟੀਆਂ ਨੇ ਤਾਂ ਉੱਥੇ ਔਰਤਾਂ ਵਾਸਤੇ ਵੀ ਨੌਕਰੀਆਂ ਘਟੀਆਂ ਨੇ। ਜਿੱਥੇ ਮਰਦਾਂ ਦੀ ਲੇਬਰ ਫੋਰਸ ਪਾਰਟਿਸਿਪੇਸ਼ਨ ਘਟੀ ਆ ਉੱਥੇ ਔਰਤਾਂ ਦੀ ਵੀ ਲੇਬਰ ਫੋਰਸ ਪਾਰਟਿਸਿਪੇਸ਼ਨ ਘਟੀ ਆ। ਤੇ ਕੁਝ ਜਿਹੜੇ ਬਹੁਤ ਇਸ ਗੱਲ ਨੂੰ ਪੋਜ਼ਿਟਿਵਲੀ ਦੇਖਦੇ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਇਸ ਕਰਕੇ ਘਟੀ ਹੈ ਵੀ ਕਿਉਂਕਿ ਹੁਣ ਔਰਤਾਂ ਵਿਦਿਅਕ ਸੰਸਥਾਵਾਂ ਵਿੱਚ ਵੱਧ ਜਾਣ ਲੱਗ ਗਈਆਂ, ਵੀ ਉਹਨਾਂ ਦੀ ਐਜੂਕੇਸ਼ਨ ਐਨਰੋਲਮੈਂਟ ਵੱਧ ਗਈ, ਇਸ ਕਰਕੇ ਮਤਲਬ ਉਹ ਲੇਬਰ ਮਾਰਕੀਟ ਵਿੱਚ ਨਹੀਂ ਜਾਂਦੀਆਂ, ਬਲਕਿ ਉਹ ਉਚੇਰੀ ਵਿੱਦਿਆ ਹੈ ਜਿਹੜੀ ਉਹ ਲੈਣਾ ਜਿਹੜਾ ਹੈਗਾ ਉਹ ਪਸੰਦ ਕਰਦੀਆਂ ਨੇ। ਤੇ ਤੀਜੀ ਦਲੀਲ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਕਿ ਵੀ ਆਮਦਨ ਦੇ ਵਿੱਚ ਵਾਧਾ ਹੋ ਗਿਆ, ਕਿਉਂਕਿ ਜਦੋਂ ਪਰਿਵਾਰਾਂ ਦੀ ਆਮਦਨ ਵੱਧਦੀ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਆਪਣੇ ਘਰ ਦੇ ਜਿਹੜੇ ਹੈਗੇ ਆ ਚਾਈਲਡ ਲੇਬਰ ਆ ਜਿਹੜੀ ਅਸੀਂ ਉਹ ਘਟਾ ਦਿੰਦੇ ਆ, ਅਸੀਂ ਬੱਚਿਆਂ ਨੂੰ ਜੌਬ ਮਾਰਕੀਟ ਦੇ ਵਿੱਚੋਂ ਕੱਢ ਲੈਂਦੇ ਆ। ਤਾਂ ਫਿਰ ਅਗਲਾ ਸਟੈਪ ਹੈ ਜਿਹੜਾ ਉਹ ਔਰਤਾਂ ਨੂੰ ਉਹਦੇ ਵਿੱਚੋਂ ਜੌਬ ਮਾਰਕੀਟ ਦੇ ਵਿੱਚੋਂ ਕੱਢਣ ਦਾ ਹੁੰਦਾ ਹੈ। ਤਾਂ ਇਸ ਕਰਕੇ ਜਿਵੇਂ ਜਿਵੇਂ ਮਤਲਬ ਆਮਦਨ ਵਧੀ ਜਾਊਗੀ, ਸਾਡੇ ਜਿਹੜੇ ਕੰਮ ਦੇ ਘੰਟੇ ਆ ਜਿਹੜੇ ਉਹ ਘਟਦੇ ਨੇ, ਤਾਂ ਉਸ ਕਰਕੇ ਜਿਹੜਾ ਹੈਗਾ ਔਰਤਾਂ ਦੀ ਜਿਹੜੀ ਸ਼ਮੂਲੀਅਤ ਹੈ ਉਹ ਲੇਬਰ ਮਾਰਕੀਟ ਦੇ ਵਿੱਚੋਂ ਘਟ ਗਈ। ਤਾਂ ਇਹ ਤਿੰਨ ਮੇਜਰ ਜਿਹੜੇ ਹੈਗੇ ਕਾਰਨ ਨੇ ਉਹ ਦੱਸੇ ਜਾਂਦੇ ਨੇ। ਹੁਣ ਜਿਹੜਾ ਪਹਿਲਾ ਕਾਰਨ ਜਿਹੜਾ ਜਨਰਲ ਡਿਕਲਾਈਨ ਦਾ ਹੈ, ਤਾਂ ਉਹਦੇ ਬਾਰੇ ਮੇਰੀ ਇਹ ਆਰਗੂਮੈਂਟ ਹੈ ਕਿ ਵੀ ਜੇ ਇਹ ਜਨਰਲ ਡਿਕਲਾਈਨ ਸੀ ਤਾਂ ਇਹ ਔਰਤਾਂ ਤੇ ਮਰਦਾਂ ਦੇ ਵਿਚਾਲੇ ਬਰਾਬਰ ਹੋਣੀ ਚਾਹੀਦੀ ਸੀ। ਵੀ ਜਨਰਲ ਡਿਕਲਾਈਨ ਹੈ ਕਿਉਂਕਿ ਜੇ ਤੁਹਾਡਾ ਜਿਹੜਾ ਹੈਗਾ ਆਰਥਿਕ ਵਿਕਾਸ ਹੈ ਵੀ ਉਹ ਜੈਂਡਰ ਇਕੁਐਲਿਟੀ ਨੂੰ ਇਨਸ਼ੋਰ ਕਰਦਾ ਹੈ, ਤਾਂ ਉਹ ਰੁਜ਼ਗਾਰ ਹੈ ਜਿਹੜਾ ਉਹ ਬਰਾਬਰ ਦਾ ਗਿਰਨਾ ਚਾਹੀਦਾ ਸੀਗਾ, ਉਹ ਬਰਾਬਰ ਦਾ ਨਹੀਂ ਗਿਰਿਆ ਹੈਗਾ। ਔਰਤਾਂ ਦੇ ਵਿੱਚ ਦੇ ਰੁਜ਼ਗਾਰ ਦੇ ਵਿੱਚ ਬਹੁਤ ਭਾਰੀ ਗਿਰਾਵਟ ਆਈ। ਔਰਤਾਂ ਹਜੇ ਵੀ ਖੇਤੀ ਵਿੱਚ ਵੱਧ ਲੱਗੀਆਂ ਹੋਈਆਂ ਨੇ, ਜਦਕਿ ਆਦਮੀ ਨੇ ਜਿਹੜੇ ਕਿ ਉਹ ਖੇਤੀ ਦੇ ਵਿੱਚੋਂ ਨਿਕਲ ਕੇ ਦੂਜੇ ਜਿਹੜੇ ਗੈਰ ਖੇਤੀ ਕਿੱਤੇ ਨੇ ਉਹਨਾਂ ਵੱਲ ਚਲੇ ਗਏ। ਇਹ ਵੱਖਰੀ ਗੱਲ ਹੈ ਕਿ ਕਿਹੋ ਜਿਹੇ ਕਿਸਮ ਦੇ ਕਿੱਤਿਆਂ ਦੇ ਵਿੱਚ ਗਏ, ਪਰ ਐਗਰੀਕਲਚਰ ਦੇ ਵਿੱਚੋਂ ਉਹਨਾਂ ਦੀ ਜਿਹੜਾ ਨਿਕਾਸ ਸੀਗਾ ਉਹ ਔਰਤਾਂ ਨਾਲੋਂ ਕਿਤੇ ਜ਼ਿਆਦਾ ਸੀ। ਤੇ ਦੂਸਰਾ ਇਹ ਹੈਗਾ ਕਿ ਵੀ ਜੇ ਮਤਲਬ ਇਹ ਜਨਰਲ ਡਿਕਲਾਈਨ ਸੀਗਾ ਤਾਂ ਔਰਤਾਂ ਦਾ ਵੀ ਇਹ ਬਰਾਬਰ ਦਾ ਘਟਣਾ ਚਾਹੀਦਾ ਸੀ, ਪਰ ਇਸ ਤਰ੍ਹਾਂ ਨਹੀਂ ਹੋਇਆ। ਫਿਰ ਉਹਦੀ ਕਾਟ ਹੈ ਜਿਹੜੀ ਉਹ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਉਹਨਾਂ ਖੇਤਰਾਂ ਦੇ ਵਿੱਚ ਰੁਜ਼ਗਾਰ ਘਟਿਆ ਜਿਹੜੇ ਕਿ ਫੀਮੇਲ ਡੋਮੀਨੇਟਡ ਆਕੂਪੇਸ਼ਨ ਸੀਗੇ, ਵੀ ਜਿਨ੍ਹਾਂ ਨੂੰ ਔਰਤਾਂ ਵੱਧ ਕਰਦੀਆਂ ਸੀ, ਜਿਵੇਂ ਹੱਥ ਦੇ ਕੰਮ, ਵੀ ਉਹ ਕੰਮ ਜਿਹੜੇ ਹੈਗੇ ਆ ਔਰਤਾਂ ਦੇ ਹਿੱਸੇ ਵੱਧ ਆਉਂਦੇ ਸੀਗੇ। ਵੀ ਜਦੋਂ ਮਸ਼ੀਨੀਕਰਨ ਹੁੰਦਾ, ਆਧੁਨਿਕੀਕਰਨ ਹੁੰਦਾ, ਤਾਂ ਪਹਿਲਾਂ ਇਹ ਕਿੱਤੇ ਆ ਜਿਹੜੇ ਉਹ ਮਾਰਕੀਟ ਚੋਂ ਨਿਕਲ ਜਾਂਦੇ ਨੇ। ਤੇ ਇਸ ਕਰਕੇ ਵੀ ਕਿਉਂਕਿ ਉਹ ਕੰਮ ਔਰਤਾਂ ਕਰਦੀਆਂ ਸੀਗੀਆਂ, ਇਸ ਕਰਕੇ ਔਰਤਾਂ ਨੇ ਜਿਹੜੀਆਂ ਉਹ ਮਾਰਕੀਟ ਦੇ ਵਿੱਚੋਂ ਨਿਕਲ ਜਾਂਦੀਆਂ। ਜੇ ਇਸ ਤਰ੍ਹਾਂ ਹੋਏ, ਜੇ ਇਹ ਇਹਦਾ ਕਾਰਨ ਹੋਵੇ, ਤਾਂ ਫਿਰ ਉਹਦੇ ਨਾਲ ਔਰਤਾਂ ਦੀ ਲੇਬਰ ਫੋਰਸ ਪਾਰਟਿਸਿਪੇਸ਼ਨ ਰੇਟ ਨਹੀਂ ਸੀ ਘਟਣਾ ਚਾਹੀਦਾ, ਅਨਐਮਪਲੋਇਮੈਂਟ ਰੇਟ ਆ ਜਿਹੜੀ ਉਹ ਵਧਣੀ ਚਾਹੀਦੀ ਸੀ। ਕਿਉਂਕਿ ਅਨਐਮਪਲੋਇਮੈਂਟ ਰੇਟ ਆ ਜਿਹੜਾ ਉਹ ਤੁਹਾਡਾ ਲੇਬਰ ਫੋਰਸ ਪਾਰਟਿਸਿਪੇਸ਼ਨ ਰੇਟ ਦਾ ਹਿੱਸਾ ਹੁੰਦਾ। ਅਸੀਂ ਉਹਨੂੰ ਅਨਐਮਪਲੋਇਮੈਂਟ ਰੇਟ ਤੇ ਜਿਹੜੀ ਲੇਬਰ ਫੋਰਸ ਹੈ ਉਹ ਜਾਂ ਇੰਪਲੋਇਡ ਹੁੰਦੀ ਹੈ ਜਾਂ ਉਹ ਅਨਐਮਪਲੋਇਡ ਹੁੰਦੀ ਹੈ। ਜੇ ਮਤਲਬ ਉਹਨਾਂ ਦਾ ਰੁਜ਼ਗਾਰ ਘਟ ਗਿਆ ਤਾਂ ਉਹਨਾਂ ਦੀ ਬੇਰੁਜ਼ਗਾਰੀ ਵਿੱਚ ਵਾਧਾ ਹੋਣਾ ਚਾਹੀਦਾ ਸੀਗਾ। ਤਾਂ ਬੇਰੁਜ਼ਗਾਰੀ ਬਲਕਿ ਦੀ ਦਰ ਹੈ ਜਿਹੜੀ ਉਹ ਔਰਤਾਂ ਦੀ ਮਰਦਾਂ ਦੇ ਨਾਲੋਂ ਘੱਟ ਹੈ। ਮਰਦਾਂ ਦੀ ਜਿਹੜੀ ਬੇਰੁਜ਼ਗਾਰੀ ਦਰ ਹੈ ਉਹ 1.7% ਹੈ ਤੇ ਔਰਤਾਂ ਦੀ ਜਿਹੜੀ ਬੇਰੁਜ਼ਗਾਰੀ ਦਰ ਹੈ ਉਹ 0.7% ਹੈ। ਉਹ ਇਸ ਕਰਕੇ ਨਹੀਂ ਕਿ ਵੀ ਔਰਤਾਂ ਨੂੰ ਵੱਧ ਕੰਮ ਮਿਲਦੇ ਨੇ, ਉਹ ਇਸ ਕਰਕੇ ਉਹ ਦਰ ਘੱਟ ਹੈ ਕਿਉਂਕਿ ਔਰਤਾਂ ਨੇ ਜਿਹੜੀਆਂ ਉਹ ਲੇਬਰ ਫੋਰਸ ਦੇ ਵਿੱਚ, ਲੇਬਰ ਮਾਰਕੀਟ ਦੇ ਵਿੱਚ ਪਾਰਟਿਸਿਪੇਟ ਹੀ ਨਹੀਂ ਕਰਦੀਆਂ। ਉਹ ਆਪਣੇ ਕੰਮਾਂ ਨੂੰ ਉਹ ਮੰਡੀ ਵਾਸਤੇ ਪੇਸ਼ ਹੀ ਨਹੀਂ ਕਰਦੀਆਂ। ਜਦੋਂ ਉਹ ਮਾਰਕੀਟ ਵਿੱਚ ਹੋਣਗੀਆਂ ਹੀ ਨਹੀਂ ਤਾਂ ਉਹਨਾਂ ਨੂੰ ਬੇਰੁਜ਼ਗਾਰ ਵੀ ਨਹੀਂ ਕਿਹਾ ਜਾਊਗਾ, ਕਿਉਂਕਿ ਪਰਿਭਾਸ਼ਕ ਤੌਰ ਦੇ ਉੱਤੇ ਅਸੀਂ ਉਹਨੂੰ ਬੇਰੁਜ਼ਗਾਰ ਕਹਿੰਦੇ ਆ ਜਿਹੜਾ ਕਿ ਕੰਮ ਕਰਨ ਨੂੰ ਤਿਆਰ ਹੈ ਪਰ ਉਹਨੂੰ ਮੰਡੀ ਕੰਮ ਨਹੀਂ ਦੇ ਰਹੀ। ਤਾਂ ਅਨਐਮਪਲੋਇਮੈਂਟ ਰੇਟ ਵੀ ਉਸ ਚੀਜ਼ ਨੂੰ ਜਿਹੜਾ ਹੈਗਾ ਉਹ ਜਸਟੀਫਾਈ ਨਹੀਂ ਕਰਦਾ। ਤਾਂ ਫਿਰ ਜਦੋਂ ਅਸੀਂ ਗੱਲ ਕਰਦੇ ਹਾਂ ਐਜੂਕੇਸ਼ਨ ਵਾਲੀ ਦਲੀਲ ਦੀ, ਤਾਂ ਐਜੂਕੇਸ਼ਨ ਦੇ ਕੇਸ ਦੇ ਵਿੱਚ ਇਸ ਚੀਜ਼ ਨੂੰ ਜੇ ਆਪਾਂ ਮਤਲਬ ਜਿਹੜਾ ਲੇਬਰ ਫੋਰਸ ਪਾਰਟਿਸਿਪੇਸ਼ਨ ਰੇਟ ਘਟੀ ਹੈ, ਜੇ ਉਹਨੂੰ ਆਪਾਂ ਏਜ ਵਾਈਜ਼ ਸੈਪਰੇਟ ਕਰਕੇ ਦੇਖੀਏ ਤਾਂ ਜਿਹੜਾ ਬਹੁਤੀ ਗਿਰਾਵਟ ਹੈ ਔਰਤਾਂ ਦੀ ਲੇਬਰ ਫੋਰਸ ਪਾਰਟਿਸਿਪੇਸ਼ਨ ਰੇਟ ਦੇ ਵਿੱਚ ਇਸ ਸਮੇਂ ਦੌਰਾਨ, ਮਤਲਬ 1991 ਤੋਂ ਬਾਅਦ, ਉਹ ਅਸਲ ਦੇ ਵਿੱਚ 35 ਤੋਂ 45 ਸਾਲ ਦੀ ਉਮਰ ਦੇ ਵਿੱਚ ਹੋਈ ਹੈ। 30 ਤੋਂ ਘੱਟ ਉਮਰ ਵਾਲਿਆਂ ਦੇ ਵਿੱਚ ਵੀ ਘਟੀ ਹੈ, ਔਰ ਮਰਦਾਂ ਵਿੱਚ ਵੀ ਘਟੀ ਹੈ ਤੇ ਔਰਤਾਂ ਵਿੱਚ ਵੀ ਘਟੀ ਹੈ, ਕਿਉਂਕਿ ਜਿਹੜਾ ਹੈਗਾ ਜ਼ਿਆਦਾ ਮਰਦਾਂ ਦੀ ਲੇਬਰ ਫੋਰਸ ਜਿਹੜੀ ਪਾਰਟਿਸਿਪੇਸ਼ਨ ਰੇਟ ਘਟੀ ਹੈ ਉਹ 30 ਤੋਂ ਘੱਟ ਦੀ ਉਮਰ ਵਾਲੇ ਜਿਹੜਾ ਸੈਗਮੈਂਟ ਆ ਉਹਦੇ ਵਿੱਚ ਘਟੀ ਹੈ। ਪਰ ਔਰਤਾਂ ਦਾ ਜਿਹੜਾ ਵੱਡਾ ਡਿਕਲਾਈਨ ਹੈ ਉਹ 35 ਤੋਂ 45 ਸਾਲ ਵਾਲਾ ਹੈ। ਹੁਣ 35 ਤੋਂ 45 ਸਾਲ ਤਾਂ ਏਜ ਗਰੁੱਪ, ਐਜੂਕੇਸ਼ਨ ਦੀ ਐਨਰੋਲਮੈਂਟ ਵਾਲਾ ਏਜ ਗਰੁੱਪ ਹੈ ਨਹੀਂ। ਇਹ ਤਾਂ ਉਹ ਏਜ ਗਰੁੱਪ ਹੈ ਜਿਹਦੇ ਵਿੱਚ ਕਿ ਜੇ ਅਸੀਂ ਉਚੇਰੀ ਵਿੱਦਿਆ ਵੀ ਲੈਣੀ ਹੋਵੇ ਤਾਂ ਲੋਕ PhD ਕਰਕੇ ਵੀ ਉਹਦੇ ਵਿੱਚੋਂ ਨਿਕਲ ਚੁੱਕੇ ਹੁੰਦੇ ਨੇ। ਤਾਂ ਤੁਸੀਂ ਜਿੰਨੀ ਤੁਸੀਂ ਮੈਕਸਿਮਮ ਹਾਇਰ ਲੈਵਲ ਆਫ ਐਜੂਕੇਸ਼ਨ ਤੁਸੀਂ ਕਹਿ ਸਕਦੇ ਹੋ ਤਾਂ 35 ਸਾਲ ਤੱਕ ਬਹੁਤੇ ਲੋਕ ਖਤਮ ਕਰ ਚੁੱਕੇ ਹੁੰਦੇ ਨੇ। ਮੈਂ ਨਹੀਂ ਕਹੂੰਗੀ ਸਾਰੇ, ਪਰ ਬਹੁਤੇ ਲੋਕ ਨੇ ਜਿਹੜੇ ਉਹ ਖਤਮ ਕਰ ਚੁੱਕੇ ਹੁੰਦੇ ਆ।
ਇਹ ਉਹ ਏਜ ਹੈ ਜਿਹਦੇ ਵਿੱਚ ਕਿ ਔਰਤਾਂ ਵਿਆਹ ਕਰਾਉਂਦੀਆਂ ਨੇ ਜਾਂ ਔਰਤਾਂ ਨੇ ਜਿਹੜੀਆਂ ਉਹ ਚਾਈਲਡ ਬੀਅਰਿੰਗ ਦੇ ਪ੍ਰੋਸੈਸ ਦੇ ਵਿੱਚ ਹੁੰਦੀਆਂ ਨੇ, ਚਾਈਲਡ ਬੀਅਰਿੰਗ ਜਾਂ ਚਾਈਲਡ ਰੀਅਰਿੰਗ ਦੇ ਪ੍ਰੋਸੈਸ ਵਿੱਚ ਹੁੰਦੀਆਂ ਨੇ। ਤਾਂ ਐਜੂਕੇਸ਼ਨ ਵਾਲੀ ਵੀ ਜਿਹੜੀ ਗੱਲ ਹੈ ਉਹ ਇੱਥੇ ਉਹ ਦਲੀਲ ਇੱਥੇ ਪੂਰੀ ਨਹੀਂ ਉਤਰਦੀ। ਤੇ ਤੀਜੀ ਦਲੀਲ ਜਿਹੜੀ ਇਨਕਮ ਇਫੈਕਟ ਵਾਲੀ ਹੈ, ਜਿਹੜੀ ਕਿ ਅਸੀਂ ਕਹਿੰਦੇ ਆ ਵੀ ਜਦੋਂ ਆਮਦਨ ਵਧੂਗੀ ਤਾਂ ਆਮਦਨ ਵਧਣ ਦੇ ਨਾਲ ਔਰਤਾਂ ਦਾ ਜਿਹੜਾ ਹੈਗਾ ਵੀ ਔਰਤਾਂ ਦੀ ਲੇਬਰ ਮਾਰਕੀਟ ਦੀ ਸ਼ਮੂਲੀਅਤ ਘਟ ਜਾਊਗੀ, ਤਾਂ ਸਾਨੂੰ ਲੱਗਦਾ ਹੈ ਕਿ ਵੀ ਸਾਡੀ ਅਰਥ ਵਿਵਸਥਾ ਕਿਉਂਕਿ ਚੰਗੇ ਪਾਸੇ ਜਾ ਰਹੀ ਹੈ, ਇਸ ਕਰਕੇ ਔਰਤਾਂ ਨੇ ਜਿਹੜੀਆਂ ਵੀ ਉਹ ਮੰਡੀ ਦੀ ਤਸ਼ੱਦਦ ਚੱਲਣ ਦੀ ਬਜਾਏ ਉਹ ਘਰਾਂ ਦੇ ਵਿੱਚ ਉਹ ਕੰਫਰਟੇਬਲ ਪੋਜੀਸ਼ਨ ਦੇ ਵਿੱਚ ਰਹਿ ਰਹੀਆਂ ਨੇ। ਪਰ ਜਦੋਂ ਇਹੀ ਅੰਕੜਿਆਂ ਨੂੰ ਅਸੀਂ ਆਮਦਨ ਗਰੁੱਪ ਦੇ ਹਿਸਾਬ ਦੇ ਨਾਲ ਅਸੀਂ ਡਿਵਾਈਡ ਕਰਕੇ ਦੇਖਦੇ ਹਾਂ ਤਾਂ ਜਿਹੜਾ ਸਗੋਂ ਤੇ ਵੱਡਾ ਉੱਚਾ ਆਮਦਨ ਗਰੁੱਪ ਹੈ ਉਹਦੇ ਵਿੱਚ ਲੇਬਰ ਫੋਰਸ ਪਾਰਟਿਸਿਪੇਸ਼ਨ ਰੇਟ ਵਧੀ ਹੋਈ ਹੈ, ਜਦਕਿ ਜਿਹੜਾ ਮਿਡਲ ਇਨਕਮ ਗਰੁੱਪ ਹੈਗਾ ਉਹਦੇ ਵਿੱਚ ਇਹਦੇ ਵਿੱਚ ਕਮੀ ਆਈ ਹੋਈ ਹੈ। ਤਾਂ ਇਹ ਤਿੰਨੇ ਦਲੀਲਾਂ ਨੇ ਜਿਹੜੀਆਂ ਉਹ ਔਰਤਾਂ ਦੀ ਇਸ ਲੇਬਰ ਫੋਰਸ ਪਾਰਟਿਸਿਪੇਸ਼ਨ ਦੇ ਘਟਣ ਦਾ ਕਾਰਨ ਨਹੀਂ ਦੱਸਦੀਆਂ ਹੈਗੀਆਂ। ਅਸਲ ਵਿੱਚ ਹੋਇਆ ਕਿ ਇਸ ਸਮੇਂ ਦੇ ਵਿੱਚ ਜਿਹੜੀ ਔਰਤਾਂ ਦੀ ਜ਼ਿਆਦਾ ਸ਼ਮੂਲੀਅਤ ਹੈ ਜਿਹੜੀ ਉਹ ਫਿਰ ਕਿੱਥੇ ਹੋਈ, ਵੀ ਜੇ ਉਹ ਨਾ ਉਹ ਬੇਰੁਜ਼ਗਾਰਾਂ ਦੇ ਵਿੱਚ ਨੇ, ਨਾ ਉਹ ਰੁਜ਼ਗਾਰ ਪ੍ਰਾਪਤ ਕਰਨ ਵਾਲਿਆਂ ਦੇ ਵਿੱਚ ਨੇ, ਫਿਰ ਉਹ ਔਰਤਾਂ ਕਿੱਥੇ ਨੇ, ਨਾ ਉਹ ਐਜੂਕੇਸ਼ਨ ਦੇ ਵਿੱਚ ਨੇ, ਨਾ ਉਹ ਟ੍ਰੇਨਿੰਗ ਦੇ ਵਿੱਚ ਨੇ। ਤਾਂ ਅਸਲ ਵਿੱਚ ਜਿਹੜੀ ਹੈਗੀ ਆ ਔਰਤਾਂ ਦੀ ਬਹੁਤੀ ਜਿਹੜੀ ਸ਼ਮੂਲੀਅਤ ਹੈ ਉਹ ਵਧੀ ਹੈ ਡੋਮੈਸਟਿਕ ਐਕਟੀਵਿਟੀਜ਼ ਦੇ ਵਿੱਚ, ਅਨਪੇਡ ਲੇਬਰ ਦੇ ਵਿੱਚ ਜਿਹੜੀ ਹੈਗੀ ਉਹਨਾਂ ਦੀ ਐਕਟੀਵਿਟੀ ਜਿਹੜੀ ਇਸ ਸਮੇਂ ਦੇ ਦੌਰਾਨ ਦੇ ਵਿੱਚ ਉਹ ਕਾਫੀ ਵਾਧਾ ਹੋਇਆ ਹੈ। ਹੁਣ ਜਿਹੜੇ ਇੰਪਲੋਇਮੈਂਟ ਸਰਵੇ ਆ ਸਾਡੇ ਜਿੰਨੇ ਵੀ ਆਰਥਿਕ ਸਰਵੇਖਣ ਜਿਹੜੇ ਭਾਰਤ ਦੇ ਹੈਗੇ ਆ ਉਹ ਕੰਮ ਨੂੰ ਮਤਲਬ ਕਈ ਤਰੀਕਿਆਂ ਨਾਲ ਮਾਪਦੇ ਨੇ। ਤੇ ਸਭ ਤੋਂ ਇੰਟਰਸਟਿੰਗ ਗੱਲ ਇਹ ਆ ਕਿ ਵੀ ਔਰਤਾਂ ਦਾ ਕੰਮ ਤੇ ਆਦਮੀਆਂ ਦਾ ਕੰਮ ਕਈ ਥਾਵਾਂ ਦੇ ਉੱਤੇ ਵੱਖਰੇ ਤਰੀਕੇ ਨਾਲ ਦਰਜ ਕੀਤਾ ਜਾਂਦਾ। ਮੈਂ ਆਪਣੀ ਇਸ ਗੱਲ ਨੂੰ ਸਾਬਤ ਕਰਨ ਵਾਸਤੇ ਦੋ ਐਗਜ਼ਾਮਪਲ ਲੈਣੀ ਆ। ਜਿਵੇਂ ਕਿ ਪਸ਼ੂ ਸਾਂਭਣ ਦਾ ਕੰਮ ਹੈ ਤਾਂ ਐਨੀਮਲ ਹੈਲਥ ਦਾ ਜਿਹੜਾ ਹੈਗਾ ਆਪਾਂ ਐਨੀਮਲ ਕੇਅਰ ਹੋ ਗਈ, ਪੱਠੇ ਪਾਉਣਾ, ਦੁੱਧ ਚੋਣਾ ਤੇ ਉਹਦੀ ਸਾਂਭ ਸੰਭਾਲ ਕਰਨੀ ਹੈ ਜਿਹੜੀ ਵੀ ਜੇ ਉਹ ਕੰਮ ਮਰਦ ਕਰਦਾ ਹੈ, ਘਰ ਦਾ ਮਰਦ ਮੈਂਬਰ ਕਰਦਾ ਤਾਂ ਉਹਨੂੰ ਅਨਪੇਡ ਫੈਮਿਲੀ ਲੇਬਰ ਦੇ ਵਿੱਚ ਗਿਣਿਆ ਜਾਂਦਾ, ਗੈਰ ਉਜਰਤੀ ਕਿਰਤ, ਪਰ ਉਹਨੂੰ ਕਿਰਤ ਕਿਹਾ ਜਾਂਦਾ ਉਹਨੂੰ। ਪਰ ਜੇ ਉਹੀ ਕੰਮ ਜੇ ਘਰ ਦੀ ਔਰਤ ਕਰਦੀ ਹੈ ਤਾਂ ਉਹਨੂੰ ਮਤਲਬ ਐਕਟੀਵਿਟੀ ਫॉर ਸੈਲਫ ਕੰਜ਼ੰਪਸ਼ਨ ਮੰਨਿਆ ਜਾਂਦਾ, ਹਾਊਸ ਹੋਲਡ ਕੰਜ਼ੰਪਸ਼ਨ। ਤਾਂ ਉਹੀ ਕੰਮ ਉਨੀਓ ਐਫਰਟ ਜਦੋਂ ਉਹ ਔਰਤ ਦੁਆਰਾ ਕੀਤੀ ਜਾਂਦੀ ਹੈ ਤਾਂ ਉਹ ਇੱਕ ਨਾਨ ਵਰਕ ਐਕਟੀਵਿਟੀ ਮੰਨੀ ਜਾਂਦੀ ਹੈ, ਜਦੋਂ ਮਤਲਬ ਘਰ ਦਾ ਮਰਦ ਜਦੋਂ ਉਸ ਕੰਮ ਨੂੰ ਕਰ ਰਿਹਾ ਤਾਂ ਉਹ ਇੱਕ ਵਰਕ ਰਿਲੇਟਡ ਜਾਂ ਲੇਬਰ ਮਾਰਕੀਟ ਨਾਲ ਰਿਲੇਟਡ ਜਿਹੜੀ ਹੈਗੀ ਐਕਟੀਵਿਟੀ ਮੰਨ ਲਈ ਜਾਂਦੀ ਹੈ। ਮੰਨ ਲਿਆ ਜਾਂਦਾ ਕਿ ਉਹ ਕਿਰਤ ਹੈ ਤੇ ਪਰ ਨਹੀਂ ਕਹਿੰਦੇ ਆ ਵੀ ਉਹਨੂੰ ਉਹਦੇ ਬਦਲੇ ਵਿੱਚ ਉਜਰਤ ਨਹੀਂ ਮਿਲਦੀ ਹੈਗੀ, ਉਹ ਗੈਰ ਉਜਰਤੀ ਕਿਰਤ ਹੈ, ਅਨਪੇਡ ਲੇਬਰ। ਤੇ ਇੱਕ ਹੋਰ ਐਗਜ਼ਾਮਪਲ ਇਸ ਗੱਲ ਨੂੰ ਸਮਝਣ ਵਾਸਤੇ ਕਿ ਮੰਨ ਲਓ ਕਿ ਵੀ ਇੱਕ ਘਰ ਦੇ ਵਿੱਚ ਕੋਈ ਬੰਦਾ ਜਿਹੜਾ ਹੈਗਾ ਉਹ ਦਰਜੀ ਹੈ ਤੇ ਉਹ ਲੋਕਾਂ ਦੇ ਕੱਪੜੇ ਸਿਉਂਦਾ, ਤਾਂ ਜੇ ਮਤਲਬ ਉਹ ਸਾਰੀ ਸਿਲਾਈ ਕਰਦਾ ਹੈ ਤਾਂ ਉਹਦੇ ਵਿੱਚ ਜਦੋਂ ਉਹਦੀ ਬੇਟੀ ਹੋ ਸਕਦੀ ਹੈ, ਉਹਦੀ ਘਰ ਵਾਲੀ ਹੋ ਸਕਦੀ ਹੈ ਜਾਂ ਉਹਦਾ ਬੇਟਾ ਵੀ ਹੋ ਸਕਦਾ ਹੈ, ਭਰਾ ਛੋਟਾ ਹੋ ਸਕਦਾ, ਤਾਂ ਉਹ ਬਾਕੀ ਦੇ ਕੰਮ ਜਿਵੇਂ ਕਿ ਮਤਲਬ ਮੰਨ ਲਓ ਕਾਜ ਬਣਾਉਣਾ, ਤਰਪਾਈਆਂ ਕਰਨਾ ਤੇ ਮਤਲਬ ਇਹੋ ਜਿਹੇ ਪਹੁੰਚੇ ਜਿਹੜੇ ਹੈਗੇ ਆ ਉਹ ਬਣਾਉਣੇ, ਵੀ ਇਹੋ ਜਿਹੇ ਕੰਮ ਨੇ ਜਿਹੜੇ ਵੀ ਉਹ ਘਰ ਦੇ ਉਹ ਮੈਂਬਰ ਉਹ ਕਰਦੇ ਨੇ। ਜਦੋਂ ਦਰਜੀ ਦਾ ਉਹ ਕੰਮ ਜਿਹੜਾ ਹੈਗਾ ਘਰ ਦੇ ਬਾਕੀ ਮੈਂਬਰ ਕਰ ਰਹੇ ਨੇ ਤਾਂ ਉਹ ਅਨਪੇਡ ਲੇਬਰ, ਅਨਪੇਡ ਫੈਮਿਲੀ ਲੇਬਰ ਮੰਨੀ ਜਾਂਦੀ ਹੈ, ਮਤਲਬ ਉਹ ਕਿਰਤ ਜਿਹੜਾ ਹੈਗਾ ਸਾਡਾ ਕਿਰਤ ਸ਼ਕਤੀ ਆ ਉਹਦਾ ਹਿੱਸਾ ਮੰਨੀ ਜਾਂਦੀ ਹੈ। ਪਰ ਜੇ ਉਹੀ ਲੇਡੀ ਜਾਂ ਚਾਹੇ ਲੇਡੀ ਕਹਿ ਲਓ ਚਾਹੇ ਉਹ ਦਰਜੀ ਆਪ ਕਹਿ ਲਓ, ਤਾਂ ਕੋਈ ਵੀ ਜਿਹੜਾ ਹੈਗਾ ਮੈਂਬਰ ਹੈ ਉਹ ਆਪਣਾ ਸੂਟ ਆਪ ਸਟਿਚ ਕਰੇ, ਆਪਣੀ ਧੀ ਦਾ ਜਾਂ ਆਪਣੇ ਜਿਹੜੇ ਹੈਗੇ ਆ ਆਪਣੇ ਬੱਚੇ ਦੇ ਕੱਪੜੇ ਆ ਜਿਹੜੇ ਉਹ ਸਟਿਚ ਕਰੇ, ਤਾਂ ਉਹਨੂੰ ਅਸੀਂ ਜਿਹੜੀ ਪ੍ਰੋਡਕਸ਼ਨ ਫॉर ਹਾਊਸ ਹੋਲਡ ਕੰਜ਼ੰਪਸ਼ਨ ਮੰਨਦੇ ਆ। ਤੇ ਉਸ ਜਿਹੜੀਆਂ ਐਫਰਟ ਨੇ ਉਹਨਾਂ ਸਾਰੀਆਂ ਐਫਰਟ ਨੂੰ ਅਸੀਂ ਕਿਰਤ ਸ਼ਕਤੀ ਤੋਂ ਬਾਹਰ ਰੱਖਦੇ ਹਾਂ। ਹੁਣ ਇੱਕੋ ਜਿਹੀ ਐਫਰਟ ਲੱਗੀ ਦੋਨਾਂ ਚੀਜ਼ਾਂ ਦੇ ਉੱਤੇ, ਪਰ ਜੇ ਤੁਸੀਂ ਉਹਨੂੰ ਮੰਡੀ ਵਿੱਚ ਵੇਚਣ ਵਾਸਤੇ ਕੀਤਾ ਤਾਂ ਉਹ ਲੇਬਰ ਫੋਰਸ ਦਾ ਪਾਰਟ ਹੈ, ਜੇ ਤੁਸੀਂ ਉਹਨੂੰ ਘਰ ਦੇ ਉਪਭੋਗ ਵਾਸਤੇ ਕਰ ਲਿਆ ਤਾਂ ਉਹ ਲੇਬਰ ਫੋਰਸ ਦਾ ਪਾਰਟ ਨਹੀਂ ਹੈਗੀ। ਪਰ ਜੇ ਧਿਆਨ ਨਾਲ ਸੋਚਿਆ ਜਾਵੇ ਤਾਂ ਜੇਕਰ ਉਹ ਲੇਡੀ ਨੇ ਆਪਣਾ ਸੂਟ ਆਪ ਬਣਾਇਆ ਤਾਂ ਉਹਨੇ ਜੇ ਉਹ ਸੂਟ ਕਿਸੇ ਹੋਰ ਤੋਂ ਸਵਾਇਆ ਹੁੰਦਾ ਤਾਂ ਉਹਨੂੰ ਉਹਦੇ ਬਦਲੇ ਵਿੱਚ ਉਹਨੇ ਅਦਾਇਗੀ ਕਰਨੀ ਪੈਣੀ ਸੀ, ਤਾਂ ਉਹਨੇ ਉਹ ਪੈਸੇ ਬਚਾਏ, ਤਾਂ ਉਹਨੇ ਕਮਾਇਆ ਨਹੀਂ ਪਰ ਉਹਨੇ ਮਤਲਬ ਆਪਣੀ ਘਰ ਦੀ ਜਿਹੜੀ ਆਰਥਿਕਤਾ ਹੈ ਉਹਦੇ ਵਿੱਚ ਖਰਚਾ ਨਾ ਕਰਕੇ ਉਸ ਖਰਚੇ ਨੂੰ ਬਚਾ ਕੇ ਉਸ ਆਰਥਿਕਤਾ ਦੇ ਵਿੱਚ ਹਿੱਸਾ ਪਾਇਆ। ਚਾਹੇ ਉਹ ਲੇਡੀ ਸੀ ਚਾਹੇ ਉਹ ਬੰਦਾ ਸੀ, ਜਦੋਂ ਉਹ ਆਪਣਾ ਕੰਮ ਆਪ ਕਰਦਾ ਹੈ ਤਾਂ ਉਦੋਂ ਉਹ ਮਤਲਬ ਇੱਕ ਤਰ੍ਹਾਂ ਨਾਲ ਆਰਥਿਕਤਾ ਦੇ ਵਿੱਚ ਕਮਾਈ ਦੇ ਰੂਪ ਵਿੱਚ ਨਹੀਂ ਤਾਂ ਖਰਚੇ ਨੂੰ ਘਟਾਉਣ ਦੇ ਰੂਪ ਦੇ ਵਿੱਚ ਉਹ ਆਪਣੀ ਦੇਣ ਦੇ ਰਿਹਾ। ਤਾਂ ਇਹੋ ਜਿਹੇ
ਕਈ ਤਰ੍ਹਾਂ ਦੇ ਜਿਹੜੇ ਵੱਖਰੇ ਵੱਖਰੇ ਮਾਪ ਨੇ ਜਿਹੜੇ ਕਿ ਔਰਤ ਨੂੰ ਇਸ ਕਿਰਤ ਸ਼ਕਤੀ ਤੋਂ ਬਾਹਰ ਕੱਢ ਦਿੰਦੇ ਨੇ, ਕਿਉਂਕਿ ਔਰਤਾਂ ਦੇ ਬਹੁਤੇ ਕੰਮ ਨੇ ਜਿਹੜੇ ਉਹ ਘਰੇਲੂ ਕੰਮਾਂ ਦੇ ਨਾਲ ਸੰਬੰਧਿਤ ਹੁੰਦੇ ਆ, ਤਾਂ ਉਹਨੂੰ ਉਹਦੇ ਵਿੱਚੋਂ ਬਾਹਰ ਕੱਢ ਦਿੰਦੇ ਆ। ਤੇ ਸਿਰਫ ਇਹ ਭਾਰਤ ਵਿੱਚ ਹੀ ਨਹੀਂ ਹੁੰਦਾ, ਬਹੁਤ ਸਾਰੇ ਸਾਡੇ ਜਿਹੜੇ ਹੈਗੇ ਵਿਕਸਿਤ ਤੇ ਗੈਰ ਵਿਕਸਿਤ ਦੇਸ਼ਾਂ ਦੇ ਵਿੱਚ, ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਇਹ ਟੈਂਡੈਂਸੀਜ਼ ਹੈਗੀਆਂ ਨੇ। ਤਾਂ ਪਿੱਛੇ ਜਿਹੇ ਜਿਹੜੀ ਸਾਡੀ ਇੰਡੀਅਨ ਕਾਉਂਸਲ ਫਾਰ ਲੇਬਰ ਸਟੱਡੀਜ਼ ਦੀ ਸੀਗੀ, ਜਿਹੜੀ ਉਹਨਾਂ ਦੀ ਜਿਹੜੀ ਕਾਨਫਰੰਸ ਆ, ਉਹਨਾਂ ਨੇ 2013 ਦੇ ਵਿੱਚ ਇਹਦੀ ਜਿਹੜੀ ਪਰਿਭਾਸ਼ਾ ਹੈ, ਮਤਲਬ ILO ਦੁਆਰਾ ਦਿੱਤੀ ਗਈ ਆ ਜਿਹੜੀ, ਤਾਂ ਉਹਨੇ ਇਸ ਪਰਿਭਾਸ਼ਾ ਦੇ ਵਿੱਚ ਤਬਦੀਲੀ ਕੀਤੀ। ਤਾਂ ਉਹਨਾਂ ਨੇ ਕਿਹਾ ਕਿ ਵੀ ਹਰੇਕ ਉਹ ਐਕਟੀਵਿਟੀ ਨੂੰ ਅਸੀਂ ਕੰਮ ਕਹਾਂਗੇ ਜਿਹੜੀ ਕਿ ਮਤਲਬ ਉਹਨਾਂ ਵਸਤਾਂ ਤੇ ਸੇਵਾਵਾਂ ਦਾ ਨਿਰਮਾਣ ਕਰਦੀ ਹੈ ਜਿਹੜੀਆਂ ਕਿ ਅਸੀਂ ਆਪਣੇ ਲਈ ਜਾਂ ਅਸੀਂ ਕਿਸੇ ਹੋਰ ਵਾਸਤੇ ਜਿਹੜਾ ਹੈਗਾ ਅਸੀਂ ਪੈਦਾ ਕਰ ਰਹੇ ਹਾਂ। ਹਰੇਕ ਉਹ ਐਕਟੀਵਿਟੀ ਜਿਹੜੀ ਕਿ ਸੈਲਫ ਕੰਜ਼ੰਪਸ਼ਨ ਵਾਸਤੇ ਜਾਂ ਦੂਜਿਆਂ ਵਾਸਤੇ ਅਸੀਂ ਕਰਦੇ ਹਾਂ, ਜਿਹਦੇ ਵਿੱਚ ਕਿ ਟਾਈਮ ਤੇ ਐਫਰਟ ਸਾਡੀ ਲੱਗਦੀ ਹੈ, ਤੇ ਉਹਨੂੰ ਅਸੀਂ ਕੰਮ ਕਹਾਂਗੇ। ਹੁਣ ਇਸ ਹਿਸਾਬ ਦੇ ਨਾਲ ਕੰਮ ਦੇ ਵਿੱਚ ਮਤਲਬ ਸਾਡਾ ਵਰਕ ਫਾਰ ਪੇ ਐਂਡ ਪ੍ਰੋਫਿਟ ਵੀ ਆ ਜਾਂਦਾ, ਕਿਉਂਕਿ ਉਹਦੇ ਵਿੱਚ ਅਸੀਂ ਜੋ ਕੰਮ ਕਰ ਰਹੇ ਹਾਂ ਉਹ ਅਸੀਂ ਆਮਦਨ ਨੂੰ ਹਾਸਲ ਕਰਨ ਵਾਸਤੇ ਕਰ ਰਹੇ ਹਾਂ। ਤਾਂ ਵਰਕ ਫਾਰ ਪੇ ਐਂਡ ਪ੍ਰੋਫਿਟ ਅਸਲ ਦੇ ਵਿੱਚ ਕਿਰਤ ਹੈ ਜਿਹੜੀ, ਉਹ ਅਸਲ ਦੇ ਵਿੱਚ ਕੰਮ ਦਾ ਹਿੱਸਾ ਬਣ ਜਾਂਦੀ ਹੈ। ਇੱਥੇ ਅਸੀਂ ਕਿਰਤ ਤੇ ਕੰਮ ਦੇ ਵਿਚਕਾਰ ਅਸੀਂ ਜਿਹੜਾ ਹੈਗਾ ਡਿਫਰੈਂਸ਼ੀਏਟ ਕਰਦੇ ਹਾਂ ਵੀ ਅਸੀਂ ਜਦੋਂ ਅਸੀਂ ਸ਼ਬਦ ਕਿਰਤ ਵਾਸਤੇ ਯੂਜ਼ ਕਰਦੇ ਹਾਂ ਤਾਂ ਕਿਰਤ ਦਾ ਮਤਲਬ ਉਹ ਸਿਰਫ ਲੇਬਰ ਮਾਰਕੀਟ ਵਾਸਤੇ ਜਾਂ ਪੇਡ ਵਰਕ ਹੈ ਜਿਹੜਾ ਵੀ ਅਸੀਂ ਉਹਨੂੰ ਮੰਨਦੇ ਹਾਂ। ਪਰ ਜਿਹੜਾ ਵਰਕ ਇੱਕ ਬ੍ਰੌਡਰ ਕੈਟੇਗਰੀ ਹੈ, ਵਰਕ ਦੇ ਵਿੱਚ ਅਸੀਂ ਪੇਡ ਵਰਕ ਵੀ ਲਵਾਂਗੇ ਜਿਹੜਾ ਕਿ ਅਸੀਂ ਮਾਰਕੀਟ ਵਾਸਤੇ ਕੀਤਾ, ਅਸੀਂ ਪੇ ਵਾਸਤੇ ਕੀਤਾ, ਅਸੀਂ ਪ੍ਰੋਫਿਟ ਵਾਸਤੇ ਕੀਤਾ। ਅਸੀਂ ਉਹ ਕੰਮ ਵੀ ਲਵਾਂਗੇ ਜਿਹੜਾ ਕਿ ਅਸੀਂ ਆਪਣੇ ਘਰ ਦੇ ਮੈਂਬਰਾਂ ਦੇ ਵਾਸਤੇ ਜਾਂ ਅਸੀਂ ਈਵਨ ਆਪਣੀ ਸੈਲਫ ਕੰਜ਼ੰਪਸ਼ਨ ਵਾਸਤੇ ਅਸੀਂ ਜਿਹੜੀਆਂ ਐਫਰਟਸ ਕੀਤੀਆਂ ਉਹ ਵੀ ਕੰਮ ਦੇ ਵਿੱਚ ਸ਼ਾਮਲ ਨੇ। ਇੱਥੋਂ ਤੱਕ ਕਿ ਜੇ ਅਸੀਂ ਕੋਈ ਟ੍ਰੇਨਿੰਗ ਵਗੈਰਾ ਦੇ ਵਿੱਚ ਅਸੀਂ ਆਪਣੀ ਐਫਰਟ ਲਗਾਉਂਦੇ ਹਾਂ ਤਾਂ ਉਹਦੇ ਸਾਨੂੰ ਚਾਹੇ ਉਨੀ ਕੁ ਦੇਰ ਵਾਸਤੇ ਕੁਝ ਵੀ ਪੈਸੇ ਨਹੀਂ ਮਿਲ ਰਹੇ, ਪਰ ਕਿਉਂਕਿ ਉਹਨੇ ਬਾਅਦ ਵਿੱਚੋਂ ਉਹਨੇ ਗੁੱਡਸ ਐਂਡ ਸਰਵਿਸਿਜ਼ ਦੇ ਨਿਰਮਾਣ ਦੇ ਵਿੱਚ ਉਹਦਾ ਸਿੱਟਾ ਨਿਕਲਣਾ ਹੈ, ਇਸ ਕਰਕੇ ਜਿਹੜੀ ਉਹ ਅਨਪੇਡ ਟ੍ਰੇਨਿੰਗ ਦਾ ਪੀਰੀਅਡ ਹੈ ਉਹ ਵੀ ਕੰਮ ਦੇ ਵਿੱਚ ਗਿਣਿਆ ਜਾਂਦਾ। ਤੇ ਜਿਹੜੀਆਂ ਸਾਡੀਆਂ ਨਾਨ ਪ੍ਰੋਫਿਟ ਜਿਹੜੀਆਂ ਲੋਕਾਂ ਦੀ ਸੇਵਾ ਦੀਆਂ ਚੈਰਿਟੀ ਦੇ ਜਿਹੜੇ ਸਾਡੇ ਕੰਮ ਨੇ ਜਿਨ੍ਹਾਂ ਵੀ ਸਾਡੀ ਕੇ ਟਾਈਮ ਤੇ ਐਫਰਟ ਲੱਗਦੀ ਹੈ ਤਾਂ ਉਹ ਵੀ ਕੰਮ ਦਾ ਹਿੱਸਾ ਬਣਦੇ ਨੇ। ਤਾਂ ਸਾਡਾ ਫੋਕਸ ਇੱਥੇ ਪੇਡ ਤੇ ਅਨਪੇਡ ਲੇਬਰ ਦੇ ਆਧਾਰ ਦੇ ਉੱਤੇ ਹੈ। ਤਾਂ ਇਹਦਾ ਮਤਲਬ ਕਿ ਕੰਮ ਸਿਰਫ ਉਹੀ ਨਹੀਂ ਜਿਹੜਾ ਕਿ ਅਸੀਂ ਮੰਡੀ ਵਾਸਤੇ ਕਰੀਏ, ਕੰਮ ਦੇ ਵਿੱਚ ਉਹ ਚੀਜ਼ਾਂ ਉਹ ਐਕਟੀਵਿਟੀਜ਼ ਵੀ ਸ਼ਾਮਲ ਨੇ ਜਿਹੜੀਆਂ ਕਿ ਅਸੀਂ ਆਪਣੇ ਘਰਦਿਆਂ ਦੇ ਵਾਸਤੇ ਜਾਂ ਆਪਣੀ ਸੈਲਫ ਕੰਜ਼ੰਪਸ਼ਨ ਵਾਸਤੇ ਅਸੀਂ ਖਰਚ ਕਰਦੇ ਹਾਂ। ਤਾਂ ਜਦੋਂ ਇਸ ਚੀਜ਼ ਨੂੰ ਰਾਸ਼ਟਰੀ ਆਮਦਨ ਦੇ ਵਿੱਚ ਜੇ ਮਾਪਣਾ ਹੋਵੇ, ਕਿਉਂਕਿ ਸਾਡੀ ਜਿਹੜੀ ਰਾਸ਼ਟਰੀ ਆਮਦਨ ਹੈ ਉਹ ਸਿਰਫ ਤੇ ਸਿਰਫ ਜਿਹੜੀਆਂ ਚੀਜ਼ਾਂ ਅਸੀਂ ਬਾਜ਼ਾਰ ਦੇ ਵਿੱਚ ਵੇਚਦੇ ਹਾਂ ਸਿਰਫ ਉਹਨਾਂ ਦੇ ਮੁੱਲ ਨੂੰ ਵਿੱਚ ਸ਼ਾਮਲ ਕਰਦੀ ਹੈ, ਤੇ ਜਿਹੜੀਆਂ ਮਤਲਬ ਘਰੇਲੂ ਵਸਤੂਆਂ ਨੇ ਅਸੀਂ ਉਹਨਾਂ ਨੂੰ ਉਹਦੇ ਵਿੱਚ ਸ਼ਾਮਲ ਨਹੀਂ ਕਰਦੇ ਹੈਗੇ। ਤਾਂ ਜੇ ਉਹਨੂੰ ਰਾਸ਼ਟਰੀ ਆਮਦਨ ਦੇ ਵਿੱਚ ਮਾਪਣਾ ਵਿੱਚ ਸ਼ਾਮਲ ਕਰਨਾ ਹੋਵੇ ਤਾਂ ਇਸ ਕੰਮ ਦੇ ਮੁੱਲ ਨੂੰ ਅੰਕਿਤ ਕਰਨ ਵਾਸਤੇ ਆਮ ਕਰਕੇ ਇਸ ਕੰਮ ਨੂੰ 2-3 ਹਿੱਸਿਆਂ ਵਿੱਚ ਵੰਡ ਲਿਆ ਜਾਂਦਾ, ਕਿਉਂਕਿ ਜਦੋਂ ਆਪਾਂ ਪੂਰੇ ਦਿਨ ਦਾ ਕੰਮ ਆਪਾਂ ਦੇਖੀਏ ਤਾਂ ਕੁਝ ਕੰਮ ਸਾਡੇ ਇਹੋ ਜਿਹੇ ਨੇ ਜਿਹੜੇ ਕਿ ਅਸੀਂ ਬਾਜ਼ਾਰ ਵਾਸਤੇ ਕਰਦੇ ਹਾਂ, ਕੁਝ ਕੰਮ ਅਸੀਂ ਸੈਲਫ ਕੰਜ਼ੰਪਸ਼ਨ ਵਾਸਤੇ ਕਰਦੇ ਹਾਂ, ਕੁਝ ਅਸੀਂ ਕੰਮ ਸਿਰਫ ਨਿਰੋਲ ਆਪਣੇ ਵਾਸਤੇ ਕਰਦੇ ਹਾਂ। ਸਾਡੀਆਂ ਜਿਹੜੀਆਂ ਪਰਸਨਲ ਐਕਟੀਵਿਟੀਜ਼ ਨੇ, ਪਰਸਨਲ ਕੇਅਰ ਦੀਆਂ ਐਕਟੀਵਿਟੀਜ਼ ਨੇ, ਅਸੀਂ ਉਹਨਾਂ ਵਾਸਤੇ ਕਰਦੇ ਹਾਂ। ਤਾਂ ਜਿਹੜੀਆਂ ਸਾਡੀਆਂ ਮਤਲਬ ਇਹੋ ਜਿਹੀਆਂ ਐਕਟੀਵਿਟੀਜ਼ ਨੇ ਜਿਨ੍ਹਾਂ ਦੇ ਬਾਰੇ ਅਸੀਂ ਕਹਿੰਦੇ ਹਾਂ ਕਿ ਵੀ ਉਹ ਅਨਪੇਡ ਰਹਿ ਜਾਂਦੀਆਂ ਨੇ, ਅਸੀਂ ਦੂਜਿਆਂ ਵਾਸਤੇ ਅਸੀਂ ਕਰ ਰਹੇ ਹਾਂ, ਤਾਂ ਉਹਨਾਂ ਵਾਸਤੇ ਜਿਹੜੀ ਹੈਗੀ ਉਹਨਾਂ ਨੂੰ ਕਿਵੇਂ ਪਛਾਣਿਆ ਜਾਵੇ ਜਾਂ ਉਹਨਾਂ ਨੂੰ ਪਰਸਨਲ ਕੇਅਰ ਤੋਂ ਕਿਵੇਂ ਵੱਖਰਾ ਕੀਤਾ ਜਾਵੇ, ਤਾਂ ਉਹਦੇ ਵਾਸਤੇ ਇੱਕ ਫਾਰਮੂਲਾ ਜਿਹੜਾ ਹੈਗਾ ਉਹ ਆਮ ਕਰਕੇ ਮੰਨਿਆ ਜਾਂਦਾ ਹੈ, ਜਿਹੜਾ ਕਿ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਸਰਵੇਖਣਾਂ ਦੇ ਵਿੱਚ ਵਰਤਿਆ ਵੀ ਜਾਂਦਾ ਹੈ। ਉਹ ਹੈਗਾ ਕਿ ਵੀ ਤੁਸੀਂ ਆਪਣੀ ਉਸ ਐਕਟੀਵਿਟੀ ਨੂੰ, ਜਿਹੜੀ ਐਕਟੀਵਿਟੀ ਨੂੰ ਤੁਸੀਂ ਦੂਸਰੇ ਨੂੰ ਡੈਲੀਗੇਟ ਕਰ ਸਕਦੇ ਹੋ, ਤਾਂ ਉਹ ਕੰਮ ਹੈ। ਜਿਵੇਂ ਉਦਾਹਰਨ ਦੇ ਤੌਰ ਦੇ ਉੱਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਮਰਦਾਂ ਦੇ ਉੱਤੇ ਆਪਾਂ ਜੇ ਦੇ ਹਿਸਾਬ ਨਾਲ ਲਾਈਏ ਕਿ ਜੇ ਮਰਦ ਆ ਜਿਹੜਾ ਉਹ ਆਪਣੀ ਪਤਨੀ ਨੂੰ ਕੰਮ ਦੀ ਥਾਂ ਦੇ ਉੱਤੇ ਕਾਰ ਦੇ ਉੱਤੇ ਜਾਂ ਸਕੂਟਰ ਦੇ ਉੱਤੇ ਛੱਡ ਕੇ ਆਵੇ ਜਾਂ ਉਹ ਆਪਣੇ ਬੱਚੇ ਨੂੰ ਸਕੂਲ ਤੱਕ ਛੱਡ ਕੇ ਆਵੇ ਤਾਂ ਇਹ ਕੰਮ ਗਿਣਿਆ ਜਾਊਗਾ, ਕਿਉਂਕਿ ਉਹਦੀ ਇਸ ਐਕਟੀਵਿਟੀ ਨੂੰ ਡੈਲੀਗੇਟ ਕੀਤਾ ਜਾ ਸਕਦਾ ਸੀਗਾ ਕਿਸੇ ਹਾਇਰਡ ਲੇਬਰ ਦੇ ਉੱਤੇ। ਜਿਵੇਂ ਮੰਨ ਲਓ ਕਿ ਉਹ ਇੱਕ ਟੈਕਸੀ ਕਰਵਾ ਕੇ ਦੇ ਸਕਦਾ ਸੀਗਾ, ਜਾਂ ਉਹ ਇੱਕ ਰਿਕਸ਼ੇ ਵਾਲੇ ਨੂੰ ਰੱਖ ਸਕਦਾ ਸੀ, ਜਾਂ ਉਹ ਆਪਣੀ ਕਾਰ ਦੇ ਉੱਤੇ ਇੱਕ ਡਰਾਈਵਰ ਰੱਖ ਸਕਦਾ ਸੀਗਾ, ਤਾਂ ਉਹਦੀ ਐਬਸੈਂਸ ਦੇ ਵਿੱਚ ਵੀ ਪੈਸੇ ਦੇ ਕੇ ਉਹ ਕੰਮ ਕੀਤਾ ਜਾ ਸਕਦਾ ਸੀਗਾ। ਤਾਂ ਇਸ ਤਰੀਕੇ ਨਾਲ ਉਹਦੀ ਇਹ ਐਕਟੀਵਿਟੀ ਘਰ ਵਾਲੀ ਨੂੰ ਛੱਡ ਕੇ ਆਉਣਾ ਜਾਂ ਬੱਚਿਆਂ ਨੂੰ ਛੱਡ ਕੇ ਆਉਣਾ, ਲੈ ਕੇ ਆਉਣਾ, ਤਾਂ ਉਹਦੀ ਇਹ ਐਕਟੀਵਿਟੀ ਕੰਮ ਬਣਦੀ ਹੈ। ਇਸੇ ਤਰੀਕੇ ਨਾਲ ਔਰਤਾਂ ਦੇ ਕੇਸ ਦੇ ਵਿੱਚ ਜਿੰਨਾ ਵੀ ਉਹ ਘਰੇਲੂ ਕੰਮ ਕਰਦੀਆਂ ਨੇ, ਸਫਾਈ ਦਾ, ਰੋਟੀ ਬਣਾਉਣ ਦਾ, ਇਹ ਸਾਰਾ ਕੁਝ ਜਿਹੜਾ ਇਹ ਸਾਰੇ ਕੰਮ ਨੇ ਜਿਹੜੇ ਇਹ ਡੈਲੀਗੇਟ ਕੀਤੇ ਜਾ ਸਕਦੇ ਨੇ, ਇਹ ਕਿਸੇ ਹੋਰ ਨੂੰ ਦਿੱਤੇ ਜਾ ਸਕਦੇ ਆ ਪੈਸੇ ਦੇ ਬਦਲੇ ਵਿੱਚ ਜਾਂ ਹੋਰਾਂ ਵਸਤੂਆਂ ਦੇ ਬਦਲ ਦੇ ਵਿੱਚ ਅਸੀਂ ਜਿਹੜਾ ਹੈਗਾ ਇਹ ਕੰਮ ਕਿਸੇ ਹੋਰ ਤੋਂ ਕਰਵਾ ਸਕਦੇ ਆ। ਇਹ ਸਾਡੀ ਐਬਸੈਂਸ ਦੇ ਵਿੱਚ ਵੀ ਹੋ ਸਕਦੇ ਨੇ, ਤੇ ਇਸ ਕਰਕੇ ਇਹ ਕੰਮ ਕਹਾਉਂਦੇ ਨੇ।
ਤਾਂ ਇਹਨੂੰ ਹੋਰ ਬਿਹਤਰ ਸਮਝਣ ਵਾਸਤੇ ਤੁਸੀਂ ਮਤਲਬ ਇਹ ਕਹਿ ਸਕਦੇ ਹੋ ਕਿ ਵੀ ਉਹ ਕੰਮ ਨੇ ਜਿਹੜੇ ਕਿ ਅਸੀਂ ਆਪਣੇ ਤੋਂ ਵੱਖਰੇ ਨਹੀਂ ਕਰ ਸਕਦੇ, ਜਿਵੇਂ ਕਿ ਸੌਣਾ। ਹੁਣ ਜਿਹੜੀ ਨੀਂਦ ਹੈ ਉਹ ਕਿਸੇ ਨੂੰ ਪੈਸੇ ਦੇ ਕੇ ਪੂਰੀ ਨਹੀਂ ਕੀਤੀ ਜਾ ਸਕਦੀ, ਜਿਵੇਂ ਕਿ ਯੋਗਾ, ਐਕਸਰਸਾਈਜ਼, ਐਂਟਰਟੇਨਮੈਂਟ, ਭਗਤੀ, ਇਹ ਸਾਰਾ ਕੁਝ ਮਤਲਬ ਉਹ ਕਿਰਿਆਵਾਂ ਨੇ ਜਿਹੜੀਆਂ ਕਿ ਸਾਡੇ ਤੋਂ ਵੱਖਰੀਆਂ ਨਹੀਂ ਕੀਤੀਆਂ ਜਾ ਸਕਦੀਆਂ, ਸਾਨੂੰ ਜਾਂ ਇਹ ਖੁਦ ਕਰਨੀਆਂ ਪੈਣਗੀਆਂ। ਮਤਲਬ ਇਹ ਨਹੀਂ ਹੋ ਸਕਦਾ ਹੈਗਾ ਕਿ ਵੀ ਜੇ ਮੈਂ ਮਤਲਬ ਐਕਸਰਸਾਈਜ਼ ਦੇ ਮੋਡ ਦੇ ਵਿੱਚ ਆ ਤਾਂ ਮੈਂ ਕਿਸੇ ਨੂੰ ਕਹਾਂ ਕਿ ਮੈਂ ਅੱਜ ਕੱਲ੍ਹ ਬਹੁਤ ਬਿਜ਼ੀ ਆ, ਵੀ ਤੂੰ 500 ਰੁਪਏ ਮਹੀਨੇ ਦੇ ਲੈ ਲਿਆ ਕਰ ਤੇ ਮੇਰੀ ਥਾਂ ਤੇ ਐਕਸਰਸਾਈਜ਼ ਕਰ ਲਿਆ ਕਰ, ਤਾਂ ਫਿਰ ਉਹਦਾ ਮੈਨੂੰ ਕੋਈ ਫਾਇਦਾ ਨਹੀਂ ਹੋਣਾ, ਕਿਉਂਕਿ ਉਹ ਮੇਰੀ ਸੈਲਫ ਕੰਜ਼ੰਪਸ਼ਨ ਵਾਸਤੇ ਨਹੀਂ ਵਰਤੀ ਜਾਣੀ। ਇਸ ਕਰਕੇ ਇਹ ਕੰਮ ਨਹੀਂ ਕਹਾਊਗੀ, ਇਹ ਸਾਡੀਆਂ ਪਰਸਨਲ ਕੇਅਰ ਦੇ ਵਿੱਚ ਆਉਣ ਵਾਲੀਆਂ ਚੀਜ਼ਾਂ ਨੇ। ਭਗਤੀ ਦਾ ਜਿਹੜਾ ਸੁੱਖ ਹੈ ਉਹ ਮੈਨੂੰ ਤਾਂ ਹੀ ਮਿਲੂਗਾ ਕਿ ਮੈਂ ਕਿਸੇ ਨੂੰ ਪੈਸੇ ਦੇ ਕੇ ਜਿਹੜਾ ਹੈਗਾ ਵੀ ਉਹਦੇ ਤੋਂ ਕਿਸੇ ਤੋਂ ਪਾਠ ਨਹੀਂ ਕਰਵਾ ਸਕਦੀ, ਉਹ ਮੈਨੂੰ ਤਾਂ ਹੀ ਸੁੱਖ ਮਿਲੂਗਾ ਜੇ ਮੈਂ ਨਹੀਂ ਕਹਿੰਦੇ ਉਹ ਖੁਦ ਕੀਤਾ ਹੋਊਗਾ। ਸੰਗੀਤ ਸੁਣਨ ਦਾ ਸੁੱਖ, ਹੋਰਾਂ ਦੇ ਫਿਲਮ ਦੇਖਣ ਦਾ ਜਿਹੜੀ ਮਤਲਬ ਸਾਡੀ ਅਸੀਂ ਕਹਿ ਸਕਦੇ ਹਾਂ ਐਂਟਰਟੇਨਮੈਂਟ ਹੈ, ਉਹ ਸਾਨੂੰ ਖੁਦ ਕਰਨੀ ਪੈਂਦੀ ਹੈ। ਇਸ ਕਰਕੇ ਇਹ ਚੀਜ਼ਾਂ ਕੰਮ ਦੇ ਵਿੱਚ ਨਹੀਂ ਸ਼ਾਮਲ ਕੀਤੀਆਂ ਜਾਂਦੀਆਂ। ਤਾਂ ਜਦੋਂ ਅਸੀਂ ਕੰਮ ਨੂੰ ਇਸ ਤਰੀਕੇ ਨਾਲ ਡਿਫਾਈਨ ਕਰਦੇ ਹਾਂ ਤੇ ਫਿਰ ਅਸੀਂ ਦੇਖਦੇ ਹਾਂ ਕਿ ਔਰਤਾਂ ਦੀ ਕੰਮ ਦੇ ਵਿੱਚ ਕਿੰਨੀ ਸ਼ਮੂਲੀਅਤ ਹੈ, ਤਾਂ ਔਰਤਾਂ ਦੀ ਜਿਹੜੀ ਸ਼ਮੂਲੀਅਤ ਉਹ ਕਿਤੇ ਜ਼ਿਆਦਾ ਮਰਦਾਂ ਨਾਲੋਂ ਵੱਧ ਜਾਂਦੀ ਹੈ। ਜਦਕਿ ਜੇ ਆਪਾਂ ਟ੍ਰੈਡੀਸ਼ਨਲ ਮੈਥਡ ਦੇ ਨਾਲ ਆਪਾਂ ਉਹਨੂੰ ਅਡਾਪਟ ਕਰੀਏ ਤਾਂ ਐਂ ਲੱਗਦਾ ਹੈ ਕਿ ਵੀ ਜਦੋਂ ਮੈਂ ਇਹ ਕਹਾਂ ਕਿ ਵੀ 21% ਔਰਤਾਂ ਕੰਮ ਕਰ ਰਹੀਆਂ ਨੇ, ਜਾਂ 21 ਨਹੀਂ ਚਲੋ 25% ਕਹਿ ਲਓ, ਜੇ 25% ਵੀ ਆਪਾਂ ਇਹ ਕਹੀਏ ਵੀ ਔਰਤਾਂ ਕੰਮ ਕਰ ਰਹੀਆਂ ਨੇ ਤਾਂ ਇਹਦਾ ਮਤਲਬ ਇਹ ਆ ਕਿ ਹਰੇਕ 4 ਔਰਤਾਂ ਦੇ ਪਿੱਛੇ ਸਿਰਫ ਇੱਕ ਔਰਤ ਕੰਮ ਕਰ ਰਹੀ ਹੈ, 3 ਔਰਤਾਂ ਵਿਹਲੀਆਂ ਨੇ, ਉਹ ਕਿਸੇ ਕੰਮ ਦੇ ਵਿੱਚ ਨਹੀਂ ਲੱਗੀਆਂ ਹੋਈਆਂ। ਪਰ ਜੇ ਆਪਾਂ ਕੰਮ ਨੂੰ ਇਸ ਤਰੀਕੇ ਨਾਲ, ਇਸ ਨਜ਼ਰੀਏ ਦੇ ਨਾਲ ਮਾਪੀਏ ਕਿ ਇਹ ਉਹ ਐਕਟੀਵਿਟੀ ਹੈ ਜਿਹੜੀ ਕਿ ਸੈਲਫ ਕੰਜ਼ੰਪਸ਼ਨ ਵਾਸਤੇ ਤੇ ਦੂਜਿਆਂ ਦੀ ਕੰਜ਼ੰਪਸ਼ਨ ਵਾਸਤੇ ਜਿਹੜੀ ਕੀਤੀ ਜਾਂਦੀ, ਜਿਹੜੀ ਕਿਰਿਆ ਹੈ, ਅਸੀਂ ਉਹਨੂੰ ਕੰਮ ਕਹਾਂਗੇ, ਤਾਂ ਉਸ ਹਿਸਾਬ ਦੇ ਨਾਲ ਔਰਤਾਂ ਦੀ ਜਿਹੜੀ ਕੰਮ ਦੀ ਜਿਹੜੀ ਦਰ ਹੈ ਉਹ ਆਦਮੀਆਂ ਨਾਲੋਂ ਕਿਤੇ ਜ਼ਿਆਦਾ ਹੋ ਜਾਂਦੀ ਹੈ। ਤਾਂ ਕੁੱਲ ਮਿਲਾ ਕੇ ਜਿਹੜੇ ਸਾਡੇ ਅੰਕੜੇ ਦੱਸਦੇ ਨੇ ਉਹ ਇਹ ਹੈ ਕਿ ਫੀਮੇਲ ਦੀ ਜਿਹੜੀ ਹੈਗੀ ਪਾਰਟਿਸਿਪੇਸ਼ਨ ਰੇਟ ਇਹਨਾਂ ਚੀਜ਼ਾਂ ਨੂੰ ਮਿਲਾ ਕੇ 87% ਦੇ ਬਰਾਬਰ ਚਲੀ। ਔਰਤਾਂ ਦਾ ਜਿਹੜਾ ਉਹ ਕੰਮ ਹੈ ਵੀ ਉਹਨੂੰ ਸਾਡੇ ਜਿਹੜੇ ਬਹੁਤ ਸਾਰੇ ਇੰਪਲੋਇਮੈਂਟ ਦੇ ਜਿਹੜੇ ਸਰਵੇਜ਼ ਨੇ ਵੀ ਉਹ ਉਹਨਾਂ ਨੂੰ ਰਿਕੋਗਨਾਈਜ਼ ਨਹੀਂ ਕਰਦੇ ਹੈਗੇ, ਉਸ ਕੰਮ ਨੂੰ ਜਿਹੜਾ ਹੈਗਾ ਉਹਨੂੰ ਪਛਾਣਿਆ ਨਹੀਂ ਜਾ ਰਿਹਾ। ਤੇ ਜੇ ਇਸ ਚੀਜ਼ ਨੂੰ ਮਾਪਿਆ ਜਾਵੇ, ਮੈਨੂੰ ਇਸ ਗੱਲ ਦੇ ਉੱਤੇ ਹੁਣ ਨੀਤੂ ਦੀ ਉਹ ਪੋਸਟ ਯਾਦ ਆ ਰਹੀ ਹੈ, ਜਦੋਂ ਨੀਤੂ ਨੇ ਆਪਦੇ ਇੱਕ ਉਹਦੇ ਤੇ ਫੇਸਬੁੱਕ ਵਾਲ ਦੇ ਉੱਤੇ ਇੱਕ ਪੋਸਟ ਪਾਈ ਸੀ ਕਿ ਜਦੋਂ ਮਤਲਬ ਔਰਤਾਂ ਦੀ ਮੁਸ਼ੱਕਤ ਨੂੰ ਜਿਹੜਾ ਹੈਗਾ ਉਹਨੂੰ ਮਾਪਿਆ ਜਾਊਗਾ ਤਾਂ ਇਸ ਜਿਹੜਾ ਹੈਗਾ ਵਿਸ਼ਵ ਦੀ ਜਿਹੜੀ ਸਭ ਤੋਂ ਵੱਡੀ ਲੁੱਟ ਹੈ ਉਹ ਸਾਹਮਣੇ ਆਊਗੀ। ਤਾਂ ਉਹ ਲੁੱਟ ਅਸਲ ਦੇ ਵਿੱਚ ਉਹਨੂੰ ਮਾਪਣ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਹੋਈਆਂ ਨੇ। ਅਸੀਂ ਵੈਸੇ ਹੀ ਉਸ ਗੱਲ ਦੇ ਉੱਤੇ ਅੱਖਾਂ ਮੀਚੀ ਬੈਠੇ ਹਾਂ, ਕੰਨ ਵਲੇਟੀ ਬੈਠੇ ਹਾਂ। ਤਾਂ ਬਹੁਤ ਸਾਰੇ ਐਸਟੀਮੇਟਸ ਨੇ ਜਿਹੜੇ ਸਾਨੂੰ ਇਹ ਦੱਸ ਰਹੇ ਨੇ ਕਿ ਵੀ ਗਲੋਬਲੀ ਜਿਹੜੇ ਇਸ ਅਨਪੇਡ ਕੇਅਰ ਆ ਜਿਹੜੀ, ਤਾਂ ਇਸ ਅਨਪੇਡ ਕੇਅਰ ਦੇ ਵਿੱਚ ਦੇ ਉੱਤੇ 16.4 ਜਿਹੜੇ ਬਿਲੀਅਨ ਘੰਟੇ ਨੇ ਜਿਹੜੇ ਉਹ ਹਰ ਰੋਜ਼ ਖਰਚ ਹੁੰਦੇ। 16.4 ਬਿਲੀਅਨ ਘੰਟੇ। ਇਹਦਾ ਮਤਲਬ ਕੀ ਹੈ ਕਿ 2 ਬਿਲੀਅਨ ਲੋਕ ਹਰ ਰੋਜ਼ 8 ਘੰਟੇ ਬਿਨਾਂ ਕਿਸੇ ਰੈਮਿਊਨਰੇਸ਼ਨ ਦੇ, ਬਿਨਾਂ ਕਿਸੇ ਪੇ ਦੇ ਉਹ ਕੰਮ ਕਰ ਰਹੇ ਨੇ। ਤਾਂ ਬਿਨਾਂ ਸ਼ੱਕ ਜਿਹੜੀ ਹੈਗੀ ਆ ਵੀ ਪਿਛਲੇ ਬਹੁਤ ਸਾਰੇ ਦਹਾਕਿਆਂ ਤੋਂ ਅਸੀਂ ਇਹ ਕਹਿ ਸਕਦੇ ਹਾਂ ਕਿ ਵੀ ਸਿਰਫ ਇਹ ਨਹੀਂ ਹੈਗਾ ਕਿ ਵੀ ਜਿਹੜੀ ਇਹ ਅਨਪੇਡ ਲੇਬਰ ਹੈ ਉਹ ਸਿਰਫ ਔਰਤਾਂ ਹੀ ਕਰ ਰਹੀਆਂ ਨੇ, ਵੀ ਇਹ ਜਿਹੜੀ ਅਨਪੇਡ ਲੇਬਰ ਇਹ ਮਰਦ ਵੀ ਕਰ ਰਹੇ ਨੇ, ਤੇ ਬਲਕਿ ਮਰਦਾਂ ਨੇ ਇਹ ਕੰਮ ਕਰਨਾ ਹੈ ਜਿਹੜਾ ਉਹ ਵਧਾ ਦਿੱਤਾ ਹੋਇਆ। ਪਰ ਜਿਸ ਗਤੀ ਦੇ ਉੱਤੇ ਇਹ ਕੰਮ ਵਧਿਆ ਉਹਨਾਂ ਦਾ, ਮਰਦਾਂ ਦਾ ਜਿਹੜਾ ਹੈਗਾ, ਜਿਸ ਗਤੀ ਦੇ ਉੱਤੇ ਇਹਦੇ ਵਿੱਚ ਵਾਧਾ ਹੋਇਆ ਹੈ, ਜੇ ਅਸੀਂ ਉਸ ਗਤੀ ਨੂੰ ਉਹਦੇ ਉੱਤੇ ਅਸੀਂ ਸੰਤੁਸ਼ਟ ਰਹੀਏ ਤਾਂ ਔਰਤਾਂ ਤੇ ਮਰਦਾਂ ਦੇ ਵਿੱਚ ਕੰਮ ਦੀ ਬਰਾਬਰੀ ਹੋਣ ਦੇ ਵਿੱਚ ਹਜੇ 210 ਸਾਲ ਹੋਰ ਲੱਗ ਜਾਣਗੇ। 210 ਸਾਲ। ਤੇ ਭਾਰਤ ਦੇ ਵਿੱਚ ਇਹ 300 ਤੋਂ ਵੀ ਵਧੇਰੇ ਸਾਲ ਹੋਣਗੇ ਵੀ ਜੇ ਅਸੀਂ ਔਰਤਾਂ ਤੇ ਮਰਦਾਂ ਦੇ ਨੂੰ ਅਸੀਂ ਇੱਕ ਬਰਾਬਰ ਦੇ ਲੈਵਲ ਦੇ ਉੱਤੇ ਲੈ ਕੇ ਆਉਣਾ ਹੋਵੇ। ਕਿਉਂਕਿ ਅਨਪੇਡ ਲੇਬਰ ਦੇ ਸੰਬੰਧ ਦੇ ਵਿੱਚ ਜਿਹੜੀਆਂ ਭਾਰਤੀ ਔਰਤਾਂ ਨੇ ਉਹ ਸੰਸਾਰ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਆਉਂਦੀਆਂ ਨੇ, ਕਜ਼ਾਕਿਸਤਾਨ ਤੋਂ ਬਾਅਦ। ਸਭ ਤੋਂ ਜ਼ਿਆਦਾ ਜਿਹੜਾ ਹੈਗਾ ਕੰਮ ਹੈ ਅਨਪੇਡ ਲੇਬਰ ਦੇ ਉੱਤੇ ਉਹ ਕਜ਼ਾਕਿਸਤਾਨ ਦੇ ਵਿੱਚ ਕੀਤਾ ਜਾਂਦਾ। ਤਾਂ ਜੇ ਮਤਲਬ ਇਸੇ ਕੰਮ ਨੂੰ ਜਿਵੇਂ ਕਿ ਇਕੋਨੋਮਿਸਟ ਨੇ ਜਿਹੜੇ, ਜਾਂ ਬਹੁਤ ਸਾਨੂੰ ਕਈ ਵਾਰੀ ਅੰਕੜਿਆਂ ਦੀ ਭਾਸ਼ਾ ਸਾਨੂੰ ਵੱਧ ਸਮਝ ਆਉਂਦੀ ਹੈ, ਵੀ ਜੇ ਅਸੀਂ ਉਸ ਹਿਸਾਬ ਦੇ ਨਾਲ ਅਸੀਂ ਦੇਖੀਏ ਤਾਂ ਸਾਡੀ ਜਿਹੜੀ GDP ਦਾ ਲਗਭਗ ਜਿਹੜਾ 3.5% ਹਿੱਸਾ ਹੈ ਜਿਹੜਾ ਉਹ ਔਰਤਾਂ ਦੇ ਇਸ ਕੰਮ ਦਾ ਹੈ।
ਜੇ ਇਸ ਕੰਮ ਨੂੰ ਦਾ ਮੁੱਲ ਪਾਇਆ ਜਾਵੇ ਤਾਂ ਉਹ 3.5% ਬਣ ਜਾਂਦਾ, ਜਿਹਦੇ ਵਿੱਚੋਂ 3.1% ਹਿੱਸਾ ਬਣਦਾ ਏ ਔਰਤਾਂ ਦਾ ਤੇ 0.4% ਹਿੱਸਾ ਹੈ ਜਿਹੜਾ ਉਹ ਮਰਦਾਂ ਦਾ ਬਣਦਾ। ਤਾਂ 297 ਮਿੰਟ ਸਾਡੀ ਭਾਰਤੀ ਔਰਤ ਹਰ ਰੋਜ਼ ਜਿਹੜਾ ਹੈਗਾ ਉਹ ਇਹਨਾਂ ਅਨਪੇਡ ਕੇਅਰ ਐਕਟੀਵਿਟੀਜ਼ ਦੇ ਉੱਤੇ ਖਰਚ ਕਰਦੀ ਹੈ। ਜਦੋਂ ਮੈਂ ਇਹ ਵਰਡ ਕੇਅਰ ਯੂਜ਼ ਕਰ ਰਹੀ ਹਾਂ ਤਾਂ ਕੇਅਰ ਦਾ ਮਤਲਬ ਸਿਰਫ ਇਹ ਬਿਮਾਰ ਦੀ ਕੇਅਰ ਨਹੀਂ ਹੈਗੀ, ਤਾਂ ਮੈਂ ਇਸ ਬਾਰੇ ਸਪਸ਼ਟ ਕਰਦਾ ਵੀ ਜਿਹੜੀ ਕੇਅਰ ਐਕਟੀਵਿਟੀ ਹੁੰਦੀ ਹੈ ਤਾਂ ਕੇਅਰ ਐਕਟੀਵਿਟੀ ਡਾਇਰੈਕਟ ਕੇਅਰ ਹੁੰਦੀ ਹੈ, ਜਿਹਦੇ ਵਿੱਚ ਕਿ ਅਸੀਂ ਬੱਚੇ ਨੂੰ ਫੀਡ ਕਰਨਾ, ਬੱਚੇ ਨੂੰ ਨਹਾਉਣਾ ਜਾਂ ਬੱਚੇ ਦਾ ਜਿਹੜਾ ਹੈਗਾ ਬੱਚੇ ਦਾ ਧਿਆਨ ਰੱਖਣਾ ਉਹ ਉਹਦੇ ਵਿੱਚ ਸ਼ਾਮਲ ਹੈ। ਬਿਮਾਰ ਦਾ ਧਿਆਨ ਰੱਖਣਾ, ਬਿਮਾਰ ਨੂੰ ਨਹਾਉਣਾ, ਉਹਦੀ ਸਾਫ਼ ਸਫਾਈ ਤੇ ਜਿਹੜਾ ਹੈਗਾ ਉਹਦੀ ਸੇਵਾ ਉਹ ਉਹਦੇ 'ਚ ਸ਼ਾਮਲ ਨੇ। ਪਰ ਜਿਹੜੀ ਹੈਗੀ ਇਨਡਾਇਰੈਕਟ ਐਕਟੀਵਿਟੀਜ਼ ਨੇ, ਜਿਵੇਂ ਘਰ ਦੀ ਸਾਂਭ ਸੰਭਾਲ, ਰੋਟੀ ਬਣਾਉਣੀ, ਕੱਪੜੇ ਧੋਣੇ, ਇਹ ਸਾਰਾ ਕੁਝ ਜਿਹੜਾ ਹੈਗਾ ਉਹ ਇਨਡਾਇਰੈਕਟ ਕੇਅਰ ਮੰਨਿਆ ਜਾਂਦਾ, ਪਰ ਉਹ ਵੀ ਕੇਅਰ ਦਾ ਹਿੱਸਾ ਹੈ। ਤੇ ਜੇ ਇਹ ਸਾਰੀਆਂ ਕੇਅਰ ਐਕਟੀਵਿਟੀਜ਼ ਦੇ ਉੱਤੇ ਕਰੀਏ ਤਾਂ ਹਰੇਕ ਔਰਤ ਹਰ ਰੋਜ਼ 297 ਮਿੰਟ ਨੇ ਜਿਹੜੇ ਉਹ ਇਹਨਾਂ ਐਕਟੀਵਿਟੀਜ਼ ਉੱਤੇ ਖਰਚ ਕਰਦੀ ਹੈ, ਜਦਕਿ ਜਿਹੜੇ ਮਰਦਾਂ ਦੇ ਜਿਹੜੇ ਇਹ ਜਿਹੜਾ ਸਮਾਂ ਹੈ ਉਹ 31 ਮਿੰਟ ਹੈ। ਹੁਣ ਇਸ ਹਿਸਾਬ ਦੇ ਨਾਲ ਜੇ ਆਪਾਂ ਇਹ ਸੋਚੀਏ ਕਿ ਵੀ 8 ਘੰਟੇ ਦਾ ਜਿਹੜਾ ਹੈਗਾ ਵੀ ਇੱਕ ਵਰਕਿੰਗ ਡੇ ਹੋਇਆ ਜਾਂ 24 ਘੰਟੇ ਦਾ ਚਲੋ ਇੱਕ ਪੂਰਾ ਦਿਨ ਹੋਇਆ, ਜੇ 24 ਘੰਟੇ ਦੇ ਹਿਸਾਬ ਨਾਲ ਹੀ ਆਪਾਂ ਸੋਚ ਕੇ ਦੇਖੀਏ ਤਾਂ ਹਰੇਕ ਔਰਤ ਦੇ ਜੇ ਆਪਦੀ ਲਾਈਫ ਐਕਸਪੈਕਟੈਂਸੀ ਕੋਈ 60 ਤੋਂ 62 ਸਾਲ ਦੇ ਵਿੱਚ ਹੋਵੇ ਤਾਂ ਹਰੇਕ ਜਿਹੜੀ ਔਰਤ ਹੈ ਉਹਦੇ 10 ਸਾਲ ਸਿਰਫ ਇਹਨਾਂ ਐਕਟੀਵਿਟੀਜ਼ ਦੇ ਉੱਤੇ ਖਰਚ ਹੋ ਜਾਂਦੇ, 10 ਸਾਲ। ਜਦਕਿ ਮਰਦਾਂ ਦੇ ਸੰਬੰਧ ਦੇ ਵਿੱਚ ਜਿਹੜੇ ਹੈਗੇ 4 ਸਾਲ ਨੇ ਜਿਹੜੇ ਉਹ ਇਹਦੇ ਤੇ ਖਰਚ ਹੁੰਦੇ ਆ। ਤਾਂ ਤੁਸੀਂ ਇਹ ਸਮਝ ਲਓ ਕਿ ਤੁਸੀਂ ਆਪਣੀ ਜ਼ਿੰਦਗੀ ਦੇ 10 ਸਾਲ ਉਹ ਕੱਢ ਦੋ, ਉਹ ਮਾਈਨਸ ਕਰ ਦੋ, ਜਿਨ੍ਹਾਂ ਨੂੰ ਕਿ ਕਿਸੇ ਵੀ ਥਾਂ ਦੇ ਉੱਤੇ ਰਿਕੋਗਨਾਈਜ਼ ਨਹੀਂ ਕੀਤਾ ਜਾ ਰਿਹਾ, ਨਾ ਦੇਸ਼ ਦੇ ਅੰਕੜਿਆਂ ਦੇ ਵਿੱਚ, ਨਾ ਉਹ ਤੁਹਾਡੇ ਜਿਹੜੇ ਹੈਗੇ ਉਹਦਾ ਕੋਈ ਮੁੱਲ ਪਾਇਆ ਜਾ ਰਿਹਾ। ਤਾਂ ਜਿਵੇਂ ਅੱਜ ਸਵੇਰੇ ਨੀਤੂ ਨੇ ਕਿਹਾ ਸੀਗਾ ਕਿ ਉਹਦੇ ਬਾਰੇ ਐ ਕੀਤਾ ਜਾਂਦਾ ਹੈ ਕਿ ਉਹ ਕੁਝ ਵੀ ਨਹੀਂ ਕਰ ਰਹੇ, ਤਾਂ ਉਹ ਇਹ ਕੁਝ ਵੀ ਨਾ ਕਰਨ ਨੂੰ ਉਹ ਆਪਣੇ 10 ਸਾਲ ਨੇ ਜਿਹੜੇ ਉਹ ਡਿਵੋਟ ਕਰ ਰਹੀ ਹੈ। ਤੇ ਜਿਹੜੇ ਮੈਂ ਇਹ ਹਜੇ ਐਸਟੀਮੇਸ਼ਨ ਦਿੱਤੀ ਆ ਇਹ ਅੰਡਰ ਐਸਟੀਮੇਸ਼ਨ ਹੈ, ਜਿਹੜੀ ਮੈਂ ਇਹ ਕਿਹਾ ਕਿ ਵੀ ਜੀਡੀਪੀ ਦੇ ਵਿੱਚ ਉਹਨਾਂ ਦਾ ਜਿਹੜਾ ਹੈਗਾ ਵੀ 3.5% ਹਿੱਸਾ ਹੈ ਜਿਹੜਾ ਉਹ ਜੀਡੀਪੀ 'ਚ ਖਰਚ ਹੁੰਦਾ ਹੈ, ਉਹ ਅੰਡਰ ਐਸਟੀਮੇਸ਼ਨ ਹੈ। ਉਹ ਅੰਡਰ ਐਸਟੀਮੇਸ਼ਨ ਇਸ ਕਰਕੇ ਕਿ ਜਦੋਂ ਮਤਲਬ ਇਸ ਕਿਸਮ ਦਾ ਜਿਹੜਾ ਹੈਗਾ ਗਣਨਾ ਕੀਤੀ ਜਾਂਦੀ ਹੈ ਤਾਂ ਉਹਦੇ ਕੰਮਾਂ ਨੂੰ ਦੇਖਿਆ ਜਾਂਦਾ ਵੀ ਉਹਨੇ ਕਿਹੜੇ ਕੰਮ ਕੀਤੇ, ਉਹਦੇ ਤੇ ਕਿੰਨੇ ਘੰਟੇ ਲਗਾਏ। ਤਾਂ ਜਿਹੜੀ ਇਹ ਗਣਨਾ ਇਹ ਆਮ ਕਰਕੇ ਮਿਨੀਮਮ ਵੇਜਸ ਦੇ ਬੇਸ ਤੇ ਹੁੰਦੀ ਹੈ, ਨਾ ਕਿ ਐਵਰੇਜ ਬੇਸਿਸ ਦੇ ਵੇਜਸ ਦੇ ਬੇਸ ਦੇ ਉੱਤੇ। ਤਾਂ ਜਿਹੜੇ ਮਿਨੀਮਮ ਵੇਜਸ ਹੋ ਸਕਦੇ ਨੇ ਉਹਦੇ ਬੇਸ ਦੇ ਉੱਤੇ ਹੁੰਦੀ ਹੈ। ਦੂਜੀ ਗੱਲ ਹੈ ਕਿ ਇਹ ਗਣਨਾ ਕਰਨ ਲੱਗਿਆਂ ਕਦੇ ਵੀ ਜਿਹੜੀਆਂ ਮਤਲਬ ਆਪਣੀਆਂ ਅਸੀਂ ਕਹਿ ਸਕਦੇ ਹਾਂ ਕਿ ਸਾਈਮਲਟੇਨੀਅਸ ਐਕਟੀਵਿਟੀਜ਼ ਨੇ ਤਾਂ ਉਹ ਸਾਈਮਲਟੇਨੀਅਸ ਐਕਟੀਵਿਟੀਜ਼ ਨੂੰ ਧਿਆਨ ਵਿੱਚ ਨਹੀਂ ਰੱਖਿਆ ਜਾਂਦਾ। ਇਸ ਤੋਂ ਇਲਾਵਾ ਜੇ ਅਸੀਂ ਪੇਡ ਲੇਬਰ ਦੇ ਹਿਸਾਬ ਨਾਲ ਜਾਂ ਲੇਬਰ ਮਾਰਕੀਟ ਦੀ ਗੱਲ ਕਰਦੇ ਹਾਂ ਤਾਂ ਇਹ ਵੀ ਇੰਪੋਰਟੈਂਟ ਹੈ ਕਿ ਔਰਤ ਬੇਸ਼ੱਕ ਕੋਈ ਕੰਮ ਨਹੀਂ ਕਰ ਰਹੀ ਪਰ ਉਹ ਸੁਪਰਵਾਈਜ਼ਰੀ ਕੇਅਰ ਦੇ ਰਹੀ ਹੈ, ਵੀ ਉਹ ਬੇਸ਼ੱਕ ਉਹ ਕੰਮ ਕੋਈ ਹੋਰ ਕਰ ਰਹੀ ਹੈ ਪਰ ਉਹਦੀ ਨਿਗਾਹ ਹੈ ਜਿਹੜੀ ਉਹ ਬੱਚੇ ਵੱਲ ਹੈ, ਤੇ ਵੀ ਤਾਂ ਕਿ ਉਹ ਕੋਈ ਐਕਸੀਡੈਂਟ ਨਾ ਹੋ ਜਾਏ, ਤਾਂ ਉਹ ਗਲਤ ਜਿਹੜਾ ਹੈਗਾ ਵੀ ਉਹ ਗਲਤ ਚੀਜ਼ ਨਾ ਆਪਣੇ ਮੂੰਹ ਦੇ ਵਿੱਚ ਪਾ ਲਵੇ, ਤਾਂ ਉਹ ਅੰਗੇਜਡ ਹੈ, ਉਹ ਉਹਨੂੰ ਉਸ ਹਿਸਾਬ ਨਾਲ ਛੱਡ ਕੇ ਉਹਨੂੰ ਪਾਸੇ ਨਹੀਂ ਹੋ ਸਕਦੀ। ਇਸੇ ਤਰੀਕੇ ਨਾਲ ਜਿਹੜੀਆਂ ਔਨ ਕਾਲ ਸਰਵਿਸਿਜ਼ ਨੇ, ਜਿਹੜੀਆਂ ਔਨ ਕਾਲ ਮਤਲਬ ਜਿਵੇਂ ਆਪਾਂ ਕਹੀਏ ਵੀ ਚਾਹੇ ਉਹ ਬੇਸ਼ੱਕ ਦੂਜੇ ਘਰ ਦੇ ਦੂਜੇ ਕਮਰੇ ਵਿੱਚ ਬੈਠੀ ਹੈ, ਚਾਹੇ ਉਹ ਆਪਣੀ ਪਰਸਨਲ ਕੇਅਰ ਦੇ ਉੱਤੇ ਕੰਮ ਕਰ ਰਹੀ ਹੈ, ਪਰ ਘਰ ਦੇ ਵਿੱਚ ਇੱਕ ਮਰੀਜ਼ ਹੈ ਜਿਹਦੇ ਵਾਸਤੇ ਕਿ ਉਹਨੂੰ ਹਰ ਸਮੇਂ ਉਪਲਬਧ ਰਹਿਣਾ ਜ਼ਰੂਰੀ ਹੈ, ਤਾਂ ਉਹਦੀ ਜਿਹੜੀ ਇਹ ਉਪਲਬਧ ਰਹਿਣ ਦੀ ਜ਼ਰੂਰਤ ਹੈ ਉਹ ਉਹਨੂੰ ਲੇਬਰ ਮਾਰਕੀਟ ਵਿੱਚ ਨਹੀਂ ਜਾਣ ਦੇ ਰਹੀ। ਤਾਂ ਉਹ ਇਹਨੂੰ ਹਰ ਟਾਈਮ ਬੇਸ਼ੱਕ ਉਹ ਕੁਝ ਵੀ ਨਹੀਂ ਕਰ ਰਹੀ ਪਰ ਉਹ ਵੀ ਉਹਦੇ ਜਿਹੜੇ ਹੈਗੇ ਉਹਦੇ ਇੱਕ ਕੰਮ ਦੇ ਘੰਟੇ ਨੇ ਕਿ ਉਹਨੂੰ ਅਵੇਸਲੇ ਨਹੀਂ ਹੋਣ ਦਿੰਦੀ ਹੈਗੀ। ਤਾਂ ਜਦੋਂ ਅਸੀਂ ਇਹੋ ਜਿਹੇ ਐਸਟੀਮੇਟਸ ਲਗਾਉਂਦੇ ਆ ਤਾਂ ਉਹਦੇ ਵਿੱਚ ਅਸੀਂ ਸਾਈਮਲਟੇਨੀਅਸ ਐਕਟੀਵਿਟੀਜ਼ ਨੇ ਜਿਹੜੀਆਂ ਵੀ ਜਿਵੇਂ 2 ਕੰਮ ਲਗਾਤਾਰ ਹੋ ਰਹੇ ਨੇ ਕਿ ਇੱਕ ਪਾਸੇ ਸਬਜ਼ੀ ਬਣਾਈ ਜਾ ਰਹੀ ਹੈ ਤੇ ਦੂਜੇ ਪਾਸੇ ਜਿਹੜੇ ਹੈਗੇ ਆ ਵੀ ਨਾਲ ਦੀ ਨਾਲ ਬੱਚੇ ਨੂੰ ਪੜ੍ਹਾਇਆ ਜਾ ਰਿਹਾ ਜਾਂ ਨਾਲ ਦੀ ਨਾਲ ਭਾਂਡੇ ਸਾਫ਼ ਕੀਤੇ ਜਾ ਰਹੇ ਨੇ, ਤਾਂ ਇਹ ਦੋਨੇ ਕੰਮ ਨੇ ਜਿਹੜੇ ਹੈਗੇ ਇਹ ਸਾਈਮਲਟੇਨੀਅਸਲੀ ਹੋ ਰਹੇ ਨੇ। ਤਾਂ ਇਹਨਾਂ ਓਵਰਲੈਪਿੰਗ ਐਕਟੀਵਿਟੀਜ਼ ਨੂੰ ਇਹਦੇ ਵਿੱਚ ਕਾਊਂਟ ਨਹੀਂ ਕੀਤਾ ਹੋਇਆ, ਸਿਰਫ 24 ਘੰਟੇ ਨੇ ਜਿਹੜੇ ਉਹ ਲਏ ਹੋਏ ਨੇ। ਤੇ ਸੁਪਰਵਾਈਜ਼ਰੀ ਕੇਅਰ ਨੂੰ ਇਹਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ, ਔਨ ਕਾਲ ਕੇਅਰ ਨੂੰ ਇਹਦੇ ਵਿੱਚ ਨਹੀਂ ਲਿਆ ਗਿਆ ਕਿਉਂਕਿ ਉਹਨਾਂ ਨੂੰ ਮਾਪਣ ਦੇ ਵਿੱਚ ਕੁਝ ਤਰ੍ਹਾਂ ਦੀਆਂ ਦਿੱਕਤਾਂ ਨੇ ਜਿਹੜੀਆਂ ਉਹ ਆਉਂਦੀਆਂ ਸੀਗੀਆਂ, ਜਿਨ੍ਹਾਂ ਦੀ ਆਲੋਚਨਾ ਵਧੇਰੇ ਹੁੰਦੀ ਹੈ ਤੇ ਐਕਸੈਪਟੇਬਿਲਿਟੀ ਘੱਟ ਮਿਲਦੀ ਹੈ, ਇਸ ਕਰਕੇ ਉਹਨੂੰ ਛੱਡਿਆ ਹੋਇਆ। ਤਾਂ ਕਹਿੰਦਾ ਮਤਲਬ ਇਹ ਹੈ ਕਿ ਵੀ ਇਹ ਐਸਟੀਮੇਸ਼ਨ ਵੀ ਅੰਡਰ ਐਸਟੀਮੇਸ਼ਨ ਹੈ, ਤਾਂ ਲੁੱਟ ਦਾ ਜਿਹੜਾ ਉਹ ਮਾਤ ਹੈ ਉਹ ਵੀ ਅੰਡਰ ਐਸਟੀਮੇਸ਼ਨ ਹੈ। ਸਾਨੂੰ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਪਰ ਉਹਦੇ ਬਾਵਜੂਦ ਅਸੀਂ ਕੁਝ ਅੰਕੜੇ ਜਿਹੜੇ ਕਿ ਇਸ ਚੀਜ਼ ਦੀ ਵੈਲਿਊ ਨੂੰ ਦਰਸਾਉਣ ਵਾਸਤੇ ਅਸੀਂ ਪੇਸ਼ ਕਰਦੇ ਹੁੰਦੇ ਆ, ਤਾਂ ਉਹਦੇ ਵਿੱਚ ਬਾਰੇ ਇਹ ਕਿਹਾ ਜਾਂਦਾ ਹੈ ਕਿ ਜੇ ਔਰਤਾਂ ਦੀ ਲੇਬਰ ਮਾਰਕੀਟ ਦੇ ਵਿੱਚ ਸ਼ਮੂਲੀਅਤ ਹੈ ਜਿਹੜੀ ਉਹ ਬਰਾਬਰ ਹੋ ਜਾਵੇ ਤਾਂ ਪੂਰੇ ਵਿਸ਼ਵ ਦੇ ਵਿੱਚ ਜਿਹੜੀ ਆਮਦਨ ਹੈ ਉਹ $12 ਟ੍ਰਿਲੀਅਨ ਵੱਧ ਜੂਗੀ।
ਤੇ ਇਸ ਤਰੀਕੇ ਨਾਲ 2025 ਤੱਕ ਦੇ ਬਾਰੇ ਇਹ ਐਸਟੀਮੇਟ ਲਗਾਏ ਜਾਂਦੇ ਨੇ। ਇਸ ਤਰੀਕੇ ਨਾਲ ਜਿਸ ਤਰ੍ਹਾਂ ਜਿਹੜਾ ਭਾਰਤ ਹੈ, ਭਾਰਤ ਦੇ ਵਿੱਚ ਜੇ ਔਰਤਾਂ ਨੂੰ ਬਰਾਬਰ ਦੀ ਸ਼ਮੂਲੀਅਤ ਦਿੱਤੀ ਜਾਵੇ ਤਾਂ ਸਾਡੀ ਹੁਣ ਦੀ ਜਿਹੜੀ GDP ਹੈ ਉਹਦਾ 18% ਹਿੱਸਾ ਹੈ ਜਿਹੜਾ ਉਹ ਹੋਰ ਉਹਦੇ ਵਿੱਚ ਐਡ ਹੋ ਜਾਊਗਾ। 770 ਬਿਲੀਅਨ ਡਾਲਰ ਨੇ ਜਿਹੜੇ ਉਹ ਇਹ ਮੰਨਿਆ ਜਾਂਦਾ ਹੈ ਕਿ ਉਹ ਸਾਡੀ GDP ਦੇ ਵਿੱਚ 2025 ਤੱਕ ਵਧਣ ਦੇ ਚਾਂਸਸ ਨੇ। ਹੁਣ ਗੱਲ ਇਹ ਹੈ ਕਿ ਵੀ ਐ ਨਹੀਂ ਹੈਗਾ ਕਿ ਇਸ ਇਕੁਐਲਿਟੀ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਜਾਂ ਇਹਨੂੰ ਪ੍ਰਾਪਤ ਕਰਨ ਦੇ ਰਸਤੇ ਨਹੀਂ ਹੈਗੇ ਵੀ ਅਸੀਂ ਇਹ ਸੋਚੀਏ ਕਿ ਵੀ ਇਹ ਵਾਧੂ ਦੀਆਂ ਗੱਲਾਂ ਨੇ, ਅਸੀਂ ਉਹੀ ਅੰਕੜੇ ਪੇਸ਼ ਕਰਦੇ ਜਾ ਰਹੇ ਹਾਂ ਕਿ ਵੀ ਇਹ ਪੋਸੀਬਲ ਨਹੀਂ ਹੈ। ਇਹ ਪੋਸੀਬਲ ਹੈਗਾ ਤੇ ਇਹ ਇਹਦੀ ਇਸ ਪੋਸੀਬਿਲਿਟੀ ਦੇ ਕਈ ਬੜੇ ਆਸਾਨ ਤਰੀਕੇ ਨੇ। ਜਿਵੇਂ ਮੰਨ ਲਓ ਕਿ ਜੇ ਆਪਾਂ ਪੂਰੇ ਵਿਸ਼ਵ ਦੇ ਤੌਰ ਦੇ ਉੱਤੇ ਆਪਾਂ ਸੋਚੀਏ ਤਾਂ ਪੂਰੇ ਵਿਸ਼ਵ ਦੇ ਵਿੱਚ ਜੇਕਰ ਇਹ ਦੇਖਿਆ ਜਾਵੇ ਕਿ ਸਿਰਫ ਉੱਪਰਲੇ ਜਿਹੜੇ 1% ਸੁਪਰ ਰਿਚ ਨੇ ਉਹਨਾਂ ਉੱਤੇ ਸਿਰਫ 0.5% ਟੈਕਸ ਹੈ ਜਿਹੜਾ ਉਹ ਵਧਾ ਦਿੱਤਾ ਜਾਵੇ। ਸੁਪਰ ਰਿਚ ਦੇ ਉੱਤੇ 1% ਸੁਪਰ ਰਿਚ ਦੇ ਉੱਤੇ ਸਿਰਫ 0.5% ਟੈਕਸ ਹੈ ਜਿਹੜਾ ਉਹ ਵਧਾ ਦਿੱਤਾ ਜਾਵੇ ਤਾਂ ਨਾ ਕੇਵਲ ਜਿਹੜੀਆਂ ਹੈਗੀਆਂ ਔਰਤਾਂ ਦੇ ਲੇਬਰ ਮਾਰਕੀਟ ਦੇ ਵਾਸਤੇ ਉਹਨਾਂ ਦੇ ਰਸਤੇ ਖੁੱਲ ਜਾਣਗੇ, ਬਲਕਿ ਐਜੂਕੇਸ਼ਨ ਦੇ ਵਿੱਚ, ਹੈਲਥ ਸੈਕਟਰ ਦੇ ਵਿੱਚ ਤੇ ਹੋਰ ਜਿਹੜੀਆਂ ਮਤਲਬ ਕੇਅਰ ਰਿਲੇਟਡ ਐਕਟੀਵਿਟੀਜ਼ ਨੇ ਉਹਨਾਂ ਦੇ ਵਿੱਚ ਲਗਭਗ 117 ਮਿਲੀਅਨ ਨਵੀਆਂ ਨੌਕਰੀਆਂ ਨੇ ਜਿਹੜੀਆਂ ਉਹ ਪੈਦਾ ਕੀਤੀਆਂ ਜਾ ਸਕਦੀਆਂ। ਤੇ ਨਾਲ ਇਹ ਵੀ ਚੇਤੇ ਰਹੇ ਕਿ ਜਿਵੇਂ ਜਿਵੇਂ ਸਾਡੀ ਪਾਪੂਲੇਸ਼ਨ ਦੀ ਜਿਹੜੀ ਕੰਪੋਜੀਸ਼ਨ ਸਾਡੀ ਤਬਦੀਲ ਹੋ ਰਹੀ ਹੈ ਤਾਂ ਉਹਦੇ ਨਾਲ 2030 ਤੱਕ ਜਿਹੜਾ ਹੈਗਾ ਸਾਡੇ ਕੋਲੇ ਹੋਰ 100 ਮਿਲੀਅਨ ਬੱਚੇ 6 ਤੋਂ 14 ਸਾਲ ਵਾਲੇ ਤੇ ਬਜ਼ੁਰਗ ਨੇ ਜਿਹੜੇ ਜਿਨ੍ਹਾਂ ਨੂੰ ਕਿ ਕੇਅਰ ਦੀ ਲੋੜ ਪਊਗੀ। ਮਤਲਬ ਇਹ ਸਾਡੇ ਹੋਰ ਐਡ ਹੋਣ ਵਾਲੇ ਨੇ ਸਾਡੀ ਜਨਸੰਖਿਆ ਦੇ ਵਿੱਚ। ਤਾਂ ਇਹਦਾ ਮਤਲਬ ਫਿਊਚਰ ਦੇ ਵਿੱਚ ਕੇਅਰ ਦੀਆਂ ਲੋੜਾਂ ਨੇ ਜਿਹੜੀਆਂ ਉਹ ਘਟਣੀਆਂ ਨਹੀਂ। ਫਿਊਚਰ ਦੇ ਵਿੱਚ ਸਾਡੀ ਜਿਵੇਂ ਜਿਵੇਂ ਏਜਿੰਗ ਆਫ ਪਾਪੂਲੇਸ਼ਨ ਹੋ ਰਹੀ ਹੈ ਤਾਂ ਕੇਅਰ ਦੀਆਂ ਜਿਹੜੀਆਂ ਲੋੜਾਂ ਨੇ ਉਹ ਹੋਰ ਉਹਨਾਂ ਦੇ ਵਿੱਚ ਵਾਧਾ ਹੋਣਾ ਹੈ। ਪਰ ਜਿਹੜੀ ਅਸਲੀ ਹਿੱਚ ਹੈ ਉਹ ਇਸ ਟੈਕਸ ਕਰਨ ਦੀ ਨੀਤ ਤੇ ਟੈਕਸ ਕਰਨ ਦੀ ਕੈਪੈਸਿਟੀ ਦੇ ਉੱਤੇ ਹੈ। ਤਾਂ ਕੀ ਅਸੀਂ ਉਸ ਸੁਪਰ ਰਿਚ ਦੇ ਉੱਤੇ ਅਸੀਂ 0.5% ਟੈਕਸ ਹੈ ਜਿਹੜਾ ਉਹ ਵਧਾਉਣ ਦੀ ਅਸੀਂ ਸਥਿਤੀ ਵਿੱਚ ਹਾਂ? ਕਿਉਂਕਿ ਇਹ ਉਹ ਤਬਕਾ ਹੈ ਜਿਹਨੂੰ ਕਿ ਮਤਲਬ ਉਦਾਰਵਾਦੀ ਜਿਹੜੀਆਂ ਨਵ ਉਦਾਰਵਾਦੀ ਸਰਕਾਰਾਂ ਨੇ ਉਹ ਅਸਲ ਦੇ ਵਿੱਚ ਉਹਦਾ ਟੈਕਸ ਦਾ ਬੋਝ ਆ ਜਿਹੜਾ ਉਹ ਘਟਾਉਣ ਦੇ ਵਾਸਤੇ ਜਿਹੜਾ ਹੈਗਾ ਵੀ ਆਪਣੀ ਯਤਨਸ਼ੀਲ ਹੈ, ਨਾ ਕਿ ਉਸ ਟੈਕਸ ਨੂੰ ਵਧਾਉਣ ਦੇ ਮਾਮਲੇ ਵਿੱਚ। ਸਾਡੀਆਂ ਸਾਰੀਆਂ ਨੀਤੀਆਂ ਜਿਹੜੀਆਂ ਉਹ ਕਾਰਪੋਰੇਟ ਟੈਕਸ ਆ ਜਿਹੜਾ ਉਹਨੂੰ ਘਟਾਉਣ ਦੇ ਉੱਤੇ ਦੇ ਵਾਸਤੇ ਬਣਦੀਆਂ ਨੇ ਤੇ ਅਸੀਂ ਆਸਟੀਰਿਟੀ ਦੇ ਨਾਮ ਦੇ ਉੱਤੇ ਜਾਂ ਕਹਿ ਲਓ ਕਿ ਵੀ ਕਿਫਾਇਤ ਦੇ ਨਾਮ ਦੇ ਉੱਤੇ ਆਰਥਿਕ ਸੰਕਟ ਦੇ ਓਲੇ ਅਸੀਂ ਆਮ ਕਰਕੇ ਕਰਦੇ ਕੀ ਆ ਕਿ ਜਿੰਨੇ ਵੀ ਸਾਡੇ ਇਹੋ ਜਿਹੇ ਪਬਲਿਕ ਸਰਵਿਸਿਜ਼ ਨੇ ਜਿਹੜੀਆਂ ਕਿ ਔਰਤਾਂ ਦੇ ਕੰਮ ਆਉਂਦੀਆਂ ਨੇ, ਜਿਵੇਂ ਕਿ ਪਾਣੀ ਦੀ ਸਪਲਾਈ, ਜਿਵੇਂ ਕਿ ਬਿਜਲੀ ਦੀ ਸਪਲਾਈ, ਫਿਊਲ ਆ ਜਿਹੜਾ ਵੀ ਉਹਦੀ ਥਾਂ ਦੇ ਉੱਤੇ ਮਤਲਬ ਜਿਹਦੇ ਵਿੱਚ ਕਿ ਔਰਤਾਂ ਦਾ ਬਹੁਤ ਵੱਡਾ ਕੰਮ ਹੈ, ਬਹੁਤ ਵੱਡਾ ਜਿਹੜਾ ਹੈਗਾ ਸਮਾਂ ਹੈ ਉਹ ਬਾਲਣ ਇਕੱਠਾ ਕਰਨ ਦੇ ਵਿੱਚ ਖਰਚ ਹੋ ਜਾਂਦਾ ਹੈ। ਤਾਂ ਉਹਨਾਂ ਦੀਆਂ ਜਿਹੜੀਆਂ ਸਰਵਿਸਿਜ਼ ਨੂੰ ਪ੍ਰੋਵਾਈਡ ਕਰਨ ਦੀ ਥਾਂ ਦੇ ਉੱਤੇ ਉਹਦੇ ਚੋਂ ਪੈਸਾ ਖਿੱਚੀ ਜਾਂਦੇ ਆ, ਕਿਉਂਕਿ ਜਿੰਨਾ ਅਸੀਂ ਜਨਸੰਖਿਆ ਵਧਣ ਦੇ ਨਾਲ ਇਹਨਾਂ ਦੇ ਵਿੱਚ ਖਰਚਾ ਵਧਾਵਾਂਗੇ ਉਹਨਾਂ ਸਾਨੂੰ ਟੈਕਸ ਆ ਜਿਹੜੇ ਉਹ ਇਨਕਰੀਜ਼ ਕਰਨੇ ਪੈਣਗੇ। ਤੇ ਉਦਾਰਵਾਦੀ ਜਿਹੜੀਆਂ ਸਾਡੀਆਂ ਤਾਕਤਾਂ ਨੇ ਉਹ ਇਸ ਟੈਕਸ ਨੂੰ ਸਪਰੈਸ ਕਰਨ ਦੀਆਂ ਟੈਂਡੈਂਸੀਜ਼ ਰੱਖਦੀਆਂ ਨੇ, ਨਾ ਕਿ ਜਿਹੜਾ ਹੈਗਾ ਕਿ ਵੀ ਉਹ ਇਸ ਟੈਕਸ ਨੂੰ ਵਧਾਉਣ ਦਾ ਕਿਸੇ ਵੀ ਕਿਸਮ ਦਾ ਕੋਈ ਸੁਝਾਅ ਦੇਣਗੀਆਂ। ਤੇ ਇਹ ਅਸਲ ਦੇ ਵਿੱਚ ਨਿੱਜੀ ਸਰਮਾਏ ਦੇ ਉੱਪਰ ਚੱਲਣ ਵਾਲੀ ਜਿਹੜੀ ਕੋਈ ਵੀ ਆਰਥਿਕ ਢਾਂਚਾ ਹੈ ਜਾਂ ਕੋਈ ਵੀ ਜਿਹੜੀ ਅਰਥ ਵਿਵਸਥਾ ਹੈ ਇਹ ਉਹਦਾ ਇੱਕ ਖਾਸ ਡਿਜ਼ਾਈਨ ਹੈ ਕਿ ਉਹਦੇ ਵਿੱਚ ਲੋਕਾਂ ਦੀਆਂ ਲੋੜਾਂ, ਆਮ ਲੋਕਾਂ ਦੀਆਂ ਲੋੜਾਂ ਨੇ ਜਿਹੜੀਆਂ ਉਹਨਾਂ ਨੂੰ ਹਮੇਸ਼ਾ ਮੁਨਾਫੇ ਦੀਆਂ ਲੋੜਾਂ ਤੋਂ ਪਿੱਛੇ ਰੱਖਿਆ ਜਾਂਦਾ। ਤਾਂ ਮੁਨਾਫਾ ਕਮਾਉਣਾ ਸਾਡੇ ਵਾਸਤੇ ਜਿਹੜਾ ਹੈਗਾ ਉਹ ਵੱਧ ਪ੍ਰਾਈਮ ਹੈ। ਤੇ ਜਿਹੜਾ ਇਹ ਸਰਮਾਏਦਾਰੀ ਸਮਾਜ ਹੁੰਦਾ ਹੈ ਇਹਦੇ ਬਾਰੇ ਆਪਾਂ ਸਾਰੇ ਜਾਣਦੇ ਹਾਂ ਕਿ ਇਹ ਸਰਮਾਏਦਾਰੀ ਸਮਾਜ ਜਿਹੜੇ ਆਧਾਰ ਦੇ ਉੱਤੇ ਖੜਾ ਹੈ ਉਹਨੂੰ ਹੀ ਹੌਲੀ ਹੌਲੀ ਕਿਸੇ ਨਾ ਕਿਸੇ ਤਰੀਕੇ ਨਾਲ ਖੋਰਾ ਲਾਉਂਦਾ ਜਾਂਦਾ ਤੇ ਆਪਣੇ ਵਾਸਤੇ ਜਿਹੜਾ ਹੈਗਾ ਆਰਥਿਕ ਸੰਕਟ ਖੜਾ ਕਰਦਾ ਜਾਂਦਾ। ਤਾਂ ਆਰਥਿਕ ਸੰਕਟ ਅਸਲ ਵਿੱਚ ਇਹਦੇ DNA ਦੇ ਵਿੱਚ ਹੈ ਜੇ ਆਪਾਂ ਇਹ ਕਹੀਏ ਤਾਂ ਅਸੀਂ ਦੇਖ ਸਕਦੇ ਹਾਂ ਕਿ ਵੀ ਜਦੋਂ ਵੀ ਮਤਲਬ ਲਿਬਰਲਾਈਜੇਸ਼ਨ ਹੋਈ ਉਸ ਤੋਂ ਬਾਅਦ ਲਗਾਤਾਰ, ਇਹ ਸਿਰਫ ਸਾਡਾ ਭਾਰਤ ਦਾ ਤਜਰਬਾ ਨਹੀਂ, ਇਹ ਬਹੁਤ ਸਾਰੇ ਜਿਹੜੇ ਹੈਗੇ ਵਿਕਾਸਸ਼ੀਲ ਦੇਸ਼ਾਂ ਦਾ ਤਜਰਬਾ ਹੈ ਕਿ ਲਗਾਤਾਰ ਸਾਡੇ ਜਿਹੜੇ ਲੇਬਰ ਰਾਈਟਸ ਨੇ ਉਹਨਾਂ ਦੇ ਉੱਤੇ ਡਾਕਾ ਵੱਜਿਆ। ਲਗਾਤਾਰ ਜਿਹੜਾ ਹੈਗਾ ਲੇਬਰ ਫਲੈਕਸੀਬਿਲਿਟੀ ਦੇ ਨਾਂ ਦੇ ਉੱਤੇ ਜਿਹੜੀ ਮਤਲਬ ਲੋਕਾਂ ਦੀ ਛਾਂਟੀ ਹੈ ਜਿਹੜੀ ਉਹ ਆਸਾਨ ਕੀਤੀ ਗਈ। ਈਵਨ ਮਤਲਬ ਇਹ ਹੁੰਦਾ ਹੈ ਕਿ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਕੋਈ ਜਿਹੜਾ ਖਾਸ ਅਦਾਰਾ ਹੈ ਉਹ ਬਹੁਤ ਸਾਰੇ ਯੰਗ ਬੱਚਿਆਂ ਨੂੰ ਹਾਇਰ ਕਰਦਾ
ਖਾਸ ਕਰਕੇ ਔਰਤਾਂ ਨੂੰ। ਤਾਂ ਜਦੋਂ ਔਰਤਾਂ ਨੂੰ ਹਾਇਰ ਕਰ ਰਿਹਾ ਤਾਂ ਉਹਦੇ ਕੋਲੇ ਬਹੁਤ ਸੋਹਣਾ ਬਹਾਨਾ ਹੁੰਦਾ ਹੈ ਕਿ ਵਿਆਹ ਦੇ ਸਮੇਂ ਦੇ ਵਿੱਚ ਜਾਂ ਜਦੋਂ ਮਤਲਬ ਜਿਹੜਾ ਹੈਗਾ ਵੀ ਪ੍ਰੈਗਨੈਂਸੀ ਦੇ ਟਾਈਮ ਦੇ ਵਿੱਚ ਉਹਨੂੰ ਆਸਾਨੀ ਦੇ ਨਾਲ ਕੱਢਿਆ ਜਾ ਸਕਦਾ ਹੈ, ਕਿਉਂਕਿ ਉਹਦੇ ਨਾਲ ਜਿਹੜਾ ਵਰਕ ਕੰਟਰੈਕਟ ਹੈ ਉਹ ਜਾਂ ਤਾਂ ਐਬਸੈਂਟ ਹੁੰਦਾ ਜਾਂ ਉਹ ਇਸ ਕਿਸਮ ਦਾ ਹੁੰਦਾ ਹੈ ਕਿ ਵੀ ਜਿਹਦੇ ਵਿੱਚ ਕਿ ਉਹਦੀ ਜਿਹੜੀ ਛਾਂਟੀ ਆ ਉਹ ਬਹੁਤ ਆਸਾਨ ਹੁੰਦੀ ਹੈ। ਜਦੋਂ ਸਾਡਾ ਜਿਹੜਾ ਭਾਰਤੀ ਅਰਥਚਾਰਾ ਇਹ ਖੁੱਲਿਆ, ਵਿਸ਼ਵ ਮੰਡੀ ਵਾਸਤੇ ਖੁੱਲਿਆ, ਜਿਹਨੂੰ ਅਸੀਂ ਗਲੋਬਲਾਈਜੇਸ਼ਨ ਦਾ ਨਾਮ ਦਿੰਦੇ ਆ, ਤਾਂ ਬਹੁਤ ਸਾਰੇ ਦੇਸ਼ਾਂ ਦੇ ਵਾਂਗੂ ਇਹਦੇ ਵਿੱਚ ਵੀ ਜਿਹੜੀ ਮਤਲਬ ਨਿਰਯਾਤ ਮੁਖੀ ਜਿਹੜਾ ਉਤਪਾਦਨ ਹੈ ਤਾਂ ਉਹਦੇ ਵਿੱਚ ਉਹਦਾ ਵਾਧਾ ਹੋਇਆ। ਤਾਂ ਨਿਰਯਾਤ ਮੁਖੀ ਉਤਪਾਦਨ ਜਿਹੜਾ ਹੁੰਦਾ ਹੈ ਉਹਦੇ ਵਿੱਚ ਆਮ ਕਰਕੇ ਅਸੀਂ ਇੰਟਰਨੈਸ਼ਨਲ ਕੰਪੀਟੀਟਿਵਨੈਸ ਨੂੰ ਵਧਾਉਣ ਵਾਸਤੇ ਆਪਣੀ ਕਾਸਟ ਆ ਜਿਹੜੀ ਉਹਨੂੰ ਘਟਾਉਣ ਦੇ ਉੱਤੇ ਜ਼ੋਰ ਲਗਾ ਦਿੰਦੇ ਹਾਂ। ਤਾਂ ਜਿਸ ਟਾਈਮ ਅਸੀਂ ਇਸ ਫਲੋ ਦੇ ਵਿੱਚ ਸ਼ਾਮਲ ਹੋਏ, ਜਿਹੜੀ ਇਹ ਐਕਸਪੋਰਟ ਕੰਪੀਟੀਟਿਵਨੈਸ ਜਾਂ ਜਿਹੜੀ ਐਕਸਪੋਰਟ ਓਰੀਐਂਟਡ ਜਿਹੜੀ ਪ੍ਰੋਡਕਸ਼ਨ ਸੀਗੀ, ਜਦੋਂ ਅਸੀਂ ਉਹਦੇ ਵਿੱਚ ਸ਼ਾਮਲ ਹੋਏ ਤਾਂ ਉਸ ਟਾਈਮ ਸ਼ੁਰੂ ਦੇ ਵਿੱਚ ਫੀਮੇਲ ਦੀ ਇੰਪਲੋਇਮੈਂਟ ਬਹੁਤ ਵਧੀ। 1993-94 ਦਾ ਜਿਹੜਾ ਟਾਈਮ ਹੈ ਉਹਦੇ ਵਿੱਚ ਫੀਮੇਲ ਦੀ ਇੰਪਲੋਇਮੈਂਟ ਦੇ ਵਿੱਚ ਤੁਹਾਨੂੰ ਵਾਧੇ ਦੇ ਸਾਈਨ ਨੇ ਜਿਹੜੇ ਉਹ ਦੇਖਣਗੇ, ਕਿਉਂਕਿ ਕਾਸਟ ਕਟਿੰਗ ਦੇ ਨਾਮ ਦੇ ਉੱਤੇ ਫੀਮੇਲ ਹੈ ਜਿਹੜੀ ਉਹ ਇੱਕ ਲੋ ਪੇਡ ਲੇਬਰ ਉਹ ਮੰਨੀ ਜਾਂਦੀ ਸੀਗੀ। ਤਾਂ ਉਹਨੂੰ ਲੋ ਪੇਡ ਲੇਬਰ ਨੂੰ ਹਾਇਰ ਕਰਕੇ ਅਸੀਂ ਜਿਹੜਾ ਹੈਗਾ ਆਪਣੀ ਜਿਹੜੀ ਆਪਣੀ ਕਾਸਟ ਨੂੰ ਰਿਡਿਊਸ ਕੀਤਾ ਤੇ ਆਪਣੀ ਕਾਸਟ ਕੰਪੀਟੀਟਿਵਨੈਸ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ। ਪਰ ਜਿਵੇਂ ਕਿ ਹਮੇਸ਼ਾ ਹੀ ਹੁੰਦਾ ਹੈ ਵੀ ਜਦੋਂ ਵੀ ਕੋਈ ਕਿਸੇ ਵੀ ਵਿਕਾਸ ਦੀ ਪ੍ਰਕਿਰਿਆ ਦੇ ਵਿੱਚ ਉਹਦੇ ਉਲਟ ਜਿਹੜੀਆਂ ਧਾਰਾਵਾਂ ਨੇ ਉਹ ਨਾਲ ਦੀ ਨਾਲ ਚੱਲ ਪੈਂਦੀਆਂ ਨੇ। ਤਾਂ ਜਿਵੇਂ ਜਿਵੇਂ ਫੀਮੇਲ ਡੋਮੀਨੇਟ ਕਰਨ ਲੱਗ ਪਈਆਂ ਤੇ ਮੈਂ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦਿਵਾਉਣਾ ਚਾਹੂੰਗੀ ਕਿ ਫੀਮੇਲ ਨੇ ਸਾਡੀ ਇਸ ਲੇਬਰ ਮਾਰਕੀਟ ਨੂੰ ਉਸ ਪ੍ਰਕਿਰਿਆ ਦੇ ਦੌਰਾਨ ਵਧੇਰੇ ਸਾਂਭਿਆ, ਜਾਂ ਉਹਦੀ ਫੀਮੇਲ ਇੰਪਲੋਇਮੈਂਟ ਉਸ ਪ੍ਰਕਿਰਿਆ ਦੇ ਦੌਰਾਨ ਵਧੇਰੇ ਵਧੀ ਜਦੋਂ ਕਿ ਸਾਡੀ ਜਿਹੜੀ ਹੈਗੀ ਆ ਕਿਰਤ ਸ਼ਕਤੀ ਦੀ ਇਨਫਾਰਮਲਾਈਜੇਸ਼ਨ ਹੋ ਰਹੀ ਸੀ। ਤਾਂ ਫੈਮਿਨਾਈਜੇਸ਼ਨ ਆਫ ਲੇਬਰ ਫੋਰਸ ਹੈ ਜਿਹੜੀ ਉਹ ਇਨਫਾਰਮਲਾਈਜੇਸ਼ਨ ਆਫ ਲੇਬਰ ਫੋਰਸ ਦੇ ਬਰਾਬਰ ਚੱਲਦੀ ਹੈ। ਤਾਂ ਮੈਂ ਗੱਲ ਕਰ ਰਹੀ ਸੀ ਕਿ ਜਦੋਂ ਫੀਮੇਲ ਲੇਬਰ ਫੋਰਸ ਵੱਧਦੀ ਹੈ ਤਾਂ ਫੀਮੇਲ ਲੇਬਰ ਫੋਰਸ ਦੇ ਰਾਈਟਸ ਦੇ ਵਾਸਤੇ ਕੁਝ ਜਥੇਬੰਦੀਆਂ ਨੇ ਜਿਹੜੀਆਂ ਉਹ ਖੜੀਆਂ ਹੁੰਦੀਆਂ ਨੇ, ਤਾਂ ਉਹ ਆਪਣੇ ਜਿਹੜੇ ਹੈਗੇ ਆਪਣੇ ਵੌਇਸ ਹੈ ਜਿਹੜੀ ਉਹ ਆਪਣੀ ਪਛਾਣ ਦੀ ਕੋਸ਼ਿਸ਼ ਕਰਦੀਆਂ। ਜਦੋਂ ਮਤਲਬ ਇਹ ਫੀਮੇਲ ਰਾਈਟਸ ਨੂੰ ਪ੍ਰੋਟੈਕਟ ਕਰਨ ਵਾਸਤੇ ਇਹਨਾਂ ਜਥੇਬੰਦੀਆਂ ਨੇ ਆਪਣੇ ਜਿਹੜੇ ਹੈਗੇ ਕੁਝ ਲਾਅ ਨੇ ਜਿਹੜੇ ਪਾਸ ਕਰਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਹਦੇ ਨਾਲ ਫੀਮੇਲ ਦੀ ਲੇਬਰ ਮਾਰਕੀਟ ਵਾਸਤੇ, ਇਸ ਮੁਨਾਫੇ ਵਾਲੀ ਜਿਹੜੀ ਮਾਰਕੀਟ ਹੈ ਉਹਦੇ ਵਾਸਤੇ ਅਟਰੈਕਟਿਵਨੈਸ ਉਵੇਂ ਘਟਦੀ ਹੋਣੀ ਸ਼ੁਰੂ ਹੋ ਗਈ। ਜਦੋਂ ਇਹ ਰੈਗੂਲੇਸ਼ਨਸ ਨੇ ਜਿਹੜੀਆਂ ਉਹ ਕਿਸੇ ਵੀ ਜਦੋਂ ਕੋਈ ਅਨਇਕੁਅਲ ਸਮਾਜ ਹੋਊਗਾ ਨਾ, ਤਾਂ ਅਨਇਕੁਅਲ ਸਮਾਜ ਦੇ ਵਿੱਚ ਜਿਹੜੀਆਂ ਬਹੁਤੀਆਂ ਲੈਜਿਸਲੇਸ਼ਨ ਉਹ ਕਾਗਜ਼ੀ ਹੁੰਦੀਆਂ ਨੇ, ਤਾਂ ਉਹ ਰੈਗੂਲੇਸ਼ਨਸ ਅਸਲ ਦੇ ਵਿੱਚ ਉਲਟ ਕੰਮ ਕਰ ਰਹੀਆਂ ਹੁੰਦੀਆਂ ਨੇ। ਤਾਂ ਇਹ ਰੈਗੂਲੇਸ਼ਨ, ਜਿਵੇਂ ਮੰਨ ਲਓ ਕਿ ਇਹ ਰੈਗੂਲੇਸ਼ਨ ਹੋਣੀ ਕਿ ਵੀ ਜੇ ਕਿਸੇ ਵੀ ਅਦਾਰੇ ਦੇ ਵਿੱਚ 5 ਤੋਂ ਵੱਧ ਫੀਮੇਲ ਨੇ ਤਾਂ ਉੱਥੇ ਜਿਹੜਾ ਹੈਗਾ ਕਿ ਵੀ ਸੈਕਸੁਅਲ ਹਰਾਸਮੈਂਟ ਨੂੰ ਕਰਬ ਕਰਨ ਦਾ ਇੱਕ ਸੈਂਟਰ ਹੋਣਾ ਚਾਹੀਦਾ, ਇੱਕ ਕਮੇਟੀ ਬਣੀ ਹੋਣੀ ਚਾਹੀਦੀ ਹੈ। ਤਾਂ ਜਾਂ ਮਤਲਬ ਜੇ ਤੁਹਾਡੇ ਕੋਲੇ ਜਿਹੜੀਆਂ ਔਰਤਾਂ ਨੇ ਜਿਹੜੀਆਂ ਉਹ ਰਾਤ ਦੀ ਸ਼ਿਫਟ ਕਰਦੀਆਂ ਨੇ ਤਾਂ ਉਹਨਾਂ ਨੂੰ ਸੇਫਲੀ ਘਰ ਪਹੁੰਚਾਉਣ ਵਾਸਤੇ ਤੁਹਾਡੇ ਕੋਲੇ ਟਰਾਂਸਪੋਰਟ ਦੀ ਫੈਸਿਲਿਟੀ ਹੋਣੀ ਚਾਹੀਦੀ ਹੈ। ਤਾਂ ਹੁੰਦਾ ਕੀ ਹੈ ਕਿ ਜਦੋਂ ਇਹੋ ਜਿਹੀਆਂ ਰੈਗੂਲੇਸ਼ਨਸ ਨੂੰ ਅਸੀਂ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਬਹੁਤੇ ਅਦਾਰੇ ਫੀਮੇਲ ਦੀ ਇੰਪਲੋਇਮੈਂਟ ਘਟਾ ਦਿੰਦੇ ਨੇ ਜਾਂ ਔਨ ਰੋਲ ਨਹੀਂ ਰੱਖਦੇ, ਵੀ ਜੇ ਕੰਮ ਕਰਵਾ ਵੀ ਲੈਣ ਤਾਂ ਉਹਨੂੰ ਔਨ ਰਜਿਸਟਰ ਨਹੀਂ ਰੱਖਣਗੇ ਕਿ ਵੀ ਜਿਹਦੇ ਨਾਲ ਕਿ ਮਤਲਬ ਇਹ ਪਤਾ ਹੀ ਨਾ ਲੱਗੇ ਕਿ ਵੀ ਉਹਦੇ ਵਿੱਚ 5 ਤੋਂ ਵਧੇਰੇ ਔਰਤਾਂ ਨੇ, ਕਿਉਂਕਿ ਜੇ 5 ਤੋਂ ਵਧੇਰੇ ਔਰਤਾਂ ਤੁਸੀਂ ਸ਼ੋਅ ਕਰਤੀਆਂ ਤਾਂ ਤੁਹਾਨੂੰ ਉਹਨਾਂ ਸਾਰੇ ਰੂਲਸ ਨੂੰ ਤੁਹਾਨੂੰ ਜਿਹੜਾ ਹੈਗਾ ਉਹਨਾਂ ਨੂੰ ਲਾਗੂ ਕਰਨਾ ਪਊਗਾ, ਜਿਹੜਾ ਕਿ ਕਾਸਟਲੀ ਪੈਂਦਾ। ਤੇ ਜੇ ਫੀਮੇਲ ਦੇ ਵੇਜਸ ਅਸੀਂ ਇਹਨਾਂ ਸੌਦੇਬਾਜ਼ੀਆਂ ਰਾਹੀਂ ਜਾਂ ਅਸੀਂ ਯੂਨੀਅਨ ਦੇ ਪ੍ਰੈਸ਼ਰ ਰਾਹੀਂ ਜਿਨ੍ਹਾਂ ਖੇਤਰਾਂ ਵਿੱਚ ਅਸੀਂ ਫੀਮੇਲ ਦੇ ਵੇਜਸ ਨੂੰ ਅਸੀਂ ਵਧਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਖੇਤਰਾਂ ਦੇ ਵਿੱਚ ਫੀਮੇਲ ਦੀ ਅਟਰੈਕਟਿਵਨੈਸ ਘਟਣੀ ਸ਼ੁਰੂ ਹੋ ਗਈ, ਕਿਉਂਕਿ ਫੀਮੇਲ ਦੀ ਅਟਰੈਕਟਿਵਨੈਸ ਉਹਨਾਂ ਦਾ ਲੋ ਪੇਡ ਹੋਣਾ ਸੀਗਾ। ਤਾਂ ਉਹਨਾਂ ਵਿੱਚ ਮਰਦ ਨੇ ਜਿਹੜੇ ਉਹਨਾਂ ਨੂੰ ਜਦੋਂ ਉਹ ਅਟਰੈਕਟਿਵਨੈਸ ਹੀ ਖਤਮ ਹੋ ਗਈ ਤਾਂ ਮਰਦਾਂ ਨੂੰ ਬਰਾਬਰ ਦੀ ਉਹਦੇ ਵਿੱਚ ਰੁਜ਼ਗਾਰ ਦਿੱਤਾ ਜਾਣ ਲੱਗ ਪਿਆ। ਤਾਂ ਸਾਡੇ ਕੋਲ ਕਈ ਇਹੋ ਜਿਹੀਆਂ ਉਦਾਹਰਨਾਂ ਨੇ ਜਿਹੜੀਆਂ ਕਿ ਪਹਿਲਾਂ ਨਿਰੋਲ ਫੀਮੇਲ ਆਕੂਪੇਸ਼ਨ ਸੀਗੇ, ਪਰ ਜਿਵੇਂ ਉਹਨਾਂ ਦੇ ਵਿੱਚ ਵੇਜਸ ਵਧਣੇ ਸ਼ੁਰੂ ਹੋ ਗਏ ਤਾਂ ਉਹਨਾਂ ਵਿੱਚ ਮਰਦਾਂ ਨੇ ਸ਼ਾਮਲ ਕੀਤਾ। ਜੇ ਤੁਹਾਨੂੰ ਯਾਦ ਹੋਵੇ ਤਾਂ ਖਾਸ ਕਰਕੇ ਜਿਹੜੇ ਮੇਰੀ ਉਮਰ ਦੇ ਦੋਸਤ ਨੇ ਉਹਨਾਂ ਨੂੰ ਯਾਦ ਹੋਊਗਾ, ਜਾਂ ਮੇਰੀ ਉਮਰ ਤੋਂ ਵੱਡੇ ਦੋਸਤ ਨੇ ਤਾਂ ਉਹਨਾਂ ਨੂੰ ਯਾਦ ਹੋਊਗਾ ਕਿ ਸਾਡੇ ਸਮੇਂ ਦੇ ਵਿੱਚ ਨਰਸਾਂ ਦੇ ਕਿੱਤੇ ਨੂੰ ਬਹੁਤ ਮਾੜੀ ਨਜ਼ਰ ਨਾਲ ਦੇਖਿਆ ਜਾਂਦਾ ਸੀ। ਤਾਂ ਆਮ ਕਰਕੇ ਮਤਲਬ ਇਹ ਪ੍ਰਚਲਿਤ ਹੁੰਦਾ ਸੀਗਾ ਕਿ ਵੀ ਜਿਹੜਾ ਹੈਗਾ ਵੀ ਨਰਸਾਂ ਨੂੰ ਮਤਲਬ ਚਰਿੱਤਰ ਪੱਖੋਂ ਜਾਂ ਹੋਰਾਂ ਪੱਖੋਂ ਮਤਲਬ ਉਹਨਾਂ ਨੂੰ ਜਿਹੜਾ ਹੈਗਾ ਚੰਗਾ ਨਹੀਂ ਸੀ ਸਮਝਿਆ ਜਾਂਦਾ, ਤੇ ਮੁੰਡੇ ਆਮ ਕਰਕੇ ਇਹ ਕਿਹਾ ਕਰਦੇ ਸੀ ਕਿ ਵੀ ਨਰਸ ਨਾਲ ਨਹੀਂ ਵਿਆਹ ਕਰਾਉਣਾ, ਵੀ ਨਰਸਾਂ ਨੇ ਜਿਹੜੀਆਂ ਉਹ ਆਪਣੇ ਉਸ ਕਿੱਤੇ ਦੇ ਵਿੱਚ ਹੀ ਵਿਆਹ ਕਰਾਉਂਦੀਆਂ ਸੀਗੀਆਂ। ਇਹ ਇੱਕ ਆਮ ਧਾਰਨਾ ਸੀਗੀ। ਤਾਂ ਹੁਣ ਜਦੋਂ ਮਤਲਬ ਇੰਟਰਨੈਸ਼ਨਲਾਈਜੇਸ਼ਨ ਨਾਲ ਜਾਂ ਨਹੀਂ ਕਹਿੰਦੇ ਆ ਮਤਲਬ ਕੁਝ ਯੂਨੀਅਨ ਦੇ ਉਹਦੀ ਪ੍ਰੋਟੈਕਸ਼ਨ ਦੇ ਨਾਲ ਜਦੋਂ ਨਰਸਾਂ ਦੇ ਕਿੱਤੇ ਦੇ ਵਿੱਚ ਵੇਜਸ ਇੰਕਰੀਜ਼ ਹੁੰਦੇ ਨੇ ਤਾਂ ਉਹਦੇ ਵਿੱਚ ਮਰਦ ਵੀ ਨਰਸਾਂ ਆਉਣ ਲੱਗ ਗਏ।
इस तरीके नाल जिहड़ियां साडी एयर हॉस्टेस वाला काम है, तुसीं देखो कि ਇਹਦਾ ਸਿਰਫ शब्द भी ਆਪਾਂ फैमिनिन शब्द वरतदे हां हॉस्टेस, पर जिहड़ा एयर हॉस्टेस वाला काम है वो पहला बहुत ही मतलब जिहड़ा हैगा भी ग्रैमर दे नाल रिलेट करके जां मतलब ਉਹਨੂੰ आम ਉਹਦੇ ਵਿੱਚ आम घरां ਦੀਆਂ कुड़ियां नहीं सी ਜਾਂਦੀਆਂ ਹੁੰਦੀਆਂ ਤਾਂ मतलब ਉਹ ਇਸ ਤਰ੍ਹਾਂ ਸਮਝਿਆ ਜਾਂਦਾ ਹੁੰਦਾ ਸੀਗਾ। ਪਰ ਜਦੋਂ ਉਹਦੇ ਵਿੱਚ ਵੀ ਜਦੋਂ ਪ੍ਰਾਈਵੇਟਾਈਜੇਸ਼ਨ ਹੋਈ, ਇੰਟਰਨੈਸ਼ਨਲ 에ਅਰਲਾਈਨਸ ਆ ਜਿਹੜੀਆਂ ਉਹ मतलब ਆਪਣੀਆਂ ਪ੍ਰਾਈਵੇਟ 에ਅਰਲਾਈਨਸ ਆ ਇੰਟਰਨੈਸ਼ਨਲੀ ਉਹ ਕੰਪੀਟ ਕਰਨ ਲੱਗ ਪਈਆਂ, ਤਾਂ ਉਹਦੇ ਵਿੱਚ ਜਦੋਂ ਇਹਨਾਂ ਦੇ ਵੇਜਸ ਵਧਾਏ ਗਏ ਤਾਂ ਉਹਦੇ ਵਿੱਚ ਵੀ ਸਾਡੇ ਜਿਹੜੇ ਹੈਗੇ ਆ 에ਅਰ ਹੋਸਟ ਨੇ ਜਿਹੜੇ ਉਹ ਮੁੰਡੇ ਉਹਦੇ ਵਿੱਚ ਸ਼ਾਮਲ ਹੋਣੇ ਸ਼ੁਰੂ ਹੋ ਗਏ। ਤਾਂ ਜਿਹੜੇ ਵੀ ਕਿੱਤੇ ਵਿੱਚ ਵੇਜਸ ਇੰਕਰੀਜ਼ ਹੋਣੇ ਸ਼ੁਰੂ ਹੋ ਜਾਂਦੇ ਨੇ ਤਾਂ ਉਹ ਕਿੱਤਾ ਫੀਮੇਲ ਵਾਸਤੇ ਆਪਣੀ ਰਿਲੇਟਿਵ ਅਟਰੈਕਟਿਵਨੈਸ ਆ ਜਿਹੜੀ ਉਹ ਗਵਾ ਦਿੰਦਾ ਹੈ, ਤਾਂ ਉਹਦੇ ਵਿੱਚ ਮਰਦ ਨੇ ਜਿਹੜੇ ਉਹ ਆਣੇ ਸ਼ੁਰੂ ਹੋ ਜਾਂਦੇ। ਤੇ ਜਿੰਨਾ ਥਾਵਾਂ ਉੱਤੇ ਅਸੀਂ ਇਹ ਸੋਚਦੇ ਹਾਂ ਕਿ ਬਈ ਫੀਮੇਲ ਮੇਲ ਇਕੁਐਲਿਟੀ ਆਈ ਹੈ, ਤਾਂ ਉਹ ਜਿਹੜੀ ਇਕੁਐਲਿਟੀ ਹੈ ਕੁਛ ਤਾਂ ਇਸ ਕਰਕੇ ਆਈ ਹੈ, ਮੈਂ ਇਸ ਗੱਲ ਤੋਂ ਮੈਂ ਇਨਕਾਰੀ ਨਹੀਂ ਹੈਗੀ ਕਿ ਕੁਛ ਇਕੁਐਲਿਟੀ ਇਸ ਗੱਲ ਕਰਕੇ ਵੀ ਆਈ ਹੈ ਕਿ ਵੀ ਫੀਮੇਲ ਦੇ ਵੇਜਸ ਦੇ ਵਿੱਚ ਵਾਧਾ ਹੋਇਆ, ਕਿ ਫੀਮੇਲ ਦੇ ਰੁਜ਼ਗਾਰ ਦੇ ਮੌਕੇ ਵਧੇ, ਇਸ ਗੱਲ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ। ਪਰ ਉਹ ਥੋੜੇ ਖੇਤਰ ਨੇ, ਬਹੁਤੀਆਂ ਥਾਵਾਂ ਦੇ ਉੱਤੇ ਜਿਹੜੀ ਇਕੁਐਲਿਟੀ ਹੈ ਉਹ ਫੀਮੇਲ ਦੀ ਅਪਵਰਡ ਮੋਬਿਲਿਟੀ ਕਰਕੇ ਨਹੀਂ ਬਲਕਿ ਮਰਦਾਂ ਦੀ ਡਾਊਨਵਰਡ ਮੋਬਿਲਿਟੀ ਕਰਕੇ ਆਈ ਹੈ, ਕਿਉਂਕਿ ਆਰਥਿਕ ਢਾਂਚਾ ਹੈ ਜਿਹੜਾ ਉਹ ਇਸ ਦਿਸ਼ਾ ਵੱਲ ਜਾ ਰਿਹਾ ਜਿਹਦੇ ਵਿੱਚ ਕਿ ਮਤਲਬ ਓਵਰਆਲ ਡਿਟੀਰੀਓਰੇਸ਼ਨ ਹੋ ਰਹੀ ਹੈ। ਤਾਂ ਅਸੀਂ ਜਿਹੜੀ ਹੈਗੀ ਅਸੀਂ ਇਕੁਐਲਿਟੀ ਆਫ ਮਿਜ਼ਰੀ ਆ ਜਿਹੜੀ ਅਸੀਂ ਉਹਨੂੰ ਸ਼ੇਅਰ ਕਰਦੇ ਹਾਂ, ਨਾ ਕਿ ਅਸੀਂ ਜਿਹੜੀ ਹੈਗੀ ਆ ਪ੍ਰੋਸਪੈਰਿਟੀ ਆ ਜਿਹੜੀ ਅਸੀਂ ਉਹਦੇ ਵਿੱਚ ਇਕੁਐਲਿਟੀ ਨੂੰ ਸ਼ੇਅਰ ਕਰਦੇ ਹਾਂ। ਤਾਂ ਬਹੁਤੀਆਂ ਜਿਹੜੀਆਂ ਅਸੀਂ ਇਹ ਕਹਿ ਸਕਦੇ ਹਾਂ ਕਿ ਵੀ ਜਿਹੜੀਆਂ ਈਵਨ ਇੱਥੇ ਤੱਕ ਜਿਹੜੀਆਂ ਸਰਕਾਰੀ ਨੌਕਰੀਆਂ ਨੇ, ਵੀ ਸਿਰਫ ਇਹ ਪ੍ਰਾਈਵੇਟ ਸੈਕਟਰ ਹੀ ਨਹੀਂ ਹੈਗਾ, ਜਿਹੜੀਆਂ ਸਰਕਾਰੀ ਨੌਕਰੀਆਂ ਵੀ ਹੈਗੀਆਂ ਤਾਂ ਸਰਕਾਰੀ ਨੌਕਰੀਆਂ ਦੇ ਵਿੱਚ ਵੀ ਤੁਹਾਨੂੰ ਇਹੋ ਜਿਹੇ ਰੁਝਾਨ ਦੇਖਣ ਦੇ ਵਿੱਚ ਆਉਣਗੇ, ਕਿਉਂਕਿ ਸਰਕਾਰ ਹੈ ਜਿਹੜੀ ਉਹ ਇਸ ਸਿਸਟਮ ਤੋਂ ਵੱਖਰੀ ਨਹੀਂ ਹੈਗੀ। ਨਵ ਉਦਾਰਵਾਦੀ ਜਿਹੜੇ ਮਤਲਬ ਉਹਨਾਂ ਦੀ ਉਹਦੀ ਜਿਹੜੀ ਆਈਡੀਓਲੋਜੀ ਦੇ ਨਾਲ ਚੱਲਣ ਵਾਲੀ ਸਰਕਾਰ ਤੇ ਇਹ ਦੋਨੋਂ ਆਪਸ ਦੇ ਵਿੱਚ ਇੱਕ ਦੂਸਰੇ ਤੋਂ ਅਲੱਗਾ ਨਹੀਂ ਅਸੀਂ ਇਹਨਾਂ ਨੂੰ ਕਰ ਸਕਦੇ, ਕਿਉਂਕਿ ਉਹੋ ਜਿਹੀਆਂ ਹੀ ਨੀਤੀਆਂ ਹੋਣਗੀਆਂ ਜਿਹੋ ਜਿਹਾ ਤੁਹਾਡਾ ਆਰਥਿਕ ਢਾਂਚਾ ਹੋਊਗਾ। ਤਾਂ ਬਹੁਤ ਸਾਰੀਆਂ ਨੌਕਰੀਆਂ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਐਜੂਕੇਸ਼ਨ ਦੇ ਵਿੱਚ ਨੌਕਰੀਆਂ ਵਧੀਆਂ ਜਾਂ ਜਿਹੜਾ ਹੈਗਾ ਹੈਲਥ ਸੈਕਟਰ ਦੇ ਵਿੱਚ ਨੌਕਰੀਆਂ ਵਧੀਆਂ, ਤਾਂ ਉਹਦੇ ਨਾਲ ਹੀ ਜੇ ਤੁਸੀਂ ਦੇਖੋ ਤਾਂ ਹੈਲਥ ਸੈਕਟਰ ਦੇ ਵਿੱਚ ਤੇ ਐਜੂਕੇਸ਼ਨ ਦੇ ਵਿੱਚ ਜਿਹੜਾ ਜੈਂਡਰ ਵੇਜ ਗੈਪ ਹੈ ਉਹ ਇੰਕਰੀਜ਼ ਹੋਇਆ। ਉਹਦਾ ਕਾਰਨ ਕੀ ਹੈ ਕਿ ਸਰਕਾਰ ਨੇ ਆਪਣੇ ਬਹੁਤ ਸਾਰੇ ਜਿਹੜੇ ਟੀਚੇ ਨੇ ਉਹਨਾਂ ਦੀ ਪ੍ਰਾਪਤੀ ਲਈ, ਜਿਵੇਂ ਕਿ ਯੂਨੀਵਰਸਲਾਈਜੇਸ਼ਨ ਆਫ ਐਜੂਕੇਸ਼ਨ ਵਾਸਤੇ ਸਰਵ ਸਿੱਖਿਆ ਅਭਿਆਨ ਵਾਲਾ ਜਿਹੜਾ ਹੈਗਾ ਉਹਦੇ ਵਾਸਤੇ, ਮਿਡ ਡੇ ਮੀਲ ਸਕੀਮ ਹੈ ਜਿਹੜੀ ਉਹਦੇ ਵਾਸਤੇ, ਜਾਂ ਜਿਹੜੀ ਮਤਲਬ ਲੋਕਾਂ ਦੀ ਜਿਹੜੀ ਹੈਗੀ ਨਿਊਟ੍ਰੀਸ਼ਨ ਸਟੈਂਡਰਡ ਨੇ ਉਹਨਾਂ ਨੂੰ ਵਧਾਉਣ ਵਾਸਤੇ, ਯੂਨੀਵਰਸਲਾਈਜੇਸ਼ਨ ਆਫ ਵੈਕਸੀਨੇਸ਼ਨ ਵਾਸਤੇ ਜਿਹੜੀਆਂ ਔਰਤਾਂ ਨੂੰ ਉਹਨਾਂ ਨੇ ਭਰਤੀ ਕੀਤਾ, ਉਹ ਔਰਤਾਂ ਅਸਲ ਦੇ ਵਿੱਚ ਕਿਰਤੀਆਂ ਦੀ ਕੈਟੇਗਰੀ ਵਿੱਚ ਹੀ ਨਹੀਂ ਆਉਂਦੀਆਂ। ਇਹ ਉਹ ਔਰਤ ਜਿਵੇਂ ਆਸ਼ਾ ਵਰਕਰ ਤੇ ਸਾਡੇ ਜਿਹੜੇ ਪੈਰਾ ਟੀਚਰਸ ਨੇ ਜਿਹੜੇ ਕਿ ਅਸੀਂ ਸਰਵ ਸਿੱਖਿਆ ਅਭਿਆਨ ਦੇ ਅਸੀਂ ਅੰਡਰ ਜਿਹੜੇ ਉਹਨਾਂ ਨੂੰ ਅਸੀਂ ਇੰਪਲੋਏ ਕਰਦੇ ਹਾਂ, ਇਹ ਔਰਤਾਂ ਨੂੰ ਅਸੀਂ ਆਮ ਕਰਕੇ ਅਸੀਂ ਵੇਜਸ ਨਹੀਂ ਦਿੰਦੇ, ਅਸੀਂ ਉਹਨਾਂ ਨੂੰ ਜਿਹੜੇ ਹੈਗੇ ਆਨਰੇਰੀਅਮ ਦਿੰਦੇ ਹਾਂ, ਤੇ ਜਿਹੜੇ ਉਹ ਆਨਰੇਰੀਅਮ ਹੈ ਉਹ 10,000 ਰੁਪਏ ਤੋਂ ਵੀ ਘੱਟ ਹੁੰਦਾ, ਜਦਕਿ ਜਿਹੜਾ ਸਾਡਾ 7ਵਾਂ ਪੇ ਕਮਿਸ਼ਨ ਹੈ ਉਹਦੇ ਵਿੱਚ ਮਿਨੀਮਮ ਪੇ ਆ ਜਿਹੜੀ ਉਹ 18,000 ਰੁਪਏ ਹੋਣੀ ਚਾਹੀਦੀ ਹੈ। ਤਾਂ ਜਦੋਂ ਇੱਕੋ ਅਦਾਰੇ ਦੇ ਵਿੱਚ ਤੁਹਾਡੇ ਕੋਲੇ ਕੰਟਰੈਕਟ ਦੇ ਉੱਤੇ ਨੌਕਰੀ ਉੱਤੇ ਕੰਮ ਕਰਨ ਵਾਲਾ ਬੰਦਾ ਉਹ 7-8,000 ਰੁਪਇਆ ਲੈ ਰਿਹਾ ਜਾਂ ਉਹ 10,000 ਰੁਪਇਆ ਲੈ ਰਿਹਾ, ਤੇ ਜਦਕਿ ਉਹਦੇ ਬਰਾਬਰ ਇੱਕ ਫੁੱਲ ਸਕੇਲ ਵਾਲਾ ਜਿਹੜਾ ਹੈਗਾ ਬੰਦਾ ਹੈ ਉਹ ਕਰ ਰਿਹਾ, ਤਾਂ ਆਪਣੇ ਆਪ ਹੀ ਜਿਹੜਾ ਜੈਂਡਰ ਵੇਜ ਗੈਪ ਹੈ ਉਹ ਇਨਕਰੀਜ਼ ਹੋਊਗਾ। ਤੇ ਹੈਰਾਨੀ ਦੀ ਗੱਲ ਇਹ ਹੈ ਕਿ ਪੇਂਡੂ ਖੇਤਰਾਂ ਦੇ ਵਿੱਚ ਜਿਹੜਾ ਜੈਂਡਰ ਵੇਜ ਗੈਪ ਹੈ ਉਹ ਪਬਲਿਕ ਸੈਕਟਰ ਦੇ ਵਿੱਚ ਜ਼ਿਆਦਾ ਹੈ, ਪ੍ਰਾਈਵੇਟ ਸੈਕਟਰ 'ਚ ਘੱਟ ਹੈ, ਜਦਕਿ ਹੁੰਦਾ ਉਲਟਾ ਹੈ। ਅਸੀਂ ਸਮਝਦੇ ਅਸੀਂ ਉਲਟਾ, ਅਸੀਂ ਸੋਚਦੇ ਹਾਂ ਕਿ ਵੀ ਪ੍ਰਾਈਵੇਟ ਸੈਕਟਰ ਹੈ ਜਿਹੜਾ ਉਹ ਜ਼ਿਆਦਾ ਡਿਸਕ੍ਰਿਮੀਨੇਟਰੀ ਹੁੰਦਾ ਹੈ, ਤੇ ਜਿਹੜਾ ਗਵਰਨਮੈਂਟ ਸੈਕਟਰ ਹੈ ਪਬਲਿਕ ਸੈਕਟਰ ਦੇ ਵਿੱਚ ਸਾਰਿਆਂ ਦੇ ਵੇਜਸ ਨੇ ਜਿਹੜੇ ਉਹ ਇੱਕੋ ਜਿਹੇ ਹੋਣੇ ਚਾਹੀਦੇ ਨੇ, ਇਸ ਕਰਕੇ ਉਹਦੇ ਵਿੱਚ ਕਿਸੇ ਕਿਸਮ ਦਾ ਜੈਂਡਰ ਵੇਜ ਗੈਪ ਨਹੀਂ ਹੋਣਾ ਚਾਹੀਦਾ। ਪੇਂਡੂ ਖੇਤਰਾਂ ਦੇ ਵਿੱਚ ਪਬਲਿਕ ਸੈਕਟਰ ਦੇ ਵਿੱਚ ਜੈਂਡਰ ਵੇਜ ਗੈਪ ਪ੍ਰਾਈਵੇਟ ਸੈਕਟਰ ਨਾਲੋਂ ਜ਼ਿਆਦਾ ਹੈ, ਜਦਕਿ ਸ਼ਹਿਰੀ ਖੇਤਰਾਂ ਵਿੱਚ ਜ਼ਰੂਰ ਇਹ ਉਲਟ ਗੱਲ ਹੈ। ਸ਼ਹਿਰੀ ਖੇਤਰਾਂ ਦੇ ਵਿੱਚ ਇਸ ਤਰ੍ਹਾਂ ਹੈ ਕਿ ਵੀ ਪ੍ਰਾਈਵੇਟ ਸੈਕਟਰ ਦੇ ਵਿੱਚ ਜੈਂਡਰ ਵੇਜ ਗੈਪ ਵੱਧਦਾ ਹੈ ਤੇ ਜਦਕਿ ਪਬਲਿਕ ਸੈਕਟਰ ਦੇ ਵਿੱਚ ਜਿਹੜਾ ਹੈਗਾ ਜੈਂਡਰ ਵੇਜ ਗੈਪ ਹੈ ਘੱਟ ਹੈ। ਤਾਂ ਇਹ ਗੱਲ ਆਪਣੇ ਆਪ ਦੇ ਵਿੱਚ ਇਸ਼ਾਰਾ ਕਰਦੀ ਹੈ, ਕਿਉਂਕਿ ਜਿਹੜੇ ਬਹੁਤੇ ਸਾਰੇ ਜਿਹੜੇ ਪ੍ਰੋਗਰਾਮ ਨੇ ਉਹ ਟਾਰਗੇਟਡ ਨੇ ਰੂਰਲ ਏਰੀਆਜ਼ ਨੂੰ। ਤਾਂ ਰੂਰਲ ਏਰੀਆਜ਼ ਦੇ ਵਿੱਚ ਅਸੀਂ ਜਿਹੜੇ ਆਂਗਨਵਾੜੀ ਵਰਕਰਸ ਰੱਖਦੇ ਹਾਂ, ਅਸੀਂ ਜਿਹੜੇ ਆਸ਼ਾ ਵਰਕਰਸ ਅਸੀਂ ਅਪਾਇੰਟ ਕਰਦੇ ਹਾਂ, ਉਹਨਾਂ ਨੂੰ ਉਹ ਪ੍ਰੋਪਰ ਰੈਗੂਲਰ ਹੈਲਥ ਵਰਕਰ ਵਾਲੇ ਪੈਸੇ ਨਹੀਂ ਮਿਲ ਰਹੇ, ਪਰ ਕਿਉਂਕਿ ਉਹ ਹੈਲਥ ਸੈਕਟਰ ਦੇ ਵਿੱਚ ਗਿਣੇ ਜਾਂਦੇ ਨੇ, ਉਹ ਆਰਗੇਨਾਈਜ਼ਡ ਸੈਕਟਰ ਦੀ ਇੰਪਲੋਇਮੈਂਟ ਗਿਣੀ ਜਾਂਦੀ ਹੈ, ਤਾਂ ਉਹਨਾਂ ਦੀ ਜਿਹੜੀ ਹੈਗੇ ਪਰ ਉਹਨਾਂ ਦੀ ਜਿਹੜੇ ਵੇਜ ਦੇ ਗੈਪ ਨੇ ਉਹ ਜਿਹੜੇ ਮਤਲਬ ਉਹ ਵੇਜਸ ਨੇ ਜਿਹੜੇ ਉਹ ਫੀਮੇਲ ਨੂੰ ਉਵੇਂ ਉਹਨੇ ਉਸ ਸਟਿਪੂਲੇਟਡ ਰੇਟ ਦੇ ਉੱਤੇ ਨਹੀਂ ਦਿੱਤੇ ਜਾਂਦੇ, ਜਿਹਦੇ ਕਰਕੇ ਉਹ ਜੈਂਡਰ ਵੇਜ ਗੈਪ ਹੈ ਜਿਹੜਾ ਉਹ ਕਾਫੀ ਜ਼ਿਆਦਾ ਪਾਇਆ ਜਾਂਦਾ ਹੈ। ਤਾਂ ਕਿਸੇ ਵੀ
ਅਰਥ ਵਿਵਸਥਾ ਦੇ ਵਿੱਚ ਜਿਵੇਂ ਅਸੀਂ ਇਹ ਮੰਨੀਏ ਕਿ ਵੀ ਜਿੰਨੀ ਉਹਦੇ ਵਾਧੇ ਵਾਸਤੇ ਜਿੰਨੀ ਕਿ ਉਤਪਾਦਨ ਨੂੰ ਵਧਾਉਣ ਦੀ ਲੋੜ ਹੈ, ਵਸਤੂਆਂ ਦੇ ਉਤਪਾਦਨ ਨੂੰ ਵਧਾਉਣ ਦੀ ਲੋੜ ਹੈ, ਸੇਵਾਵਾਂ ਦੇ ਉਤਪਾਦਨ ਨੂੰ ਵਧਾਉਣ ਦੀ ਲੋੜ ਹੈ, ਉਨੀਆਂ ਹੀ ਜਿਹੜੀਆਂ ਹੈਗੀਆਂ ਨੇ ਵੀ ਜਿਹੜੀਆਂ ਕੇਅਰ ਦੀਆਂ ਐਕਟੀਵਿਟੀਜ਼ ਨੇ ਜਾਂ ਜਿਹੜੇ ਕੇਅਰ ਦੇ ਕੰਮ ਨੇ ਉਹਨੂੰ ਵਧਾਉਣ ਦੀ ਵੀ ਜ਼ਰੂਰਤ ਹੈ। ਕਿਉਂਕਿ ਜਿਹੜੀ ਕੇਅਰ ਦੀ ਐਕਟੀਵਿਟੀ ਆ ਜਾਂ ਕੇਅਰ ਦਾ ਜਿਹੜਾ ਮਤਲਬ ਆਪਣੀ ਈਵਨ ਕੇਅਰ ਨੂੰ ਰਿਸੀਵ ਕਰਨਾ ਸਾਡੇ ਇਸ ਸਮਾਜ ਦੇ ਜਿਹੜਾ ਹੈਗਾ ਉਹ ਬਹੁਤ ਠੋਸ ਆਧਾਰ ਬਣਦਾ ਏ ਤੇ ਸਾਡੇ ਵਾਸਤੇ, ਸਾਡੇ ਸਾਰਿਆਂ ਵਾਸਤੇ ਬਹੁਤ ਜ਼ਰੂਰੀ ਹੈ, ਤਾਂ ਇਸ ਸਮਾਜ ਦੀ ਬਣਤਰ ਦੇ ਵਿੱਚ ਬਹੁਤ ਅਹਿਮ ਯੋਗਦਾਨ ਪਾਉਂਦਾ। ਪਰ ਜਿਹੜਾ ਇੱਕ ਨਿੱਜੀ ਸਰਮਾਏ ਦੇ ਉੱਤੇ ਆਧਾਰਿਤ ਜਿਹੜਾ ਵੀ ਕੋਈ ਢਾਂਚਾ ਹੋਊਗਾ ਉਹ ਕਿਸੇ ਵੀ ਇਹੋ ਜਿਹੀ ਚੀਜ਼ ਨੂੰ ਅਹਿਮੀਅਤ ਨਹੀਂ ਦਿੰਦਾ ਜਿਹੜੀ ਕਿ ਉਹਨੂੰ ਮੁਨਾਫਾ ਨਾ ਕਮਾ ਕੇ ਦੇ ਰਹੀ ਹੋਵੇ। ਤਾਂ ਇਸ ਕਰਕੇ ਔਰਤਾਂ ਦੇ ਇਸ ਅਨਪੇਡ ਵਰਕ ਨੂੰ ਉਹਨੂੰ ਮਤਲਬ ਬੈਕਗ੍ਰਾਉਂਡ ਦੇ ਉੱਤੇ ਢੱਕ ਦੇਣਾ ਇਹ ਕੋਈ ਮਤਲਬ ਇਸ ਸਮਾਜ ਦੀ ਜਿਹੜੀ ਆਪਾਂ ਇਹ ਕਹੀਏ ਕਿ ਕੋਈ ਖਾਸ ਗੱਲ ਨਹੀਂ ਹੈਗੀ, ਕਿਉਂਕਿ ਇਹਨੇ ਹਮੇਸ਼ਾ ਲੋਕਾਂ ਦੀਆਂ ਨੀਡਸ ਨੂੰ, ਇਹਨੇ ਪ੍ਰੋਫਿਟ ਦੀਆਂ ਨੀਡਸ ਨੂੰ ਸਬਆਰਡੀਨੇਟ ਹੀ ਕਰਨਾ ਹੈ। ਤਾਂ ਇਹ ਇਹਦਾ ਜਿਹੜਾ ਹੈਗਾ ਆਪਾਂ ਇਹ ਕਹੀਏ ਕਿ ਇੱਕ ਅਹਿਮ ਲੱਛਣ ਹੈ। ਤਾਂ ਫਿਰ ਚਾਹੇ ਸਰਮਾਏਦਾਰੀ ਹੋਵੇ ਚਾਹੇ ਉਹ ਪਿਤਰਕੀ ਹੋਵੇ, ਤਾਂ ਉਹਦੇ ਇਹਨਾਂ ਦੋਹਾਂ ਦੇ ਇਹਨਾਂ ਮੰਤਵਾਂ ਦੀ ਪੂਰਤੀ ਵਾਸਤੇ ਜਿਹੜੀਆਂ ਫੈਮਿਲੀਜ਼ ਨੇ ਉਹ ਇੱਕ ਅਹਿਮ ਪਲੇਟਫਾਰਮ ਹੈ ਜਿਹੜੀਆਂ ਉਹ ਪ੍ਰੋਵਾਈਡ ਕਰਦੀਆਂ ਨੇ। ਉਹ ਇਸ ਜਿਹੜਾ ਹੈਗਾ ਇਸ ਮੰਤਵ ਦੀ ਪੂਰਤੀ ਵਾਸਤੇ ਉਹ ਇੰਸਟਰੂਮੈਂਟ ਨੇ ਉਹ ਜਿਹੜੀਆਂ ਉਹ ਬਣਦੀਆਂ ਨੇ। ਤਾਂ ਜਿਹੜੀ ਅਨਇਕੁਅਲ ਡਿਸਟ੍ਰੀਬਿਊਸ਼ਨ ਆਫ ਵਰਕ ਹੈ, ਚਾਹੇ ਉਹ ਲੇਬਰ ਮਾਰਕੀਟ ਦੇ ਵਿੱਚ ਹੈ ਚਾਹੇ ਉਹ ਫੈਮਿਲੀ ਦੇ ਵਿੱਚ ਹੈ, ਉਹ ਅਸਲ ਦੇ ਵਿੱਚ ਇਹਨਾਂ ਅਨਇਕੁਅਲ ਰਿਲੇਸ਼ਨਸ ਦੇ ਆਧਾਰ ਦੇ ਉੱਤੇ ਹੀ ਆਧਾਰ। ਬਹੁਤ ਆਰਾਮ ਨਾਲ ਇਸ ਗੱਲ ਨੂੰ ਦੇਖ ਸਕਦੇ ਹਾਂ ਕਿ ਈਵਨ ਜਦੋਂ ਮਾਡਰਨਾਈਜੇਸ਼ਨ ਹੁੰਦੀ ਹੈ ਜਾਂ ਮਤਲਬ ਜਿਹੜੇ ਹੈਗੇ ਆ ਅਰਥ ਵਿਵਸਥਾਵਾਂ ਵਿਕਸਿਤ ਹੁੰਦੀਆਂ ਨੇ ਤਾਂ ਉਹਦੇ ਵਿੱਚ ਮੈਕਨਾਈਜੇਸ਼ਨ ਦੇ ਬਾਵਜੂਦ ਵੀ ਜਿਹੜੀਆਂ ਔਰਤਾਂ ਨੇ ਵੀ ਉਹਨਾਂ ਦੀ ਜਿਹੜੀ ਹੈਗੀ ਆ ਉਹਨਾਂ ਦੇ ਕੰਮ ਦੇ ਵਿੱਚ ਵਾਧਾ ਹੁੰਦਾ ਏ ਤੇ ਉਹਨਾਂ ਦੀ ਜਿਹੜੀ ਹੈਗੀ ਆ ਟਾਈਮ ਪਾਵਰਟੀ ਹੈ ਉਹ ਜਿਹੜੀ ਇਨਕਰੀਜ਼ ਹੁੰਦੀ ਹੈ ਤੇ ਲੇਬਰ ਮਾਰਕੀਟ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਬਹੁਤ ਸਾਰੇ ਜਿਹੜੇ ਲੇਬਰ ਦੇ ਰਾਈਟਸ ਨੇ ਉਹ ਅਨਪ੍ਰੋਟੈਕਟਡ ਰਹਿ ਜਾਂਦੇ ਨੇ। ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਵੀ ਇਹ ਕਾਗਜ਼ੀ ਹੁੰਦੇ ਨੇ, ਜਦੋਂ ਕਿ ਤੁਹਾਡੇ ਕੋਲੇ ਆਰਥਿਕ ਪ੍ਰਬੰਧ ਇਹੋ ਜਿਹਾ ਹੋਊਗਾ ਤਾਂ ਬਹੁਤ ਸਾਰੇ ਸਾਡੇ ਜਿਹੜੇ ਨਿਯਮ ਨੇ, ਕਾਨੂੰਨ ਨੇ, ਜੇ ਮਤਲਬ ਵੀ ਮੈਂ ਇਹ ਕਹਾਂ ਕਿ ਜੇ ਮੈਂ 10 ਚੋਂ 8 ਨਾ ਕਹਾਂ ਵੀ ਜੇ ਐਗਜ਼ੈਜਰੇਸ਼ਨ ਲੱਗਦੀ ਹੈ ਤਾਂ ਮੈਂ ਇਹ ਕਹਿ ਸਕਦੀ ਹਾਂ ਕਿ ਵੀ ਅੱਧੇ ਤੋਂ ਵੱਧ ਜਿਹੜੇ ਸਾਡੇ ਇਹੋ ਜਿਹੇ ਕਾਨੂੰਨ ਨੇ ਜਿਹੜੇ ਕਿ ਸਿਰਫ ਤੇ ਸਿਰਫ ਕਾਗਜ਼ਾਂ ਵਾਸਤੇ ਹੈ, ਉਹ ਕਾਗਜ਼ਾਂ ਉੱਤੇ ਹੀ ਹੈ। ਉਹ ਮਰਦਾਂ ਵਾਸਤੇ ਵੀ ਉਨੀ ਹੀ ਗੱਲ ਸੱਚੀ ਹੈ ਜਿੰਨੀ ਕਿ ਔਰਤਾਂ ਵਾਸਤੇ ਆ। ਜਿਵੇਂ ਕਿ ਕੰਮ ਦੇ ਘੰਟੇ ਵੀ 8 ਘੰਟੇ ਹੋਣੇ, ਓਵਰ ਟਾਈਮ ਦਾ ਪੈਸਾ ਮਿਲਣਾ, ਮਿਨੀਮਮ ਵੇਜਸ ਦੀ ਅਦਾਇਗੀ। ਔਰਤਾਂ ਦੇ ਸੰਬੰਧ ਦੇ ਵਿੱਚ ਆਪਾਂ ਹੋਰ ਐਡ ਕਰ ਲੈਂਦੇ ਆ ਕਿ ਵੀ ਸਾਨੂੰ ਇਨਹੈਰੀਟੈਂਸ ਦੇ ਰਾਈਟਸ ਹੈਗੇ ਆ ਪਰ ਸਾਡੇ ਕੋਲੇ ਲੈਂਡ ਦੇ ਟਾਈਟਲਸ ਨਹੀਂ ਹੈਗੇ, ਸਾਡੇ ਕੋਲੇ ਸਾਡਾ ਘਰ ਸਾਡੇ ਆਪਣੇ ਨਾਮ ਦੇ ਉੱਤੇ ਨਹੀਂ ਹੁੰਦਾ। ਜਿਹੜਾ ਕੰਮ ਜਿਹੜਾ ਸਾਡੀ ਕਰਮ ਭੂਮੀ ਮੰਨਿਆ ਜਾਂਦਾ ਹੈ, 4 ਚੋਂ 3 ਔਰਤਾਂ ਦੀ ਜਿਹੜੀ ਹੈਗੀ ਵੱਡੀ ਕਰਮ ਭੂਮੀ ਆ ਉਹ ਘਰ ਹੈ, ਤਾਂ ਉਹ ਘਰ ਉਹਨਾਂ ਦੇ ਆਪਣੇ ਨਾਮ ਨਹੀਂ ਹੁੰਦਾ। ਤਾਂ ਇਹ ਰਾਈਟਸ ਸਾਡੇ ਕਨਸਟੀਟਿਊਸ਼ਨਲ ਰਾਈਟਸ ਹੈਗੇ ਆ ਪਰ ਇਹ ਐਕਸਰਸਾਈਜ਼ ਨਹੀਂ ਹੁੰਦੇ ਹੈਗੇ ਪ੍ਰੈਕਟੀਕਲੀ। ਇਹਨਾਂ ਦੀ ਜਿਹੜੀ ਹੈਗੀ ਇਹਨਾਂ ਦੀ ਐਕਸਰਸਾਈਜ਼ ਦੇ ਵਿੱਚ ਤੇ ਇਹਨਾਂ ਦੇ ਜਿਹੜੇ ਹੈਗੇ ਕਾਗਜ਼ਾਂ ਦੇ ਉੱਤੇ ਵਿੱਚ ਉਹਦੇ ਵਿੱਚ ਬਹੁਤ ਵੱਡਾ ਫਰਕ ਹੈ। ਇਹ ਵੀ ਇੱਕ ਨਿੱਜੀ ਸਰਮਾਏ ਦੇ ਡਿਜ਼ਾਈਨ ਦੇ ਵਿੱਚ ਸ਼ਾਮਲ ਹੈ, ਕਿਉਂਕਿ ਜਦੋਂ ਵੀ ਤੁਹਾਡੇ ਕੋਲੇ ਜਿਹੜਾ ਹੈਗਾ ਵੀ ਇੱਕ ਇਹੋ ਜਿਹਾ ਸਮਾਜ ਹੋਊਗਾ ਜਿਹੜਾ ਕਿ ਨਿੱਜੀ ਸਰਮਾਏ ਦੇ ਉੱਤੇ ਆਧਾਰਿਤ ਹੋਊਗਾ, ਜਿਹਦਾ ਕਿ ਮੁਨਾਫਾ ਕਮਾਉਣਾ ਜਿਹਦਾ ਉਹਦਾ ਮੂਲ ਮੋਟਿਵ ਹੋਊਗਾ, ਉਹਦੇ ਵਿੱਚ ਕਿ ਅਸੀਂ ਬਹੁਤ ਸਾਰੇ ਜਿਹੜੇ ਕਾਨੂੰਨ ਨੇ ਸਾਡੇ ਉਹ ਸਿਰਫ ਕਾਗਜ਼ੀ ਕਾਨੂੰਨ ਹੋਣਗੇ। ਬਹੁਤ ਸਾਰੇ ਕਾਨੂੰਨ ਤਾਂ ਅਸੀਂ ਵਰਲਡ ਬੈਂਕਾਂ ਦੀਆਂ ਜਾਂ ਅਸੀਂ ਹੋਰ ਜਿਹੜੀਆਂ ਅੰਤਰਰਾਸ਼ਟਰੀ ਸੰਸਥਾਵਾਂ ਨੇ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਨੇ ਗ੍ਰਾਂਟਸ ਨੂੰ ਹਾਸਲ ਕਰਨ ਵਾਸਤੇ ਅਸੀਂ ਜਸਟ ਆਪ ਦਾ ਫੇਸ ਸੇਵਿੰਗ ਵਾਸਤੇ ਅਸੀਂ ਕੀਤੀਆਂ ਹੋਈਆਂ ਨੇ, ਕਿਉਂਕਿ ਉਹਨਾਂ ਨੇ ਵੀ ਆਪ ਦੀ ਫੇਸ ਸੇਵਿੰਗ ਕਰਨੀ ਹੁੰਦੀ ਹੈ ਕਿ ਤੁਸੀਂ ਇਹ ਜਿਹੀ ਥਾਂ ਦੇ ਉੱਤੇ ਸਰਮਾਇਆ ਲਗਾ ਰਹੇ ਹੋ ਜਿਹੜੀ ਕਿ ਇਹ ਜਿਹੇ ਹਿਊਮਨ ਰਾਈਟਸ ਨੂੰ ਵਾਇਲੇਟ ਨਹੀਂ ਕਰਦੀ, ਜਦਕਿ ਅਸਲ ਵਿੱਚ ਉਹ ਵਾਇਲੇਟ ਕਰ ਰਹੀ ਹੁੰਦੀ ਹੈ। ਤਾਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਮਤਲਬ ਵੀ ਸਾਡੇ ਰਿਸੋਰਸਿਸ ਉੱਤੇ ਕੰਟਰੋਲ ਦਾ ਨਾ ਹੋਣਾ, ਵੀ ਫਾਈਨਾਂਸਿਸ ਦੇ ਉੱਤੇ ਕੰਟਰੋਲ ਨਾ ਹੋਣਾ, ਪ੍ਰਾਪਰਟੀ ਦੇ ਉੱਤੇ ਕੰਟਰੋਲ ਨਾ ਹੋਣਾ, ਤਾਂ ਈਵਨ ਇੱਥੇ ਤੱਕ ਕਿ ਸਾਡੇ ਕੋਲੇ ਜਿਹੜਾ ਹੈਗਾ ਐਜੂਕੇਸ਼ਨ ਨੂੰ ਹਾਸਲ ਕਰਨ ਦੇ ਉੱਤੇ ਸਾਡਾ ਜਿਹੜਾ ਹੈਗਾ ਸਾਡੀ ਜਿਹੜੀ ਨਿੱਜੀ ਜਿਹੜੀ ਆਜ਼ਾਦੀ ਹੈ ਉਹਦਾ ਨਾ ਹੋਣਾ, ਉਹ ਔਰਤਾਂ ਦੀ ਇੰਪਲੋਏਬਿਲਟੀ ਨੂੰ ਵੀ ਘਟਾਉਂਦਾ। ਵੀ ਇੱਕ ਪਾਸੇ ਤਾਂ ਅਸੀਂ ਕਹਿੰਦੇ ਨਾ ਕਿ ਵੀ ਪੂਰਤੀ ਪੱਖੋਂ ਘਟਦੀਆਂ ਨੇ, ਇੱਕ ਪਾਸੇ ਉਹ ਸਾਡੀ ਜਿਹੜੀ ਹੈਗੀ ਰੁਜ਼ਗਾਰ ਨੂੰ ਹਾਸਲ ਕਰਨ ਦੀ ਜਿਹੜੀ ਹੈਗੀ ਆ ਉਹਦੀ ਯੋਗਤਾ ਨੂੰ ਵੀ ਘਟਾਉਂਦਾ। ਕਿਉਂਕਿ ਸਮਾਂ ਥੋੜਾ ਰਹਿ ਗਿਆ ਇਸ ਕਰਕੇ ਮੈਂ ਕੁਝ ਗੱਲਾਂ ਨੇ ਜਿਹੜੀਆਂ ਉਹ ਸੋਲਿਊਸ਼ਨ ਵਾਲੇ ਪਾਸੇ ਮੈਂ ਆਉਣ ਦੀ ਕੋਸ਼ਿਸ਼ ਕਰੂੰਗੀ। ਹਾਲਾਂਕਿ ਮਤਲਬ ਜਿਹੋ ਜਿਹਾ ਸਿਸਟਮ ਹੈ ਉਹ ਆਪਣੇ ਆਪ ਦੇ ਵਿੱਚ ਬਹੁਤ ਹੀ ਨਿਰਾਸ਼ਾਮਈ ਜਿਹੜੀ ਪਿਕਚਰ ਆ ਉਹ ਪੇਸ਼ ਕਰਦਾ ਹੈ, ਉਹਦੇ ਵਿੱਚ ਐਸ ਸੱਚ ਕੋਈ ਸੋਲਿਊਸ਼ਨ ਨਹੀਂ ਪਿਆ ਕਿਉਂਕਿ ਅਸੀਂ ਇਹੋ ਜਿਹੇ ਅਨਇਕੁਅਲ ਜਿਹੜੀਆਂ ਮਤਲਬ ਰਿਲੇਸ਼ਨ ਜਦ ਤੱਕ ਖਤਮ ਨਹੀਂ ਹੁੰਦੇ ਉਹਦੇ ਵਿੱਚ ਕੋਈ ਸੋਲਿਊਸ਼ਨ ਨਹੀਂ ਹੈਗੇ। ਪਰ ਫਿਰ ਵੀ ਕੁਝ ਚੀਜ਼ਾਂ ਜਿਹੜੀਆਂ ਸੁਜੈਸਟ ਕੀਤੀਆਂ ਜਾਂਦੀਆਂ ਨੇ ਗਲੋਬਲੀ। ਇੱਕ ਤਾਂ ਮਤਲਬ 3R ਦਾ ਇੱਕ ਪ੍ਰਿੰਸੀਪਲ ਹੈ ਜਿਹੜਾ ਵੀ ਜਿਹਨੂੰ ਬਹੁਤੇ ਫੈਮਿਨਿਸਟ ਨੇ ਜਿਹੜੇ ਉਹ ਮੰਨਦੇ ਆ, ਤਾਂ ਉਹ 3R ਹੈਗੇ ਆ ਕਿ ਜਿਵੇਂ ਅਸੀਂ ਇਹਨੂੰ ਕਹਿੰਦੇ ਆ ਕਿ ਵੀ ਰਿਕੋਗਨਾਈਜ਼, ਵੀ ਪਹਿਲਾਂ ਔਰਤਾਂ ਦੇ ਇਸ ਕੰਮ ਨੂੰ ਰਿਕੋਗਨਾਈਜ਼ ਕਰੋ,
ਫਿਰ ਇਹ ਹੈ ਕਿ ਉਹਨੂੰ ਰਿਡਿਊਸ ਕਰੋ, ਦੂਜਾ ਆਰ ਰਿਡਿਊਸ ਕਰੋ। ਤੇ ਵੀ ਰਿਡਿਊਸ ਕਰਨ ਦਾ ਤਰੀਕਾ ਇਹ ਹੋ ਸਕਦਾ ਹੈ ਕਿ ਵੀ ਮਤਲਬ ਉਹਨਾਂ ਨੂੰ ਮੈਕਨਾਈਜੇਸ਼ਨ ਪ੍ਰੋਵਾਈਡ ਕਰਕੇ ਜਾਂ ਜਿਹੜਾ ਹੈਗਾ ਮਤਲਬ ਮਾਡਰਨ ਇਕੁਇਪਮੈਂਟ ਪ੍ਰੋਵਾਈਡ ਕਰਕੇ, ਪਬਲਿਕ ਢਾਂਚੇ ਦੇ ਵਿੱਚ ਖਰਚ ਕਰਕੇ ਵੀ ਅਸੀਂ ਉਹਨਾਂ ਦਾ ਕੰਮ ਹੈ ਜਿਹੜਾ ਉਹ ਰਿਲੇਟਿਵਲੀ ਸੌਖਾ ਕਰ ਸਕਦੇ ਹਾਂ, ਤਾਂ ਉਹਨੂੰ ਰਿਡਿਊਸ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਤੇ ਤੀਸਰਾ ਹੈਗਾ ਰੀਡਿਸਟ੍ਰੀਬਿਊਟ ਕਰੋ। ਤਾਂ ਰੀਡਿਸਟ੍ਰੀਬਿਊਟ ਕਰਨ ਦਾ ਮਤਲਬ ਇਹ ਹੈ ਕਿ ਇਹ ਰੀਡਿਸਟ੍ਰੀਬਿਊਸ਼ਨ ਵਿਦਨ ਫੈਮਿਲੀ ਵੀ ਹੋ ਸਕਦੀ ਹੈ ਕਿ ਵੀ ਸਾਰੇ ਲੋਕ ਨੇ ਜਿਹੜੇ ਵੀ ਉਹ ਇਸ ਗੱਲ ਨੂੰ ਮੰਨਣ ਕਿ ਇਹ ਜਿਹੜਾ ਕੇਅਰ ਦਾ ਕੰਮ ਹੈ ਇਹ ਔਰਤਾਂ ਦਾ ਕੰਮ ਨਹੀਂ। ਕਿਉਂਕਿ ਮੈਨੂੰ ਪਤਾ ਕਿ ਆਪਣੇ ਬਹੁਤ ਸਾਰੇ ਦੋਸਤ ਨੇ ਜਿਹੜੇ ਉਹ ਇਹ ਕਹਿੰਦੇ ਨੇ ਕਿ ਵੀ ਅਸੀਂ ਆਪਣੀਆਂ ਬੀਵੀਆਂ ਦੇ ਨਾਲ ਅਸੀਂ ਕੰਮ ਕਰਾਉਂਦੇ ਹਾਂ, ਅਸੀਂ ਉਹਨਾਂ ਦੀ ਹੈਲਪ ਕਰਦੇ ਹਾਂ, ਭਰਾ ਨੇ ਜਿਹੜੀਆਂ ਉਹ ਆਪਣੇ ਭੈਣਾਂ ਨਾਲ ਕੰਮ ਕਰਾਉਂਦੇ ਨੇ, ਪਰ ਉਹਨੂੰ ਐ ਸਮਝਿਆ ਜਾਂਦਾ ਹੈ ਕਿ ਵੀ ਉਹ ਭੈਣਾਂ ਦੀ ਜਾਂ ਆਪਣੀਆਂ ਬੀਵੀਆਂ ਦੀ ਹੈਲਪ ਕਰਦੇ ਨੇ। ਹਜੇ ਵੀ ਸਾਡੇ ਦਿਮਾਗ ਦੇ ਵਿੱਚ ਇਹ ਗੱਲ ਨਹੀਂ ਬੈਠੀ ਹੋਈ ਕਿ ਇਹ ਅਸੀਂ ਆਪਣਾ ਕੰਮ ਕਰ ਰਹੇ ਹਾਂ, ਅਸੀਂ ਆਪਣੇ ਹਿੱਸੇ ਦਾ ਕੰਮ ਕਰ ਰਹੇ ਹਾਂ। ਤਾਂ ਅਸੀਂ ਇਹ ਮੰਨਦੇ ਹਾਂ ਕਿ ਵੀ ਜੇ ਇਹਨੂੰ ਫੈਮਿਲੀ ਪੱਧਰ ਦੇ ਉੱਤੇ ਵੀ ਰੀਡਿਸਟ੍ਰੀਬਿਊਟ ਕੀਤਾ ਜਾਵੇ ਵੀ ਔਰਤਾਂ ਦਾ ਕੰਮ ਹੈ ਜਿਹੜਾ ਉਹ ਇਕੱਲਾ ਔਰਤਾਂ ਦਾ ਕੰਮ ਨਹੀਂ, ਉਹ ਪਰਿਵਾਰ ਦੇ ਸਾਰੇ ਜੀਆਂ ਦਾ ਸਾਂਝਾ ਕੰਮ ਹੈ, ਤਾਂ ਉਹਨੂੰ ਸਾਂਝੇ ਰੂਪ ਦੇ ਵਿੱਚ ਵੰਡਿਆ ਜਾਵੇ। ਇਹ ਰੀਡਿਸਟ੍ਰੀਬਿਊਸ਼ਨ ਘਰ ਤੋਂ ਬਾਹਰ ਵੀ ਹੋ ਸਕਦੀ ਹੈ। ਇਹ ਰੀਡਿਸਟ੍ਰੀਬਿਊਸ਼ਨ ਸਰਕਾਰ ਦੀ ਤੇ ਪਰਿਵਾਰ ਦੇ ਵਿਚਕਾਰ ਵੀ ਹੋ ਸਕਦੀ ਹੈ ਕਿ ਸਰਕਾਰ ਬਹੁਤ ਸਾਰੀਆਂ ਕੇਅਰ ਐਕਟੀਵਿਟੀਜ਼ ਨੂੰ, ਪਬਲਿਕ ਇਨਵੈਸਟਮੈਂਟ ਨੂੰ ਵਧਾ ਕੇ ਉਹਨਾਂ ਕੇਅਰ ਐਕਟੀਵਿਟੀਜ਼ ਨੂੰ ਜਿਹੜਾ ਹੈਗਾ ਉਹਨੂੰ ਸਾਂਭੇ। ਤਾਂ ਜਦੋਂ ਮਤਲਬ ਅਸੀਂ ਇਹਨਾਂ 3 ਆਰ ਦੀ ਗੱਲ ਕਰਦੇ ਹਾਂ ਤਾਂ ਅਸੀਂ ਫਿਰ ਵੀ ਹਜੇ ਕੁਝ ਸੀਮਤ ਹੁੰਦੇ ਹਾਂ। ਤਾਂ ਕੁਝ ਲੋਕਾਂ ਨੇ ਇਹਦੇ ਵਿੱਚ ਇਹ ਵੀ ਜੋੜਿਆ ਹੈ ਕਿ ਵੀ ਪੇਡ ਤੇ ਅਨਪੇਡ ਕੇਅਰ ਦਾ ਤੇ ਆਪਸ ਦੇ ਵਿੱਚ ਇੱਕ ਬਹੁਤ ਅਹਿਮ ਰਿਸ਼ਤਾ ਹੈ। ਜਦੋਂ ਅਸੀਂ ਘਰਾਂ ਦੇ ਵਿੱਚ ਅਸੀਂ ਅਨਪੇਡ ਕੇਅਰ ਦੇ ਉੱਤੇ ਵੱਧ ਖਰਚ ਕਰਾਂਗੇ ਤਾਂ ਸਾਡੇ ਸਾਧਨ ਸੀਮਤ ਨੇ, ਸਾਡੇ ਸਮੇਂ ਦੇ ਸਾਧਨ ਸੀਮਤ ਨੇ। ਤਾਂ ਜਦੋਂ ਅਸੀਂ ਅਨਪੇਡ ਕੇਅਰ ਦੇ ਉੱਤੇ ਖਰਚ ਘੱਟ ਕਰਾਂਗੇ ਤਾਂ ਸਾਡੇ ਕੋਲੇ ਪੇਡ ਕੇਅਰ ਵਾਸਤੇ ਸਾਡੇ ਕੋਲੇ ਜਿਹੜਾ ਹੈਗਾ ਜਾਂ ਪੇਡ ਜੌਬਸ ਵਾਸਤੇ ਸਾਡੇ ਕੋਲੇ ਸਮਾਂ ਘੱਟ ਬਚ ਜਾਊਗਾ। ਤਾਂ ਜਦੋਂ ਔਰਤਾਂ ਦਾ ਘਰ ਦਾ ਕੰਮ ਰਿਕੋਗਨਾਈਜ਼ ਨਹੀਂ ਹੋਊਗਾ, ਉਹਨਾਂ ਦੇ ਇਸ ਕੰਮ ਨੂੰ ਅੰਡਰ ਵੈਲਿਊ ਕੀਤਾ ਜਾਊਗਾ, ਤਾਂ ਜਿਹੜੀ ਪੇਡ ਕੇਅਰ ਵਰਕ ਹੈ ਉਹ ਵੀ ਅੰਡਰ ਵੈਲਿਊਡ ਰਹੂਗੀ। ਜਿਵੇਂ ਕਿ ਅਸੀਂ ਦੇਖ ਸਕਦੇ ਹਾਂ ਕਿ ਸਾਡੇ ਇਹਨਾਂ ਦੇਸ਼ਾਂ ਦੇ ਵਿੱਚ, ਭਾਰਤ ਦੀ ਸਾਡੇ ਕੋਲੇ ਆਪਣੀ ਪ੍ਰਤੱਖ ਐਗਜ਼ਾਮਪਲ ਹੈ ਕਿ ਘਰ ਦੇ ਵਿੱਚ ਜਿਹੜੀਆਂ ਕੰਮ ਕਰਨ ਵਾਸਤੇ ਜਿਹੜੀਆਂ ਲੇਡੀਜ਼ ਆਉਂਦੀਆਂ ਨੇ ਉਹ ਬਹੁਤ ਅੰਡਰਪੇਡ ਹੁੰਦੀਆਂ ਨੇ। ਤਾਂ ਚਾਹੇ ਉਹ ਬਿਮਾਰ ਨੂੰ ਸਾਂਭਣ ਆਉਂਦੀਆਂ ਨੇ, ਚਾਹੇ ਉਹ ਬੱਚੇ ਨੂੰ ਸਾਂਭਣ ਆਉਂਦੀਆਂ ਨੇ, ਚਾਹੇ ਉਹ ਘਰ ਦੇ ਬਾਕੀ ਕੰਮ ਕਰਦੀਆਂ ਨੇ, ਉਹ ਅੰਡਰਪੇਡ ਨੇ। ਕਿਉਂਕਿ ਇਹ ਸਾਡੀ ਜਿਹੜੀ ਘਰੇਲੂ ਜਿਹੜਾ ਕੰਮ ਨੂੰ ਜਦੋਂ ਤੁਸੀਂ ਇਹਨੂੰ ਅੰਡਰ ਵੈਲਿਊ ਕਰਦੇ ਹੋ ਤਾਂ ਉਹ ਮਾਰਕੀਟ, ਜਦੋਂ ਮਾਰਕੀਟ ਕੰਮ ਬਣਦਾ ਹੈ ਤਾਂ ਵੀ ਉਹ ਅੰਡਰ ਵੈਲਿਊ ਹੀ ਹੁੰਦਾ। ਤਾਂ ਜਿਹੜੀ ਇਹ ਅੰਡਰ ਵੈਲਿਊਏਸ਼ਨ ਦਾ ਇਹ ਇੱਕ ਚੱਕਰ ਹੈ ਆਪਸ ਦੇ ਵਿੱਚ, ਇੱਕ ਅਸੀਂ ਇਹ ਕਹਿੰਦੇ ਹਾਂ ਕਿ ਇੱਕ ਵਿਸ਼ੀਅਸ ਸਾਈਕਲ ਹੈ ਕਿ ਜੇ ਇਹਨੂੰ ਪ੍ਰੋਪਰਲੀ ਰਿਕੋਗਨਾਈਜ਼ ਨਹੀਂ ਕਰਾਂਗੇ ਤਾਂ ਜਿਹੜਾ ਪੇਡ ਵਰਕ ਹੈ ਉਹ ਵੀ ਜਿਹੜਾ ਹੈਗਾ ਅਨਰਿਕੋਗਨਾਈਜ਼ਡ ਰਹੂਗਾ ਤੇ ਉਹ ਵੀ ਅੰਡਰ ਵੈਲਿਊਡ ਰਹੂਗਾ। ਇਸ ਕਰਕੇ ਅਸੀਂ ਇਹਦੇ ਵਿੱਚ 2 ਆਰ ਅਸੀਂ ਹੋਰ ਜੋੜਦੇ ਹਾਂ। ਜਿਹੜਾ ਉਹ 2 ਆਰ ਹੈ ਉਹ ਹੈਗਾ ਕਿ ਵੀ ਇਹਨਾਂ ਵਰਕਰਸ ਨੂੰ ਪ੍ਰੋਪਰ ਰਿਪਰੈਜ਼ੈਂਟੇਸ਼ਨ ਦਿੱਤੀ ਜਾਵੇ, ਯਾਨੀ ਜਿਹੜੇ ਕਿ ਉਹ ਡਾਊਨ ਟ੍ਰੋਡਨ ਵਰਕਰਸ ਨੇ, ਜਿਹੜੇ ਕਿ ਉਹ ਮਾਰਜਨਲਾਈਜ਼ਡ ਨੇ। ਕਿਉਂਕਿ ਸਭ ਤੋਂ ਜ਼ਿਆਦਾ ਜਿਹੜੀ ਲੋ ਪੇਮੈਂਟ ਆ ਉਹ ਡੋਮੈਸਟਿਕ ਵਰਕਰਸ ਦੀ ਹੈ। ਤਾਂ ਡੋਮੈਸਟਿਕ ਵਰਕਰਸ ਨੇ ਜਿਹੜੇ, ਜੇ ਉਹਨਾਂ ਨੂੰ ਪ੍ਰੋਪਰ ਰਿਪਰੈਜ਼ੈਂਟੇਸ਼ਨ ਦਿੱਤੀ ਜਾਵੇ ਇਹਨਾਂ 3 ਆਰਾਂ ਦੇ ਵਿੱਚ, ਤੇ ਫਿਰ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਪ੍ਰੋਪਰ ਰੈਮਿਊਨਰੇਸ਼ਨ ਵੀ ਦਿੱਤਾ ਜਾਵੇ। ਤਾਂ ਮੈਂ ਮਤਲਬ ਇੱਕ ਹੋਰ ਗੱਲ ਜਿਹੜੀ ਹੈਗੀ ਉਹ ਐਡ ਕਰਨਾ ਚਾਹੁੰਦੀ ਹਾਂ। ਉਹ ਇਹ ਹੈ ਕਿ ਜਦੋਂ ਅਸੀਂ ਸਿਰਫ 3 ਆਰ ਦੀ ਗੱਲ ਕਰਦੇ ਹਾਂ ਤਾਂ ਅਸੀਂ ਬਹੁਤ ਹੱਦ ਤੱਕ ਅਸੀਂ ਸਿਰਫ ਉੱਚ ਤਬਕੇ ਆ ਜਿਹੜਾ ਇਹ ਅਸੀਂ ਜਿਹੜੀਆਂ ਉੱਚ ਤਬਕੇ ਦੀਆਂ ਜਿਹੜੀਆਂ ਔਰਤਾਂ ਨੇ ਅਸੀਂ ਉਹਨਾਂ ਤੱਕ ਸੀਮਤ ਰਹਿ ਜਾਂਦੇ ਹਾਂ, ਜਿਹਦੇ ਬਾਰੇ ਕਈ ਵਾਰੀ ਫੇਸਬੁੱਕ ਦੇ ਉੱਤੇ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਉਹਦੇ ਵਿੱਚ ਕਈ ਵਾਰੀ ਅਸੀਂ ਇਹ ਕਹਿ ਦਿੰਦੇ ਹਾਂ ਕਿ ਵੀ ਜਿਹੜਾ ਹੈਗਾ ਇਹ ਬੁਰਜੂਆ ਨਾਰੀਵਾਦ ਹੈ, ਜਾਂ ਅਸੀਂ ਇਹ ਕਹਿ ਦਿੱਤਾ ਜਾਂਦਾ ਹੈ ਕਿ ਵੀ ਇਹ ਫੈਮਿਨਿਜ਼ਮ ਫॉर ਦਾ 1%। ਮੈਂ ਮੰਨਦੀ ਹਾਂ ਕਿ ਵੀ ਉਹ ਇੱਕ ਪੈਰਲਲ ਮੂਵ ਚੱਲਦੀ ਹੈ, ਵੀ ਉਹ ਪੈਰਲਲ ਮੂਵ ਹੈ ਜਿਹੜੀ ਉਹ ਮਤਲਬ ਉਹ ਮੈਰਿਟੋਕ੍ਰੇਸੀ ਦੀ ਗੱਲ ਕਰਦੀ ਹੈ। ਉਹ ਮਤਲਬ ਆਪਣੀਆਂ ਜਿਹੜੇ ਉੱਚ ਅਹੁਦੇ ਨੇ ਉਹਨਾਂ ਦੇ ਉੱਤੇ ਜਿਹੜੇ ਹੈਗੇ ਉਹਨਾਂ ਦੀ ਬਰਾਬਰ ਵੰਡ ਦੀ ਗੱਲ ਕਰਦੀ ਹੈ। ਉਹ ਚਾਹੁੰਦੀ ਹੈ ਕਿ ਵੀ ਫੀਮੇਲ ਸੀਈਓਜ਼ ਵੀ ਹੋਣ। ਅਸੀਂ ਫੀਮੇਲ ਸੀਈਓਜ਼ ਨੂੰ ਅਸੀਂ ਜਿਹੜਾ ਹੈਗਾ ਸੈਲੀਬ੍ਰੇਟ ਨਹੀਂ ਕਰ ਰਹੇ ਹੈਗੇ। ਅਸੀਂ ਇਹ ਕਹਿ ਰਹੇ ਹਾਂ, ਅਸੀਂ ਬਲਕਿ ਇਹ ਕਹਿ ਰਹੇ ਹਾਂ ਕਿ ਇਹ ਸੀਈਓਸ਼ਿਪ ਹੀ ਜਿਹੜੀ ਹੈਗੀ ਆ ਉਹ ਖਤਮ ਹੋ ਜਾਣੀ ਚਾਹੀਦੀ ਹੈ। ਤੇ ਜਦੋਂ ਅਸੀਂ 2 ਆਰ ਇਹਦੇ ਵਿੱਚ ਅਸੀਂ ਐਡ ਕਰਦੇ ਹਾਂ ਤੇ ਅਸੀਂ ਉਹਨੂੰ ਐਮਫਸਾਈਜ਼ ਕਰਦੇ ਹਾਂ ਤਾਂ ਅਸਲ ਦੇ ਵਿੱਚ ਅਸੀਂ ਉਸ 99% ਔਰਤਾਂ ਦੀ ਗੱਲ ਕਰ ਰਹੇ ਹਾਂ ਜਿਹੜੀਆਂ ਕਿ ਇਸ ਡਰੱਜਰੀ ਨੂੰ ਉਹ ਬੀਅਰ ਕਰਦੀਆਂ ਨੇ। ਅਸੀਂ ਉਹਨਾਂ 99% ਔਰਤਾਂ ਦੀ ਗੱਲ ਕਰ ਰਹੇ ਹਾਂ ਜਿਹੜੇ ਕਿ ਘਰਾਂ ਦੇ ਵਿੱਚ ਇਹ ਕੰਮ ਕਰ ਰਹੀਆਂ ਨੇ। ਇਹ ਬਿਲਕੁਲ ਇਹ ਗੱਲ ਆਉਂਦਾ ਹੋਊਗਾ ਕਿ ਤੁਸੀਂ ਵੀ ਸ਼ਾਇਦ ਮੈਂ ਇਸ ਗੱਲ ਦੀ ਕੋਸ਼ਿਸ਼ ਕਰ ਰਹੀ ਹਾਂ ਜਦੋਂ ਮੈਂ ਇਹ ਕਹਿੰਦੀ ਹਾਂ ਕਿ ਰਿਕੋਗਨਾਈਜ਼ ਕਰੋ ਜਾਂ ਇਹਨੂੰ ਮਤਲਬ ਇਵੈਲੂਏਟ ਕਰੋ, ਇਹਨੂੰ ਮਤਲਬ ਹੈਗਾ ਵੀ ਜਦੋਂ ਇਹਨੂੰ ਆਪਾਂ ਅੰਕੜਿਆਂ ਦੇ ਵਿੱਚ ਢਾਲਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸ਼ਾਇਦ ਇਸ ਤਰ੍ਹਾਂ ਲੱਗਦਾ ਹੈ ਕਿ ਵੀ ਜਿਵੇਂ ਅਸੀਂ ਪਿਆਰ ਦੇ ਜਿਹੜੇ ਸਾਡੇ ਨਿੱਜੀ ਮੁਹੱਬਤ ਦੇ ਸਾਡੇ ਜਿਹੜੇ ਰਿਸ਼ਤੇ ਨੇ ਅਸੀਂ ਉਹਨਾਂ ਨੂੰ ਅਸੀਂ ਇੱਕ ਮਾਰਕੀਟ ਦਾ, ਅਸੀਂ ਰੁਪਏ ਦਾ ਅਸੀਂ ਮਨੀ ਦਾ ਰੂਪ ਦੇ ਰਹੇ ਹਾਂ।
ਤਾਂ ਮੈਂ ਇੱਥੇ ਇਹ ਗੱਲ ਨੂੰ ਧਿਆਨ ਦੇ ਵਿੱਚ ਦਿਵਾਉਣਾ ਚਾਹੁੰਦੀ ਹਾਂ ਕਿ ਬਿਨਾਂ ਸ਼ੱਕ ਆਪਣੇ ਬੱਚੇ ਦੀ ਕੇਅਰ ਕਰਨੀ, ਆਪਣੇ ਘਰ ਦੇ ਵਿੱਚ ਆਪਣੇ ਬਿਮਾਰ ਪਾਰਟਨਰ ਦੀ ਕੇਅਰ ਕਰਨੀ, ਆਪਣੇ ਬਿਮਾਰ ਪੇਰੈਂਟਸ ਦੀ ਕੇਅਰ ਕਰਨੀ, ਉਹ ਤੁਹਾਨੂੰ ਮਤਲਬ ਬਹੁਤ ਸਾਡੇ ਵਾਸਤੇ ਸੈਟੀਸਫਾਈਂਗ ਹੁੰਦੀ ਹੈ। ਬਿਨਾਂ ਸ਼ੱਕ ਅਸੀਂ ਮਤਲਬ ਉਹਦੇ ਵਿੱਚ ਅਸੀਂ ਆਪਣੇ ਕਰੈਕਟਰ ਬਿਲਡ ਕਰ ਰਹੇ ਹੁੰਦੇ ਆ। ਪਰ ਜਿਹੜਾ ਇਹ ਕੰਮ ਹੈ ਮਰਦਾਂ ਨੇ ਵੀ ਇਹ ਕੀਤਾ, ਕਿਉਂਕਿ ਆਪਾਂ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਨਾ ਕਿਸੇ ਸਮੇਂ ਦੇ ਉੱਤੇ ਆਪਾਂ ਕੇਅਰ ਗਿਵਰ ਵੀ ਰਹੇ ਹੋਏ ਆ ਤੇ ਆਪਾਂ ਕੇਅਰ ਰਿਸੀਵਰ ਵੀ ਰਹੇ ਹੋਏ ਆ। ਇਸ ਕਰਕੇ ਆਪਾਂ ਸਾਰੇ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਨਾਲ ਸਮਝ ਸਕਦੇ ਹਾਂ ਕਿ ਇਹ ਕੰਮ ਹੈ ਜਿਹੜਾ ਇਹ ਬਹੁਤ ਸੈਟੀਸਫਾਈਂਗ ਹੋ ਸਕਦਾ ਹੈ। ਇਹ ਸਾਨੂੰ ਲੱਗਦਾ ਹੈ ਕਿ ਵੀ ਅਸੀਂ ਆਪਣਾ ਫਰਜ਼ ਅਦਾ ਕੀਤਾ, ਸਾਨੂੰ ਬੱਚੇ ਦੇ ਨਾਲ ਸਮਾਂ ਕੱਢਣਾ ਸਾਡੇ ਵਾਸਤੇ ਬਹੁਤ ਚੰਗਾ ਹੁੰਦਾ ਹੈ। ਪਰ ਇਹ ਕੰਮ ਜਦੋਂ ਜਿਹਦੀ ਡਿਊਟੀ ਹੁੰਦਾ ਹੈ ਤਾਂ ਉਸ ਕੰਮ ਦੀ ਜਿਹੜੀ ਮੋਨੋਟਨੀ ਹੈ, ਜਿਹੜੀ ਉਸ ਕੰਮ ਦੀ ਜਿਹੜੀ ਡਰੱਜਰੀ ਹੈ, ਉਹ ਫੀਮੇਲ ਦੇ ਹਿੱਸੇ ਆਉਂਦੀ ਹੈ। ਜਿਹੜਾ ਇੱਕ ਬਿਮਾਰ ਵਿਅਕਤੀ ਹੈ, ਈਵਨ ਬੱਚਾ ਦੀ, ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਜਿਹਦੀ ਅਸੀਂ ਕੇਅਰ ਕਰਦੇ ਹਾਂ, ਬਿਮਾਰ ਵਿਅਕਤੀ ਤੇ ਬੱਚਾ ਇਹ ਹਮੇਸ਼ਾ ਤੁਹਾਡੀਆਂ ਜਿਹੜੀਆਂ ਟੋਲਰੇਬਲ ਲਿਮਿਟਸ ਨੇ ਉਹਦੇ ਤੋਂ ਵੱਧ ਉਹ ਹਿੱਸਾ ਮੰਗ ਰਹੇ ਹੁੰਦੇ ਨੇ। ਜੇ ਨਹੀਂ ਮੰਗ ਰਹੇ ਤਾਂ ਕੇਅਰ ਰਿਸੀਵਰ ਆ ਜਿਹੜਾ ਉਹ ਉੱਥੇ ਸਫਰ ਕਰ ਰਿਹਾ। ਤਾਂ ਜਾਂ ਉਸ ਇਕੁਏਸ਼ਨ ਦੇ ਵਿੱਚ ਜਿਹੜਾ ਜੇ ਉਹ 1-to-1 ਉਹ ਰਿਲੇਸ਼ਨਸ਼ਿਪ ਹੈਗਾ ਹੈ, ਯਾਨੀ ਕਹਿੰਦਾ ਮਤਲਬ ਵੀ ਇੰਡੀਵਿਜੂਅਲੀ ਇੱਕ ਬੰਦੇ ਦੇ ਉੱਤੇ ਜੇ ਉਹ ਬੋਝ ਪੈ ਰਿਹਾ ਹੈ, ਤਾਂ ਜਾਂ ਉਹਦੇ ਵਿੱਚ ਕੇਅਰ ਰਿਸੀਵਰ ਸਫਰ ਕਰ ਰਿਹਾ ਹੁੰਦਾ ਹੈ ਜਾਂ ਕੇਅਰ ਗਿਵਰ ਆ ਜਿਹੜਾ ਉਹ ਸਫਰ ਕਰ ਰਿਹਾ ਹੁੰਦਾ। ਜਦੋਂ ਲੰਬੇ ਸਮੇਂ ਦੇ ਉੱਤੇ ਇਹ ਕੇਅਰ ਦਿੱਤੀ ਜਾਂਦੀ ਹੈ, ਜਿਵੇਂ ਜੇ ਸਾਨੂੰ ਮਤਲਬ ਆਂਗਨਵਾੜੀਆਂ ਸਾਨੂੰ ਕੁਝ ਕੇਅਰ ਜਿਹੜੀਆਂ ਹੈਗੀਆਂ ਪ੍ਰੋਵਾਈਡ ਕਰ ਦਿੰਦੀਆਂ ਨੇ, ਪਰ ਉਹ ਇੱਕ ਖਾਸ ਸੀਮਾ ਤੱਕ ਹੈ। ਬੱਚਿਆਂ ਦੀ ਕੇਅਰ ਉਸ ਤੋਂ ਬਾਅਦ ਵੀ ਚਾਹੀਦੀ ਹੁੰਦੀ ਹੈ। ਬੱਚਿਆਂ ਦੀ ਕੇਅਰ 4 ਸਾਲ ਤੋਂ ਬਾਅਦ, 5 ਸਾਲ ਦੀ ਉਮਰ ਤੋਂ ਬਾਅਦ, ਮਤਲਬ 14 ਸਾਲ ਦੀ ਉਮਰ ਤੱਕ ਸਾਨੂੰ ਬੱਚਿਆਂ ਦੀ ਕੇਅਰ ਚਾਹੀਦੀ ਹੈ। ਤਾਂ ਉਹ ਬੱਚਿਆਂ ਦੀ ਕੇਅਰ ਹੈ ਜਿਹੜੀ ਉਹ ਸਾਨੂੰ ਲਗਾਤਾਰ ਸਾਨੂੰ ਕਰਨੀ ਪੈਂਦੀ ਹੈ। ਪਰ ਜਦੋਂ 1-to-1 ਜਦੋਂ ਰਿਲੇਸ਼ਨਸ਼ਿਪ ਰਹਿ ਜਾਂਦਾ ਹੈ ਤਾਂ ਉਹਦੇ ਵਿੱਚ ਜਿਹੜੀ ਮੋਨੋਟਨੀ, ਡਰੱਜਰੀ ਉਹ ਸਿਰਫ ਇੱਕੋ ਬੰਦੇ ਨੂੰ ਬੀਅਰ ਕਰਨੀ ਪੈਂਦੀ ਹੈ। ਤਾਂ ਉਹਦੇ ਵਿੱਚ ਅਸਲ ਦੇ ਵਿੱਚ ਕੇਅਰ ਪ੍ਰੋਵਾਈਡਰ ਹੈ ਜਿਹੜਾ, ਜਿਸ ਧਿਆਨ ਨਾਲ ਸੋਚਿਆ ਜਾਵੇ ਤਾਂ ਕੇਅਰ ਪ੍ਰੋਵਾਈਡਰ ਵੀ ਅਸਲ ਦੇ ਵਿੱਚ ਕੇਅਰ ਦੀ ਨੀਡ ਰੱਖਦਾ। ਤਾਂ ਇਸ ਸਾਰੀ ਜਿਨ੍ਹਾਂ ਲੋਕਾਂ ਨੇ ਲੰਬੇ ਸਮੇਂ ਦੇ ਉੱਤੇ ਕਿਸੇ ਬਿਮਾਰ ਬੰਦੇ ਨੂੰ ਸਾਂਭਿਆ ਹੋਵੇ ਤਾਂ ਉਹ ਇਸ ਗੱਲ ਨੂੰ ਬਿਹਤਰ ਸਮਝ ਸਕਦੇ ਨੇ ਕਿ ਅਸੀਂ ਆਮ ਕਰਕੇ ਕੇਅਰ ਪ੍ਰੋਵਾਈਡਰ ਦੀਆਂ ਜਿਹੜੀਆਂ ਕੇਅਰ ਨੀਡਸ ਨੇ ਅਸੀਂ ਉਹਨੂੰ ਇਗਨੋਰ ਕਰ ਦਿੰਦੇ ਹਾਂ। ਤਾਂ ਉਹ ਖੁਦ ਕੇਅਰ ਦੀ ਨੀਡ ਵਿੱਚ ਹੁੰਦਾ। ਤਾਂ ਇਸ ਕਰਕੇ ਇਹਦੀ ਜਿਹੜੀ ਰੀਡਿਸਟ੍ਰੀਬਿਊਸ਼ਨ ਉਹ ਬਹੁਤ ਜ਼ਰੂਰੀ ਹੈ। ਤੇ ਉਸ ਰੀਡਿਸਟ੍ਰੀਬਿਊਸ਼ਨ ਦੇ ਉੱਤੇ ਮੇਰਾ ਜਿਹੜਾ ਐਮਫੈਸਿਸ ਹੈ ਉਹ ਇਹ ਹੈ ਕਿ ਇਹ ਹਰ ਹਾਲਤ ਦੇ ਵਿੱਚ ਜਿਹੜੀ ਹੈਗੀ ਆ ਇਹ ਸਰਕਾਰ ਰਾਹੀਂ ਜਾਂ ਜਿਹੜੀਆਂ ਹੈਗੀਆਂ ਹੋਰ ਜਿਹੜੀਆਂ ਜਨਤਕ ਏਜੰਸੀਆਂ ਨੇ ਉਹਨਾਂ ਦੇ ਵਿੱਚ ਇਹ ਸਾਂਝੀ ਹੋਣੀ ਚਾਹੀਦੀ ਹੈ। ਬੱਚਿਆਂ ਦੀ ਜਿਹੜੇ ਮਤਲਬ ਕੇਅਰ ਹੋਮਸ ਨੇ, 올ਡ ਏਜ ਕੇਅਰ ਹੋਮਸ ਨੇ, ਤਾਂ ਉਹਨਾਂ ਦੇ ਵਿਚਕਾਰ ਜਿਹੜਾ ਹੈਗਾ ਵੀ ਉਹ ਇੱਕ ਤੇ ਘਰਾਂ ਦੀ ਆਪਸ ਦੇ ਵਿੱਚ ਜਿਹੜਾ ਹੈਗਾ ਇੱਕ ਸੁਮੇਲ ਹੋਣਾ ਚਾਹੀਦਾ ਵੀ, ਤਾਂ ਕਿ ਇਹ ਸਿਰਫ ਇੱਕ ਇੰਡੀਵਿਜੂਅਲ ਦਾ ਜਿਹੜਾ ਹੈਗਾ ਵੀ ਉਹਦੀ ਇੱਕ ਇੰਡੀਵਿਜੂਅਲ ਦੀ ਜ਼ਿੰਮੇਵਾਰੀ ਨਾ ਰਹਿ ਜਾਵੇ। ਤਾਂ ਹੁਣ ਸਾਡੇ ਕੋਲ ਇਹਦੇ ਲਈ 2-3 ਤਜਰਬੇ ਆ, ਤਾਂ ਕਿ ਵੀ ਮੈਂ ਜਦੋਂ ਇਹਦੇ ਮਤਲਬ ਫਾਈਨਲ ਪੁਆਇੰਟ ਦੇ ਉੱਤੇ ਮੈਂ ਇਹ ਪਹੁੰਚਾਂ ਤਾਂ ਸਾਡੇ ਕੋਲੇ 2-3 ਤਰ੍ਹਾਂ ਦੇ ਤਜਰਬੇ ਹੈਗੇ ਆ। ਮੁੱਖ ਤੌਰ ਦੇ ਉੱਤੇ ਮੈਂ 2 ਤਜਰਬਿਆਂ ਦੀ ਗੱਲ ਕਰੂੰਗੀ। ਇੱਕ ਤਾਂ ਮਤਲਬ ਸਕੈਂਡੀਨੇਵੀਅਨ ਕੰਟਰੀਜ਼ ਨੇ ਜਿਹੜੇ ਕਿ ਆਫ ਕੋਰਸ ਮਤਲਬ ਵੀ ਸੋਸ਼ਲਿਸਟ ਕੰਟਰੀਜ਼ ਨਹੀਂ ਹੈਗੇ। ਤਾਂ ਸਕੈਂਡੀਨੇਵੀਅਨ ਕੰਟਰੀਜ਼ ਹੋ ਗਏ ਜਾਂ ਕੈਨੇਡਾ ਵਰਗੇ ਜਿਹੜੇ ਹੈਗੇ ਕੁਝ ਦੇਸ਼ ਹੋ ਗਏ, ਜਿਹਦੇ ਵਿੱਚ ਕਿ ਆਮ ਕਰਕੇ ਸਰਕਾਰ ਹੈ ਜਿਹੜੀ ਉਹ ਬੱਚਿਆਂ ਦੀ ਤੇ 올ਡ ਏਜ ਕੇਅਰ ਦੀ ਜਿਹੜੇ ਹੈਗੀ ਜ਼ਿੰਮੇਵਾਰੀ ਉਹ ਚੱਕਦੀ ਹੈ। ਤਾਂ ਉਹ ਚਾਹੇ ਕੇਅਰ ਹੋਮ ਦੇਵੇ ਜਾਂ ਉਹ ਜਿਹੜੀਆਂ ਔਰਤਾਂ ਨੇ ਉਹ ਉਹਨਾਂ ਨੂੰ ਇੱਕ ਖਾਸ ਸਮੇਂ ਤੱਕ ਇਹਨਾਂ ਕੇਅਰ ਐਕਟੀਵਿਟੀਜ਼ ਦੇ ਵਾਸਤੇ ਉਹਨਾਂ ਨੂੰ ਐਕਸਟਰਾ ਪੇ ਕਰਦੀ ਹੈ। ਤਾਂ ਉਹ ਜਦੋਂ ਮਤਲਬ ਐਕਸਟਰਾ ਪੇ ਕਰ ਰਹੀ ਹੈ ਤਾਂ ਅਸਲ ਦੇ ਵਿੱਚ ਜੇ ਧਿਆਨ ਨਾਲ ਸੋਚਿਆ ਜਾਵੇ ਤਾਂ ਉਹ ਅਸਲ ਦੇ ਵਿੱਚ ਉਹਨਾਂ ਨੂੰ ਘਰ ਦੇ ਵਿੱਚ ਬੰਨਣ ਦੇ ਇਨਸੈਂਟਿਵ ਦੇ ਰਹੀ ਹੈ। ਉਹ ਉਹਨਾਂ ਨੂੰ ਉਹਨਾਂ ਘਰ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਨਹੀਂ ਕਰ ਰਹੀ। ਤਾਂ ਇਹ ਔਰਤਾਂ ਜਿਹੜੀਆਂ ਨੇ ਉਹਨਾਂ ਨੂੰ ਆਪਣਾ ਕੁਝ ਸਮਾਂ ਜਿਹੜਾ ਬੱਚਿਆਂ ਦੀ ਕੇਅਰ ਵਾਸਤੇ ਜਾਂ ਬਿਮਾਰ ਦੀ ਕੇਅਰ ਵਾਸਤੇ ਬਿਤਾਉਣ ਦੀ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ ਜਾਂਦੀ ਹੈ। ਉਹਨਾਂ ਨੂੰ ਲੇਬਰ ਮਾਰਕੀਟ ਤੋਂ ਪਾਸੇ ਕਰ ਲਿਆ ਜਾਂਦਾ ਤੇ ਉਹਨਾਂ ਨੂੰ ਬਰਾਬਰ ਦੀ ਜਿਹੜੀ ਹੈਗੀ ਉਹ ਕੰਪਨਸੇਸ਼ਨ ਦੇ ਦਿੱਤੀ ਜਾਂਦੀ। ਤਾਂ ਇਹਦੇ ਨਾਲ ਹੁੰਦਾ ਕੀ ਆ ਕਿ ਔਰਤਾਂ ਨੂੰ ਇਨਸੈਂਟਿਵ ਮਿਲ ਰਿਹਾ ਹੈ ਮਾਰਕੀਟ ਚੋਂ ਬਾਹਰ ਰਹਿਣ ਦਾ, ਨਾ ਕਿ ਮਾਰਕੀਟ ਦੇ ਵਿੱਚ ਬਰਾਬਰ ਦਾ ਕੰਪੀਟ ਕਰਨ ਦਾ। ਤਾਂ ਉਹ ਔਰਤਾਂ ਨੇ ਜਿਹੜੀਆਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਵੀ ਠੀਕ ਹੈ ਤੁਸੀਂ ਮਾਰਕੀਟ ਵਿੱਚ ਨਹੀਂ ਕਮਾ ਪਾ ਰਹੇ ਹੈਗੇ। ਤਾਂ ਇਹ ਵੀ ਇੱਕ ਮਾਡਲ ਹੈ, ਕਿਸੇ ਵੀ ਹੋਰ ਮਾਡਲ ਦੀ ਐਬਸੈਂਸ ਦੇ ਵਿੱਚ ਇਹ ਮਾਡਲ ਹੈ ਜਿਹੜਾ ਇੱਕ ਚੰਗਾ ਬਦਲ ਹੋ ਸਕਦਾ, ਕਿਉਂਕਿ ਸਾਡੇ ਭਾਰਤ ਦੇ ਵਿੱਚ ਤਾਂ ਇਹ ਵੀ ਨਹੀਂ ਮਿਲਦਾ। ਸਾਡੇ ਭਾਰਤ ਦੇ ਵਿੱਚ ਤਾਂ ਜਿੱਥੇ ਕਿ ਇੰਨਾ ਵੱਡਾ ਨਿੱਜੀ ਖੇਤਰ ਹੈ, ਇੰਨਾ ਵੱਡਾ ਇਨਫਾਰਮਲ ਸੈਕਟਰ ਹੈ, ਉਹਦੇ ਵਿੱਚ ਕਿ ਔਰਤ ਨੂੰ ਡਿਲੀਵਰੀ ਤੋਂ ਫੌਰਨ ਬਾਅਦ ਆ ਜਿਹੜੀ ਉਹ ਆਪਣੀ ਨੌਕਰੀ ਜਾਂ ਗਵਾਉਣੀ ਪੈਂਦੀ ਹੈ ਜਾਂ ਨੌਕਰੀ ਜੁਆਇਨ ਕਰਨੀ ਪੈਂਦੀ ਹੈ। ਉਹਨਾਂ ਥਾਵਾਂ ਵਾਸਤੇ ਇਹ ਇੱਕ ਵੱਡਾ ਬਦਲ ਹੈ, ਪਰ ਇਹ ਪਰਫੈਕਟ ਇਕੁਐਲਿਟੀ ਵਾਲੇ ਪਾਸੇ ਨਹੀਂ ਲੈ ਕੇ ਜਾਂਦਾ, ਕਿਉਂਕਿ ਇਹ ਸਾਨੂੰ ਘਰਾਂ ਦੇ ਨਾਲ ਬੰਨ੍ਹ ਕੇ ਰੱਖਦਾ।
ਇਹ ਸਾਨੂੰ ਉਹਨਾਂ ਖਾਸ ਐਕਟੀਵਿਟੀਜ਼ ਦੇ ਨਾਲ ਬੰਨ ਕੇ ਰੱਖਦਾ ਹੈ। ਜਿਵੇਂ ਕਿ ਇਹ ਸਰਕਾਰਾਂ ਨੇ ਜਿਹੜੀਆਂ ਉਹ ਇਹ ਵੀ ਕਹਿੰਦੀਆਂ ਨੇ ਕਿ ਵੀ ਜਦੋਂ ਅਸੀਂ ਤੁਹਾਨੂੰ ਪੈਸੇ ਦੇ ਰਹੇ ਹਾਂ, ਅਸੀਂ ਬੱਚੇ ਨੂੰ ਅਸੀਂ ਕੇਅਰ ਕਰਨ ਦੇ ਪੈਸੇ ਦੇ ਰਹੇ ਹਾਂ, ਤਾਂ ਕਿਸੇ ਵੀ ਹਾਲਤ ਦੇ ਵਿੱਚ 7 ਸਾਲ ਦੀ ਉਮਰ ਤੋਂ ਘੱਟ ਵਾਲਾ ਬੱਚਾ ਘਰ ਦੇ ਵਿੱਚ ਇਕੱਲਾ ਨਹੀਂ ਰਹਿਣਾ ਚਾਹੀਦਾ। ਚਾਹੇ ਤੁਹਾਡੀ ਜੋ ਮਰਜ਼ੀ ਸਮਾਜਿਕ, ਰਾਜਨੀਤਿਕ ਜੋ ਮਰਜ਼ੀ ਲੋੜ ਹੋਵੇ, ਤਾਂ ਉਹ ਪੈਸਾ ਦੇ ਕੇ ਇਹ ਔਰਤਾਂ ਨੂੰ ਉਹਨਾਂ ਸਮਾਜਿਕ ਤੇ ਰਾਜਨੀਤਿਕ ਕਿਰਿਆਵਾਂ ਤੋਂ, ਪਾਰਟਿਸਿਪੇਸ਼ਨ ਤੋਂ, ਉਹਦੇ ਤੋਂ ਰੋਕ ਲੈਂਦੀਆਂ ਨੇ, ਤਾਂ ਉਹਨਾਂ ਦੇ ਪੈਰਾਂ ਵਿੱਚ ਬੇੜੀਆਂ ਪਾ ਦਿੰਦੀਆਂ ਨੇ। ਨਾ ਹੋਣ ਨਾਲੋਂ ਬਿਹਤਰ ਇੱਕ ਬਦਲ ਹੈਗਾ, ਪਰ ਉਹ ਔਰਤਾਂ ਦੀ ਸੰਪੂਰਨ ਆਜ਼ਾਦੀ ਵਾਲੇ ਪਾਸੇ ਨਹੀਂ ਲੈ ਕੇ ਜਾਂਦਾ। ਤਾਂ ਸਾਡੇ ਕੋਲੇ ਜਿਹੜਾ ਦੂਜਾ ਬਦਲ ਉਹ ਸਾਨੂੰ ਸਮਾਜਵਾਦੀ ਦੇਸ਼ਾਂ ਨੇ ਸਾਨੂੰ ਜਿਹੜਾ ਹੈਗਾ ਪ੍ਰਦਾਨ ਕੀਤਾ। ਆਫ ਕੋਰਸ ਸਾਡੇ ਕੋਲੇ ਰਸ਼ੀਆ, USSR ਦੇ ਡਿਸਇੰਟੈਗ੍ਰੇਸ਼ਨ ਤੋਂ ਬਾਅਦ ਬਹੁਤ ਲੋਕ ਮਤਲਬ ਉਹਦੀ ਡਿਸਇੰਟੈਗ੍ਰੇਸ਼ਨ ਵਾਲੇ ਪਾਸੇ ਨੂੰ ਉਹਨੂੰ ਪੁਆਇੰਟ ਆਊਟ ਕਰਨ ਲੱਗ ਜਾਂਦੇ ਨੇ, ਪਰ ਜਿਹੜਾ ਲੈਸਨ ਲਰਨ ਕਰਨ ਵਾਲਾ ਹੈ ਉਹ ਇਹ ਹੈ ਕਿ ਉਸ ਸਮਾਜ ਦੇ ਵਿੱਚ ਸਾਂਝੀਆਂ ਰਸੋਈਆਂ ਰਾਹੀਂ, ਉਸ ਸਮਾਜ ਦੇ ਵਿੱਚ ਬੱਚਿਆਂ ਦੀ ਸਾਂਝੀ ਕੇਅਰ ਰਾਹੀਂ ਔਰਤਾਂ ਨੂੰ ਇਹਨਾਂ ਜਿਹੜੀਆਂ ਘਰੇਲੂ ਬੇੜੀਆਂ ਨੇ ਉਹਦੇ ਤੋਂ ਮੁਕਤ ਕੀਤਾ ਗਿਆ ਸੀ। ਉਸ ਸਮਾਜ ਦੇ ਵਿੱਚ ਜਿਹੜੀ ਔਰਤਾਂ ਦੀ ਪਾਰਟਿਸਿਪੇਸ਼ਨ ਹਰੇਕ ਖੇਤਰ ਦੇ ਵਿੱਚ ਦੇਖੀ ਗਈ। ਕਿਸੇ ਵੀ ਕਿਸਮ ਦਾ ਤੁਸੀਂ ਉਹਦੇ ਵਿੱਚ ਇਹ ਨਹੀਂ ਦੇਖ ਸਕੋਗੇ ਕਿ ਵੀ ਕਿਸੇ ਕਿਸਮ ਦੀ ਆਕੂਪੇਸ਼ਨਲ ਸੈਗਰੀਗੇਸ਼ਨ ਹੈ, ਕਿ ਵੀ ਔਰਤਾਂ ਕਿਸੇ ਖਾਸ ਕਿਸਮ ਦੇ ਕਿੱਤੇ ਦੇ ਵਿੱਚ ਹੀ ਜਿਹੜੀਆਂ ਹੈਗੀਆਂ ਉਹ ਸੀਮਤ ਸੀਗੀਆਂ। ਤਾਂ ਉਹਨਾਂ ਨੇ ਮਤਲਬ ਇੱਥੋਂ ਤੱਕ ਕਿ ਉਹਦੇ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਦੂਜੀ ਵਰਲਡ ਵਾਰ ਆਈ ਹੈ, ਤਾਂ ਦੂਜੀ ਵਰਲਡ ਵਾਰ ਦੇ ਸਮੇਂ ਦੇ ਵਿੱਚ ਔਰਤਾਂ ਨੇ ਸਨਅਤ ਦਾ ਮਤਲਬ ਖੇਤੀ ਦਾ ਜਿਹੜੀ ਕਿ ਮੈਕਨਾਈਜ਼ ਹੋ ਗਈ ਸੀ ਉਸ ਸਮੇਂ ਦੇ ਵਿੱਚ, ਉਹ ਸਾਰਾ ਜਿਹੜਾ ਹੈਗਾ ਹਾਰਵੈਸਟਰ, ਕੰਬਾਈਨਾਂ, ਜਿਹੜੇ ਟਰੈਕਟਰ ਨੇ ਜਿਹੜੇ, ਉਹ ਸਾਰੇ ਉਹਨਾਂ ਨੇ ਔਰਤਾਂ ਨੇ ਸਾਂਭੇ। ਤੇ ਜਦੋਂ ਕਿ ਮਰਦ ਨੇ ਜਿਹੜੇ ਉਹ ਫਰੰਟ ਦੇ ਉੱਤੇ ਲੜ ਰਹੇ ਸੀ, ਤੇ ਔਰਤਾਂ ਨੇ ਵੀ ਫਰੰਟ ਉੱਤੇ ਲੜਨ ਦੇ ਵਿੱਚ ਬਰਾਬਰ ਦਾ ਯੋਗਦਾਨ ਪਾਇਆ। ਤਾਂ ਦੂਜੀ ਜਿਹੜੀ ਜੰਗ ਹੈ ਉਹਦੇ ਵਿੱਚ ਫਾਸੀਵਾਦੀ ਜਿਹੜੇ ਮੁਲਕ ਨੇ ਉਹਨਾਂ ਦੀ ਹਾਰ ਦਾ ਵੱਡਾ ਕਾਰਨ ਜਿਹੜਾ ਇਹ ਔਰਤਾਂ ਦੀ ਬਰਾਬਰ ਦੀ ਪਾਰਟਿਸਿਪੇਸ਼ਨ ਮੰਨਿਆ ਜਾਂਦਾ, ਤੇ ਉਹਦੇ ਵਿੱਚੋਂ ਛੇਤੀ ਉੱਭਰਨ ਦਾ ਵੱਡਾ ਕਾਰਨ ਵੀ ਜਿਹੜੀ ਹੈਗੀ ਆ ਔਰਤਾਂ ਦੀ ਪਾਰਟਿਸਿਪੇਸ਼ਨ ਹੀ, ਬਰਾਬਰ ਦੀ ਪਾਰਟਿਸਿਪੇਸ਼ਨ ਮੰਨੀ ਜਾਂਦੀ ਹੈ। ਪਰ ਇਹ ਸੰਭਵ ਤਾਂ ਹੋਇਆ ਜਦੋਂ ਮਤਲਬ ਔਰਤਾਂ ਨੂੰ ਉਸ ਕਿਚਨ ਦੇ ਕੰਮ ਤੋਂ ਉਹਨਾਂ ਨੂੰ ਮੁਕਤ ਕੀਤਾ ਗਿਆ। ਤਾਂ ਰਸ਼ੀਆ ਦੇ ਵਿੱਚ ਕਾਮਨ ਕਿਚਨ ਤੇ ਜਿਹੜੀ ਹੈਗੀ ਆ ਬੱਚਿਆਂ ਦੀ ਜਿਹੜੀ ਕਾਮਨ ਕੇਅਰ ਆ, ਜਿਹੜੀ ਪਬਲਿਕ ਕੇਅਰ ਹੈ, ਉਹਨੇ ਔਰਤਾਂ ਨੂੰ ਜਿਹੜਾ ਹੈਗਾ ਅਸਲ ਰੂਪ ਦੇ ਵਿੱਚ ਮੁਕਤੀ ਪ੍ਰਦਾਨ ਕੀਤੀ। ਜਿਹੜੀਆਂ ਐ ਨਹੀਂ ਹੈਗਾ ਕਿ ਆਪਾਂ ਇਹ ਕਹੀਏ ਕਿ ਵੀ ਉੱਥੇ ਵੀ ਜੇ ਔਰਤਾਂ ਕੰਮ ਦੇ ਉੱਤੇ ਜਾਂਦੀਆਂ ਸੀਗੀਆਂ ਤਾਂ ਬੇਬੀ ਫੀਡਿੰਗ ਦਾ ਕੰਮ ਨਹੀਂ ਸੀ ਹੁੰਦਾ। ਤਾਂ ਜਿਹੜਾ ਵੀ ਔਰਤਾਂ ਦੀ ਕੰਮ ਦੀ ਥਾਂ ਸੀ, ਜੇ ਅਸੀਂ ਮਤਲਬ ਉਹ ਰਸ਼ੀਆ ਦੀ ਅਸੀਂ ਇਕਨੋਮੀ ਉਸ ਸਮੇਂ ਦੀ ਸਾਰੀ ਉਹ ਦੇਖੀਏ, ਤਾਂ ਜਿਹੜੀ ਉਹਨਾਂ ਦੀ ਕੰਮ ਦੀ ਥਾਂ ਸੀਗੀ, ਤਾਂ ਉਹਦੇ ਵਿੱਚ ਜਿਹੜੇ ਹੈਗੇ ਕ੍ਰੈਚਸ ਨੇ ਜਿਹੜੇ ਉਹ ਨਾਲ ਬਣਾਏ ਹੁੰਦੇ ਸੀਗੇ। ਤਾਂ ਉਹਨਾਂ ਕ੍ਰੈਚਸ ਦੇ ਵਿੱਚ ਔਰਤਾਂ ਨੂੰ ਹਰੇਕ 2 ਜਾਂ 3 ਘੰਟਿਆਂ ਦੇ ਬਾਅਦ ਉਹਨਾਂ ਨੂੰ ਜਿਹੜੇ ਹੈਗਾ ਅੱਧੇ ਘੰਟੇ ਦੀ ਬੇਬੀ ਫੀਡਿੰਗ ਵਾਸਤੇ ਉਹਨਾਂ ਨੂੰ ਛੁੱਟੀ ਦਿੱਤੀ ਜਾਂਦੀ ਸੀ। ਤੇ ਜਿਹੜੀ ਉਹ ਬੇਬੀ ਫੀਡਿੰਗ ਦਾ ਸਮਾਂ ਹੈ ਉਹ ਉਹਨਾਂ ਦੇ 8 ਘੰਟਿਆਂ ਦੇ ਵਰਕਿੰਗ ਟਾਈਮ ਦੇ ਵਿੱਚ ਕਾਊਂਟ ਹੁੰਦਾ ਸੀਗਾ, ਤੇ ਉਹਨਾਂ ਨੂੰ ਮਤਲਬ ਉਹਦੀ ਜਿਹੜੀ ਹੈਗੀ ਬਰਾਬਰ ਅਦਾਇਗੀ ਮਿਲਦੀ ਸੀਗੀ। ਇਸ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਡਿਸਇਨਸੈਂਟਿਵ ਨਹੀਂ ਸੀ ਦਿੰਦੇ, ਉਹਨਾਂ ਨੂੰ ਕੰਮ ਦੇ ਨਾਲ ਬੰਨਣ ਦਾ ਇਨਸੈਂਟਿਵ ਆ ਜਿਹੜਾ ਉਹ ਪ੍ਰੋਵਾਈਡ ਕੀਤਾ ਜਾਂਦਾ ਸੀਗਾ। ਤੇ ਜਦੋਂ ਅਸੀਂ ਡਿਸਇੰਟੈਗ੍ਰੇਸ਼ਨ ਦੀ ਗੱਲ ਕਰਦੇ ਹਾਂ, ਤਾਂ ਮੈਂ ਮਤਲਬ ਜਦੋਂ ਵੀ ਰਸ਼ੀਆ ਡਿਸਇੰਟੈਗ੍ਰੇਟ ਹੋ ਗਿਆ ਜਾਂ ਸਾਡੇ ਕੋਲੇ ਸਮਾਜਵਾਦੀ ਸਮਾਜ ਆ ਜਿਹੜੇ ਉਹ ਸਾਡੇ ਕੋਲੇ ਮਾਡਲ ਨਹੀਂ ਰਹੇ, ਪਰ ਮੈਨੂੰ ਇਹ ਲੱਗਦਾ ਹੈ ਕਿ ਉਹ ਸਾਡੇ ਕੋਲੇ ਹਜੇ ਵੀ ਸਾਡੇ ਕੋਲ ਉਵੇਂ ਹੀ ਇੱਕ ਮਾਡਲ ਦੇ ਰੂਪ ਦੇ ਵਿੱਚ ਮੌਜੂਦ ਨੇ। ਕਿਉਂਕਿ ਜਦੋਂ ਮਤਲਬ ਗੋਰਬਾਚੇਵ ਦੇ ਟਾਈਮ ਦੇ ਵਿੱਚ ਉਹ ਗੌਸ ਪਲਾਨ ਜਾਂ ਪ੍ਰਸਟ੍ਰਾਇਕਾ ਦੇ ਨਾਂ ਦੇ ਉੱਤੇ ਜਦੋਂ ਉਹਨਾਂ ਨੇ ਮਤਲਬ ਆਪਣੀ ਇਕਨੋਮੀ ਨੂੰ ਓਪਨ ਅਪ ਕੀਤਾ, ਤਾਂ ਸਭ ਤੋਂ ਪਹਿਲਾਂ ਮਤਲਬ ਇਹ ਕੀਤਾ ਗਿਆ ਕਿ ਇਸ ਨਾਮ ਦੇ ਉੱਤੇ ਕਿ ਵੀ ਤੁਸੀਂ ਮਰਦਾਂ ਨੂੰ ਜਿਹੜਾ ਹੈਗਾ ਵੀ ਇਸ ਜਿਹੜਾ ਹੈਗਾ ਸਮਾਜਵਾਦੀ ਢਾਂਚੇ ਦੀ ਬਣਤਰ ਵਾਸਤੇ ਸਪੇਅਰ ਕਰਨਾ ਹੈ, ਤੁਸੀਂ ਜਿਹੜੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਸ ਪੀੜ੍ਹੀ ਦੇ ਬੱਚਿਆਂ ਨੂੰ ਤੁਸੀਂ ਨਰਚਰ ਕਰਨਾ ਹੈ, ਉਹਦੇ ਵਾਸਤੇ ਔਰਤਾਂ ਨੂੰ 200 ਕਿਸਮ ਦੇ ਆਕੂਪੇਸ਼ਨਸ ਦੇ ਵਿੱਚੋਂ ਕੰਮ ਕਰਨ ਤੋਂ ਰੋਕ ਦਿੱਤਾ ਗਿਆ। ਜਦੋਂ ਓਪਨਨੈਸ ਹੁੰਦੀ ਹੈ ਤਾਂ ਉਹਦੇ ਨਾਲ ਹੀ ਔਰਤਾਂ ਦੀ ਜਿਹੜੀ ਹੈਗੀ ਰਿਸਟ੍ਰਿਕਸ਼ਨ ਹੈ ਉਹ ਇਨਕਰੀਜ਼ ਹੋ ਜਾਂਦੀ ਹੈ। ਤਾਂ ਕਿਸੇ ਵੀ ਥਾਂ ਦੇ ਕਿਸੇ ਵੀ ਕੰਮ ਦੇ ਉੱਤੇ ਰੋਕਣਾ, ਕਿਸੇ ਵੀ ਸਮੇਂ ਦੇ ਉੱਤੇ ਕੰਮ ਕਰਨ ਤੋਂ ਰੋਕਣਾ, ਉਹ ਹਰ ਹਾਲਤ ਦੇ ਵਿੱਚ ਔਰਤਾਂ ਦੀ ਪੂਰਨ ਆਜ਼ਾਦੀ ਹੈ ਜਿਹੜੀ ਉਹਦੇ ਰਾਹ ਦੇ ਵਿੱਚ ਉਹ ਰੁਕਾਵਟ ਬਣਦੀ ਹੈ। ਤਾਂ ਕਿਉਂਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਵੀ ਸਮਾਜਵਾਦ ਜਿਹੜਾ ਹੈਗਾ ਉਹ ਸਾਡੇ ਕੋਲੇ ਇੱਕ ਟੀਚਾ ਹੈ, ਕਿਉਂਕਿ ਸਮਾਜਵਾਦ ਤੋਂ ਬਿਨਾਂ ਜਾਂ ਸਮਾਜਵਾਦੀ ਜਿਹੜਾ ਢਾਂਚੇ ਤੋਂ ਬਿਨਾਂ ਜਾਂ ਸਮਾਜਵਾਦੀ ਰਿਲੇਸ਼ਨ ਤੋਂ ਬਿਨਾਂ ਸਾਡੇ ਕੋਲੇ ਇਸ ਚੀਜ਼ ਦਾ ਕੋਈ ਪਰਫੈਕਟ ਸੋਲੂਸ਼ਨ ਨਹੀਂ ਹੈਗਾ। ਪਰ ਉਦੋਂ ਤੱਕ ਜਦ ਤੱਕ ਕਿ ਅਸੀਂ ਮਤਲਬ ਉਸ ਰੈਵੋਲੂਸ਼ਨ ਵਾਲੇ ਪਾਸੇ ਅਸੀਂ ਹੌਲੀ ਹੌਲੀ ਨਹੀਂ ਵੱਧਦੇ ਜਾਂ ਅਸੀਂ ਉਹ ਢਾਂਚਾ ਸਾਡਾ ਜਿਹੜਾ ਹੈਗਾ ਵੀ ਸੱਚੀ ਮੁੱਚੀ ਅਸੀਂ ਉਹਨੂੰ ਰਿਅਲਾਈਜ਼ ਨਹੀਂ ਕਰਦੇ, ਉਦੋਂ ਤੱਕ ਮੈਂ ਇਹ ਕਹਾਂਗੀ ਕਿ ਕੇਅਰ ਦੇ ਖੇਤਰ ਦੇ ਵਿੱਚ ਪਬਲਿਕ ਸੈਕਟਰ ਦੀ ਜਿਹੜੀ ਪਾਰਟਿਸਿਪੇਸ਼ਨ ਹੈ,
ਜਿਹੜੀ ਉਹਦੇ ਪਬਲਿਕ ਸੈਕਟਰ ਦੀ ਜਿਹੜੀ ਇਨਵੈਸਟਮੈਂਟ ਹੈ ਉਹਦਾ ਇੰਕਰੀਜ਼ ਹੋਣਾ ਹੈ ਜਿਹੜਾ ਉਹ ਬਹੁਤ ਇੰਪੋਰਟੈਂਟ ਹੈ, ਕਿਉਂਕਿ ਸਾਡੇ ਕੋਲ ਬਾਕੀ ਮੁਲਕਾਂ ਦੇ ਜਿਹੜੇ ਗੈਰ ਸਮਾਜਵਾਦੀ ਮੁਲਕ ਨੇ ਜਾਂ ਸਕੈਂਡੀਨੇਵੀਅਨ ਕੰਟਰੀਜ਼ ਜਾਂ ਮੈਂ ਜਿਵੇਂ ਕੈਨੇਡਾ ਦੀ ਮੈਂ ਗੱਲ ਦਿੱਤੀ ਜਿੱਥੇ ਕਿ ਲੇਬਰ ਫੋਰਸ ਪਾਰਟਿਸਿਪੇਸ਼ਨ ਰੇਟ ਫੀਮੇਲ ਦੀ ਬਹੁਤ ਜ਼ਿਆਦਾ ਹੈ, ਉਹਨਾਂ ਦਾ ਇਹ ਤਜਰਬਾ ਦੱਸਦਾ ਹੈ ਕਿ ਜਦੋਂ ਪਬਲਿਕ ਸੈਕਟਰ ਦੀ ਇਨਵੈਸਟਮੈਂਟ ਇਹਨਾਂ ਖੇਤਰਾਂ ਦੇ ਵਿੱਚ ਵੱਧਦੀ ਹੈ, ਕੇਅਰ ਸੈਕਟਰ ਦੇ ਵਿੱਚ ਵੱਧਦੀ ਹੈ ਜਾਂ ਮਟਰਨਿਟੀ ਲੀਵ ਦੀ ਪ੍ਰੋਵਾਈਡ ਕੀਤੀ ਜਾਂਦੀ ਹੈ, ਪੈਟਰਨਿਟੀ ਲੀਵ ਪ੍ਰੋਵਾਈਡ ਕੀਤੀ ਜਾਂਦੀ ਹੈ, ਤਾਂ ਉਹਦੇ ਨਾਲ ਨਾ ਸਿਰਫ ਜਿਹੜਾ ਹੈਗਾ ਜੈਂਡਰ ਵੇਜ ਗੈਪ ਹੈ ਜਿਹੜਾ ਉਹ ਫਾਲ ਕਰਦਾ, ਫੀਮੇਲ ਇੰਪਲੋਇਮੈਂਟ ਇੰਕਰੀਜ਼ ਹੁੰਦੀ ਹੈ, ਬਲਕਿ ਬੱਚਿਆਂ ਦੀ ਐਜੂਕੇਸ਼ਨ, ਬੱਚਿਆਂ ਦੀ ਜਿਹੜੇ ਹੈਲਥ ਦੇ ਇੰਡੀਕੇਟਰਸ ਨੇ ਤੇ ਉਹ ਮਤਲਬ ਉਹ ਵੀ ਬੈਟਰ ਹੁੰਦੇ ਨੇ। ਇਸ ਕਰਕੇ ਮਤਲਬ ਮੈਂ ਇਹ ਕਹੂੰਗੀ ਕਿ ਸਾਨੂੰ ਨਿੱਜੀ ਖੇਤਰ ਤੋਂ ਇਹਦਾ ਮਤਲਬ ਕੋਈ ਸਾਡੇ ਕੋਲੇ ਉਮੀਦ ਨਹੀਂ, ਕਿਉਂਕਿ ਨਿੱਜੀ ਖੇਤਰ ਦੇ ਕੋਲੇ ਇਹਦਾ ਕੋਈ ਸੋਲਿਊਸ਼ਨ ਨਹੀਂ। ਮੰਡੀ ਤੋਂ ਇਹ ਉਮੀਦ ਕਰਨਾ ਅਸਲ ਦੇ ਵਿੱਚ ਆਮ ਕਰਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਵੀ ਉਹ ਜਸਟ ਮਤਲਬ ਐਕਸਪੈਕਟਿੰਗ ਦਾ ਅਨਐਕਸਪੈਕਟਿੰਗ ਥਿੰਗਸ ਆ। ਤਾਂ ਮੈਂ ਸਿਰਫ ਇਹ ਕਹਿਣਾ ਚਾਹੂੰਗੀ ਕਿ ਸਾਡਾ ਅੰਤਮ ਜਿਹੜਾ ਹੱਲ ਹੈ ਉਹ ਸਾਡੇ ਸਮਾਜਵਾਦੀ ਸੰਬੰਧਾਂ ਦੇ ਵਿੱਚ ਹੈ, ਅੰਤਮ ਹੱਲ ਸਮਾਜਵਾਦ ਦੇ ਵਿੱਚ ਹੈ। ਉਦੋਂ ਤੱਕ ਜਦ ਤੱਕ ਇਹ ਨਹੀਂ ਹੁੰਦਾ ਤਾਂ ਅਸੀਂ ਪਬਲਿਕ ਸੈਕਟਰ ਦੀ ਪਾਰਟਿਸਿਪੇਸ਼ਨ ਨੂੰ, ਪਬਲਿਕ ਸੈਕਟਰ ਦੀ ਇਨਵੈਸਟਮੈਂਟ ਨੂੰ ਇਹਨਾਂ ਖੇਤਰਾਂ ਦੇ ਵਿੱਚ ਇਨਕਰੀਜ਼ ਕਰਕੇ ਅਸੀਂ ਥੋੜੀ ਬਹੁਤ ਜਿਹੜੀ ਹੈਗੀ ਆ ਇਕੁਐਲਿਟੀ ਵਾਲੀ ਦਿਸ਼ਾ ਵਾਲੇ ਪਾਸੇ ਅਸੀਂ ਕਦਮ ਚੱਕ ਸਕਦੇ ਹਾਂ। ਤੇ ਇਹਨਾਂ ਕਹਿੰਦਿਆਂ ਹੋਇਆਂ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।